ਆਪਾਂ ਸਾਰੇ ਸੰਗਤ ਰੂਪ ਦੇ ਵਿੱਚ ਇੱਥੇ ਜੁੜ ਬੈਠੇ ਹਾਂ ਔਰ ਬਾਪੂ ਜੀ ਨੇ ਇਹ ਹੁਕਮ ਲਾਇਆ ਵੀ ਜੇ ਤੁਸੀਂ ਆ ਹੀ ਰਹੇ ਹੋ ਤਾਂ ਫਿਰ ਗੁਰਮਤਿ ਵਿਚਾਰਾਂ ਦੀ ਸਾਂਝ ਹੀ ਆਪਾਂ ਪਾ ਲਈਏ। ਤਾਂ ਆਪਾਂ ਜਿੰਨੀਆਂ ਵੀ ਤੁਸੀਂ ਭੈਣਾਂ ਜੁੜ ਬੈਠੇ ਹੋ ਸੰਗਤ ਰੂਪ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ ਅਤੇ ਮੇਰੇ ਖਿਆਲ ਆਪਾਂ ਸਾਰੇ ਦੁਨਿਆਵੀ ਐਜੂਕੇਸ਼ਨ ਦੇ ਨਾਲ ਨਾਲ ਕੀਰਤਨ ਸਿਖਲਾਈ ਜਾਂ ਗੁਰਮਤਿ ਸਿਖਲਾਈ ਇਹ ਸਾਰੀ ਸਿੱਖ ਰਹੇ ਆ, ਹੈ ਨਾ। ਤਾਂ ਜਿਹੜੇ ਗੁਰਮਤਿ ਸਿੱਖਦੇ ਆ ਔਰ ਉਹਨਾਂ ਦੀ ਜਿਹੜੀ ਰਹਿਣੀ ਹੈ, ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੈ, ਉਹ ਆਮ ਸਮਾਜ ਤੋਂ ਕਿੰਨੀ ਗੁਣਾ ਜ਼ਿਆਦਾ ਹੋ ਜਾਂਦੀ ਆ। ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇਹ ਸਾਰੀਆਂ ਸਿੱਖਿਆਵਾਂ ਜਿਹੜੀਆਂ ਆਪਾਂ ਵਿਚਾਰਨੀਆਂ। ਇਸ ਤੋਂ ਪਹਿਲਾਂ ਆਪਾਂ ਸਕੂਲ ਦੇ ਵਿੱਚ ਕਰਕੇ ਆਏ ਹਾਂ, ਤਾਂ ਜੋ ਉਹਨਾਂ ਦਾ ਲੈਵਲ ਸੀ ਉਸ ਅਕੋਰਡਿੰਗ ਆਪਾਂ ਗੱਲ ਕੀਤੀ ਹੈ। ਅਤੇ ਹੁਣ ਮੈਂ ਉਮੀਦ ਕਰਦਾ ਵੀ ਆਪਾਂ ਸਾਰੇ ਮਤਲਬ ਇਸ ਫੀਲਡ ਦੇ ਹੀ ਹਾਂ, ਅਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹ ਮੈਟਰ ਕਰਦਾ ਵੀ ਆਪਾਂ ਕਿੰਨੀਆਂ ਕੁੱਚੀਆਂ ਗੱਲਾਂ ਕਰਦੇ ਪਏ ਹਾਂ। ਉੱਥੇ ਤਾਂ ਚੁਟਕਲੇ ਸੁਣਾਉਣੇ ਪੈਂਦੇ ਸੀ ਬੱਚਿਆਂ ਨੂੰ ਐਕਟਿਵ ਕਰਨ ਲਈ, ਅਤੇ ਮੈਨੂੰ ਨਹੀਂ ਲੱਗਦਾ ਇੱਥੇ ਵੀ ਸੁਣਾਉਣੇ ਪੈਣਗੇ। ਤਾਂ ਆਪਾਂ ਗੁਰਮਤਿ ਦੀਆਂ ਔਰ ਗੁਰਬਾਣੀ ਦੀਆਂ ਗੱਲਾਂ ਕਰਨੀਆਂ। ਜਿੰਨੇ ਆਪਾਂ ਜੁੜ ਬੈਠੇ ਹਾਂ ਉਹ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਫਤਿਹ ਵਿੱਚ ਹਾਜ਼ਰੀ ਭਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆਪਾਂ ਇਸ ਹਫ਼ਤੇ ਦੇ ਵਿੱਚ ਮਨਾ ਰਹੇ ਹਾਂ। ਔਰ ਸਤਿਗੁਰਾਂ ਨੇ ਰਹਿਮਤ ਕੀਤੀ ਵੀ ਪਿਛਲੇ ਕੁਝ ਸਮੇਂ ਤੋਂ, ਔਰ ਨਾਲ ਕਿਰਨਦੀਪ ਕੌਰ ਵੀ ਨੇ, ਸਿੰਘਣੀ ਨੇ, ਜਿਨ੍ਹਾਂ ਬਾਰੇ ਬਾਪੂ ਜੀ ਜ਼ਿਕਰ ਕਰ ਰਹੇ ਸੀ। ਫਿਰ ਅਸੀਂ ਰਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਲੜੀਵਾਰ ਕਥਾ ਸ਼ੁਰੂ ਕੀਤੀ ਹੈ। ਹੁਣ ਜਪਜੀ ਸਾਹਿਬ ਦੀਆਂ ਤਕਰੀਬਨ 27 ਪੌੜੀਆਂ ਦੀ ਵਿਆਖਿਆ ਹੋ ਚੁੱਕੀ ਹੈ। ਤਾਂ ਜੇ ਜ਼ਿੰਦਗੀ ਰਹੀ ਤਾਂ ਸਤਿਗੁਰੂ ਰਹਿਮਤ ਕਰਨ ਆਪਾਂ ਚਾਹੁੰਦੇ ਹਾਂ ਵੀ ਉਹ ਸਾਰੀ ਜਿਹੜੀ ਲੜੀਵਾਰ ਵਿਚਾਰ ਕਰੀਏ। ਔਰ ਉਹਦੇ ਵਿੱਚ ਇੱਕ ਬਚਨਾਂ ਦੀ ਜਿਹੜੀ ਵਿਚਾਰ ਕਰ ਰਹੇ ਸੀ, ਉੱਥੋਂ ਮੈਂ ਵਿਚਾਰ ਸ਼ੁਰੂ ਕਰਨੀ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਇਹ ਸਮਝ ਲਈਏ ਵੀ ਅਸੀਂ ਜਿਨ੍ਹਾਂ ਨੇ ਗਾਤਰੇ ਪਾਏ ਆ, ਜਿਨ੍ਹਾਂ ਨੇ ਸਿਰ 'ਤੇ ਦਮਾਲੇ ਬੰਨੇ ਆ, ਕੇਸ ਰੱਖੇ ਆ, ਗੁਰੂ ਵਾਲੇ ਬਣੇ ਆ, ਸਾਡੀ ਜ਼ਿੰਮੇਵਾਰੀ ਆਮ ਸਮਾਜ ਤੋਂ ਕਿਤੇ ਗੁਣਾ ਵੱਧ ਕੇ ਹੋ ਜਾਂਦੀ ਹੈ। ਜਸਟ ਆਪਾਂ ਐਗਜ਼ਾਮਪਲ ਲੈ ਲਈਏ ਵੀ ਇੱਕ ਬੱਚਾ ਗਲਤੀ ਕਰੇ। ਮੈਨੂੰ ਯਾਦ ਆ ਮੈਂ LPU ਦੇ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਪੜ੍ਹਿਆ, ਅਤੇ ਅਕਸਰ ਆਪਾਂ ਕਈ ਵਾਰੀ ਬੱਚਿਆਂ ਨੂੰ ਡਿੱਗਦੇ ਵੇਖਿਆ। ਅਤੇ ਜਦੋਂ ਬੱਚੇ ਡਿੱਗਦੇ ਆ ਉਦੋਂ ਬਹੁਤੀ ਵਾਰ ਹੱਸਿਆ ਨਹੀਂ ਜਾਂਦਾ। ਬੱਚੇ ਡਿੱਗ ਪੈਣ ਅਸੀਂ ਦੌੜ ਕੇ ਉਸ ਬੱਚੇ ਨੂੰ ਚੁੱਕਦੇ ਹਾਂ, ਇਸ ਤਰ੍ਹਾਂ ਹੀ ਕਰਦੇ ਹਾਂ ਨਾ। ਜਦੋਂ ਕੋਈ ਬੱਚਾ ਡਿੱਗ ਪਵੇ, ਤੁਹਾਡੇ ਸਾਹਮਣੇ ਨਿੱਕਾ ਜਿਹਾ ਬੱਚਾ ਹੈ, ਉਹ ਡਿੱਗ ਪਵੇ, ਕੀ ਕਰਦੇ ਹਾਂ ਆਪਾਂ ਸਾਰੇ? ਚੱਕਦੇ ਹਾਂ ਨਾ ਉਹਨੂੰ, ਵੀ ਸੱਟ ਤਾਂ ਨਹੀਂ ਲੱਗ ਗਈ ਕਿਤੇ, ਉਹਦੇ ਨਾਲ ਸਿੰਪਥੀ ਜਤਾਉਂਦੇ ਆ। ਇਸੇ ਤਰ੍ਹਾਂ ਮੈਂ ਵੇਖ ਰਿਹਾ ਸੀ LPU ਦੇ ਵਿੱਚ, ਮੈਂ ਕਲਾਸ ਦੇ ਵਿੱਚ ਬੈਠਾ ਹਾਂ ਅਤੇ ਜਿਹੜਾ ਸਾਡੇ ਪ੍ਰੋਫੈਸਰ ਨੇ ਉਹ ਲੈਕਚਰ ਦੇ ਰਹੇ ਆ, ਅਤੇ ਮਤਲਬ ਜਿੱਥੇ ਖੜ੍ਹ ਕੇ ਉਹ ਲੈਕਚਰ ਦੇ ਰਹੇ ਉਹ ਥਾਂ ਥੋੜ੍ਹੀ ਜਿਹੀ ਉੱਚੀ ਸੀ, ਜਿਵੇਂ ਸਟੇਜ ਟਾਈਪ ਬਣੀ ਹੋਈ ਸੀ। ਅਤੇ ਉਹ ਸਟੇਜ 'ਤੇ ਤੁਰਦੇ ਆਏ, ਉਹਨਾਂ ਦਾ ਧਿਆਨ ਨਾ ਰਿਹਾ ਵੀ ਅੱਗੇ ਥੱਲੇ ਆ ਜਗ੍ਹਾ। ਅਤੇ ਜਦੋਂ ਉਹਨਾਂ ਦਾ ਪੈਰ ਥੱਲੇ ਆਇਆ ਤਾਂ ਥੋੜ੍ਹੇ ਲੜਖੜਾ ਗਏ, ਮਤਲਬ ਐਂ ਲੱਗਾ ਵੀ ਜਿਵੇਂ ਡਿੱਗ ਪੈਣ ਲੱਗੇ ਆ। ਸੰਭਾਲ ਲਿਆ ਉਹਨਾਂ ਨੇ ਆਪਣੇ ਆਪ ਨੂੰ। ਪਰ ਉਸ ਵਕਤ ਕੀ ਹੋਇਆ ਵੀ ਕਲਾਸ ਦੇ ਸਾਰੇ ਬੱਚੇ ਹੱਸਦੇ ਆ, ਹੱਸਣ ਲੱਗ ਗਏ। ਹੱਸਣਾ ਚਾਹੀਦਾ ਨਹੀਂ, ਪਰ ਉਹ ਹੱਸਣ ਲੱਗ ਗਏ। ਅਤੇ ਮੇਰੇ ਮਨ ਦੇ ਵਿੱਚ ਉਦੋਂ ਇੱਕ ਫੁਰਨਾ ਆਇਆ ਸੀ ਵੀ ਵੈਸੇ ਹੱਸਣਾ ਤਾਂ ਨਹੀਂ ਚਾਹੀਦਾ, ਪਰ ਇੱਥੋਂ ਇੱਕ ਸਿੱਖਿਆ ਜ਼ਰੂਰ ਮਿਲਦੀ ਆ ਕਿ ਇੱਕ ਨਿੱਕਾ ਬੱਚਾ ਜਦੋਂ ਡਿੱਗਦਾ ਹੈ ਉਹਨੂੰ ਚੱਕਿਆ ਜਾਂਦਾ, ਉਹਦੇ 'ਤੇ ਸਿੰਪਥੀ ਕੀਤੀ ਜਾਂਦੀ ਆ। ਪਰ ਜਦੋਂ ਕੋਈ ਵੱਡਾ ਮਨੁੱਖ ਵੀ ਡਿੱਗ ਪਵੇ ਉਹਦੇ 'ਤੇ ਲੋਕ ਹੱਸਦੇ ਹੀ ਹੁੰਦੇ ਆ। ਅਸੀਂ ਆਮ ਮਨੁੱਖ ਗਲਤੀਆਂ ਕਰ ਲੈਣ ਵੱਖਰੀ ਗੱਲ ਹੈ, ਤਰਸ ਕਰਦੇ ਨੇ ਬਹੁਤ ਵੀ ਚਲੋ ਵਿਚਾਰੇ ਨੂੰ ਪਤਾ ਨਹੀਂ। ਆਮ ਲੋਕ ਅਧਿਆਤਮਿਕ ਤੌਰ 'ਤੇ, ਆਤਮਿਕ ਤੌਰ 'ਤੇ ਡਿੱਗ ਪਵੇ ਵੱਖਰੀ ਗੱਲ ਹੈ, ਪਰ ਇੱਕ ਦਮਾਲਿਆਂ ਵਾਲਾ ਵੀ ਡਿੱਗ ਪਵੇ, ਇਹ ਗੱਲ ਬਰਦਾਸ਼ਤ ਕਰਨ ਵਾਲੀ ਨਹੀਂ ਹੈ। ਇੱਕ ਆਮ ਮਨੁੱਖ ਲੜਾਈਆਂ ਝਗੜੇ ਕਰਦਾ ਹੋਵੇ, ਉਹਦੀ ਆਪਣੀ ਬੋਲੀ 'ਤੇ ਸੰਜਮ ਨਾ ਹੋਵੇ, ਵੱਖਰੀ ਗੱਲ ਹੈ। ਆਮ ਮਨੁੱਖ ਗੰਦੇ ਗੀਤਾਂ 'ਤੇ ਨੱਚਦਾ ਹੋਵੇ, ਗੰਦੇ ਗੀਤ ਗਾਉਂਦਾ ਹੋਵੇ, ਸੁਣਦਾ ਹੋਵੇ, ਐਵੇਂ ਦੇ ਕੰਮ ਇੱਕ ਆਮ ਮਨੁੱਖ ਕਰਦਾ ਹੋਵੇ, ਵੱਖਰੀ ਗੱਲ ਹੈ, ਤਰਸ ਕੀਤਾ ਜਾ ਸਕਦਾ ਹੈ। ਪਰ ਜਦੋਂ ਗਾਤਰਿਆਂ ਵਾਲੇ, ਦਮਾਲਿਆਂ ਵਾਲੇ ਅਤੇ ਇੱਥੋਂ ਤੱਕ ਸੰਗੀਤ ਸਿੱਖ ਕੇ ਅੱਗੇ ਪ੍ਰਚਾਰਨ ਵਾਲੇ ਇਹ ਵੀ ਆਹ ਕੁਝ ਕਰਨਗੇ ਨਾ, ਅਤੇ ਸਮਾਜ ਨੇ ਫਿਰ ਹੱਸਣਾ ਹੀ ਹੈ, ਅਸੀਂ ਮਜ਼ਾਕ ਦੇ ਪਾਤਰ ਬਣਾਂਗੇ। ਇਸ ਕਰਕੇ ਇੰਝ ਮਹਿਸੂਸ ਕਰੋ ਵੀ ਹੁਣ ਅਸੀਂ ਉਸ ਸਟੇਜ 'ਤੇ ਨਹੀਂ ਹੈਗੇ ਕਿ ਆਮ ਮਨੁੱਖ ਡਿੱਗ ਪਿਆ ਅਤੇ ਕੋਈ ਆ ਕੇ ਚੱਕ ਲੂ। ਨਹੀਂ, ਹੁਣ ਦੁਨੀਆ ਸਾਨੂੰ ਵੇਖਦੀ ਪਈ ਆ, ਪੂਰੀ ਦੁਨੀਆ ਦੀ ਨਜ਼ਰ ਆ ਸਾਡੇ ਇਹਨਾਂ ਦਮਾਲਿਆਂ 'ਤੇ। ਕਿਉਂਕਿ ਸਾਡੇ ਜਿਹੜੇ ਸਿੰਘਾਂ ਨੇ ਇੱਕ ਉਮੀਦ ਜਗਾਈ ਔਰ ਉਮੀਦਾਂ 'ਤੇ ਖਰੇ ਵੀ ਉਤਰੇ। ਅਸੀਂ
इस बाणे की, इस दस्तार की, इस पेशे की पहचान ही इहो जी दिती है कि वह कसवट्टी बन गई है भी कि तू भी उहदे वर्गा हैगा है। भाई तारू सिंह वर्गे कसवट्टी बन गए है। जे असी गलतियां करांगे उन्हें वेखना तू भाई तारू सिंह वर्गा क्यों नहीं हैगा, तू माता भाग कौर वर्गी क्यों नहीं हैगे, तुसी असी माता सुंदरी वर्गे क्यों नहीं हैगे, असी माता साहब कौर वर्गे क्यों नहीं हैगे। और एक कसवट्टी बन गई है। इस करके साडी जिम्मेवारी जिहड़ी आ ना वो किते गुना वध गई है। तो मैं अक्सर एक गल कहना हुन्ना है, एक आम मनुख गलती करता है ना, ਉਹਦਾ नाम कुछ भी होवे टिंकू छिंकू, आम मनुख गलती करता तो लोग की कहते हैं चल कोई नहीं, वो टिंकू ने गलती की, टिंकू शराब पींदा है, इंज कह देंगे है ना, रिंकू गालां कड्डदा है। वो जदों कुछ गलत करूगा ਉਹਦਾ अपना नाम लैके गल की जाती है, क्योंकि वो जिहड़ी तुसी देख लो भी समाज अगे एक छवि दे रहा, वो अपनी इंडिविजुअली दे रहा, बस ਉਹਦੀ जिम्मेवारी अपनी ही है। बस ਵੱਧ ਤੋਂ ਵੱਧ ਉਹਦੇ माता पिता की होएगी भी फलाणिਆਂ ਦਾ मुंडा है जी ਜਾਂ फलाणिਆਂ ਦੀ ਧੀ है, बस इत्थों तक। पर असी जिन्हां ने दमाले बन्ने आ, ਜਿਹੜੇ असी प्रचार करन तुरे आ, असी कीर्तन करते हैं, कथा करते हैं, गात्रे पाए ने, हुण जदों असी गलती करांगे तो किसी ने ये नहीं कहना कि फलानी कौर ने आ कुछ किया जां फलाणे सिंह ने आ कुछ किया। लोकी सानू इक्को ही नाम नाल जाणदे ने भी आ खालसे हुंदे ने, जे गलती कीती ते खालसे ने कीती है। हुण गलती साडी ते उंगल साडे गुरु दी पग ते उठेगी। इस करके साडी जिम्मेवारी जिहड़ी आ ना वो किते गुना वध जांदी आ। साडी जिम्मेवारी बहुत वड्डी है। हुण थोड़ा जिहा आपां इतिहास दे विच्चों आपां सांझ पावांगे, बोर नहीं होना आपां। इन्नी गल आपां समझ लिया भी जे आपां इस रस्ते ते चले आ ना, क्योंकि मैं हुण आपां इधर नूं मैं चाहुंदा भी उसे फील्ड दी ही गल करिए जिस फील्ड दे विच आपां विचरदे पए आ। जे असी गुरबाणी कीर्तन सिੱਖਦੇ आ ना, असी भी महाराज की कृपा दे नाल पिंड लद्दू वाले उताड़ साडा जिथे असी रहण वाले आ, पिछले 5 सालों तो बापू जी कीर्तन अकैडमी चलदी पई है। तुहाडे वांगू कई बच्चे बच्चियां सिੱਖਦੇ आ ते हुण वीर जी बैठे आ गुरकमलप्रीत सिंह, इन्हां दे उपराले सदका हुण जलालाबाद मतलब साडे पिंड तो 10-15 किलोमीटर दूर उत्थे भी फिर मतलब उससे अगली ब्रांच जिहड़ी खोली गई है तो अलग अलग थावां ते ब्रांच खोली जा रही है तो कीर्तन सिखाया जा रहा है। पर जिहड़ा भी बच्चा कीर्तन सीखण आउंदा है असी उन्हां नूं एक कंडीशन जरूर दिंने आ, एक सिक्ख्या जिहड़ी आ दृढ़ता दे नाल जरूर दिंने आ कि तुसी कीर्तन करन निकले हो। और ये ध्यान रखो भी जे महाराज ने तुहानूं रागां दी सोझी दित्ती आ, आवाज़ दित्ती आ ना, तो ये आवाज़ तुसी गुरु दी सिफत गाउण लई ही वरतनी है। आम तौर पर की हुंदा है, गुरमत विद्यालय तो असी कीर्तन सीख लिया तो बाद दे विच असी फिर पॉपूलैरिटी लैण वास्ते फिर होर पासे भी तुर पैंदे आ। गुरु नानक साहब बगदाद गए और बगदाद एक इस्लामिक इलाका सी, मुसलमानां दा इलाका सी ते मुसलमानां दी उन्हां दी शरह विच लिखिया है कि इस्लाम दे विच संगीत अलाउड नहीं हैगा। शायद तुहानूं पता होवे, वैसे आम तौर पर सब तो वध रोक संगीत दी मुसलमानां च लगी, पर सिरे दे सिंगर भी मुसलमानां च ही मिलदे आ, वक्खरी गल है। पर इस्लाम दी जिहड़ी शरह है, मर्यादा है, उहदे विच ये गल लिखी गई है भी मुसलमानां लई वास्ते संगीत दी मनाही है, संगीत नहीं गा सकते, आपां राग नहीं गा सकते। तो जिस स्टेट दे विच संगीत दी मनाही होवे, जिस इलाके जिस देश दे विच संगीत दी ही मनाही होवे, तो साडा बाबा उत्थे रबाब लैके तुरिया फिरदा है, भाई मरदाना जी नाल ने ते रबाब दे नाल जाके कीर्तन करते हैं। तो जदों कीर्तन करते हैं तो और ये भी आपां नूं पता होगा भी जदों भी इस्लामिक शरह की उलंघना की जाए, खास करके उन्हां दे इलाकिਆਂ 'ਚ उन्हां दे एक बड़ी वड्डी सज़ा दित्ती जाती, एक आ भी सज़ा दित्ती जाती है भी इन्हां नूं रोड़े मार के मार दिता जाए। जदों गुरु नानक साहब रबाब दे नाल कीर्तन करते हैं और उस देश दे विच जाके करते हैं जित्थों दा कानून ही ये है कि संगीत गाउणा ही नहीं, राग गाउणे ही नहीं, तो उत्थे जाके जदों वो कीर्तन करते पे लोग वट्टे चक के आ गए भी हुण इन्हां नूं रोड़े मारने असीं। तो वेखो कमाल की गल, बाबा जुगत बड़ी कमाल की वरतदे किसी नूं समझाउण वास्ते। सतगुरु जी बैठे कीर्तन करते हैं, लोकी रोड़े लैके आ गए, तो ये जिहड़ा समा सी ना, ये भी इस्लाम दी कानून दे मुताबक ये समा सी नमाज दा। लोकी वट्टे लैके आए तो वट्टे मारन लगे, तो गुरु साहब बोल के कहन लगे कसूर साडा की दसो भी क्यों वट्टे मारन लगे जे, कसूर की है? तो कहन लगे भी तुहाडा कसूर ये आ भी तुसीं साडे इलाके विच साडे कानून की उलंघना करते पे हो।
ਗੁਰੂ ਸਾਹਿਬ ਕਹਿੰਦੇ ਕੀ ਆ ਕਾਨੂੰਨ ਤੁਹਾਡਾ? ਕਹਿੰਦੇ ਸਾਡੀ ਇਸਲਾਮਿਕ ਸ਼ਰ੍ਹਾ ਦੇ ਵਿੱਚ ਲਿਖਿਆ ਸੰਗੀਤ ਦੀ ਮਨਾਹੀ, ਸੰਗੀਤ ਨਹੀਂ ਗਾਉਣਾ। ਤੇ ਗੁਰੂ ਸਾਹਿਬ ਨੇ ਉੱਥੇ ਭਾਈ ਗੁਰਦਾਸ ਕਹਿੰਦੇ ਉੱਚੀ ਬਾਂਗ ਦਿੱਤੀ ਤੇ ਉਹਨਾਂ ਨੂੰ ਇਹ ਸੰਦੇਸ਼ ਦਿੱਤਾ ਵੀ ਜੇ ਸ਼ਰ੍ਹਾ ਇਹ ਕਹਿੰਦੀ ਆ ਵੀ ਰਾਗ ਨਹੀਂ ਗਾਉਣਾ ਤੇ ਤੁਹਾਡੀ ਸ਼ਰ੍ਹਾ ਤਾਂ ਇਹ ਵੀ ਕਹਿ ਰਹੀ ਆ ਵੀ ਇਸ ਵਕਤ ਤੁਹਾਨੂੰ ਨਮਾਜ਼ ਪੜ੍ਹਦੇ ਹੋਣਾ ਚਾਹੀਦਾ ਸੀ, ਤੁਸੀਂ ਰੋੜੇ ਲੈ ਕੇ ਇੱਥੇ ਕਿਉਂ ਫਿਰਦੇ ਪਏ ਜੇ। ਹੁਣ ਉਹਨਾਂ ਦੀ ਬੋਲਤੀ ਬੰਦ ਹੋ ਗਈ, ਹੱਥੋਂ ਰੋੜੇ ਛੁੱਟ ਗਏ। ਪਹਿਲਾਂ ਤਾਂ ਹੱਥੋਂ ਰੋੜੇ ਛਡਾਏ ਗੁਰੂ ਸਾਹਿਬ ਨੇ, ਫਿਰ ਅਗਲਾ ਸੰਦੇਸ਼ ਦਿੱਤਾ। ਹੁਣ ਜਦੋਂ ਲੋਕ ਝੁਕ ਗਏ, ਫਿਰ ਇੱਥੋਂ ਦਾ ਇੱਕ ਪੀਰ, ਜਿਹਨੂੰ ਪੀਰ ਦਸਤਗੀਰ ਆਖਿਆ, ਉਹ ਪੀਰ ਦਸਤਗੀਰ ਆਇਆ ਤੇ ਉਹਦੇ ਨਾਲ ਫਿਰ ਗੁਰੂ ਸਾਹਿਬ ਜੀ ਦੀ ਵਿਚਾਰ ਗੋਸ਼ਟੀ ਹੁੰਦੀ ਆ। ਤੇ ਉਹਨੇ ਇਹ ਸਵਾਲ ਕੀਤਾ ਵੀ ਸਾਡੇ ਕਾਨੂੰਨ ਵਿੱਚ ਸੰਗੀਤ ਦੀ ਮਨਾਹੀ ਆ ਤੇ ਤੁਸੀਂ ਧਾਰਮਿਕ ਦੁਨੀਆ ਵਿੱਚ ਤੁਰੇ ਹੋ ਤੇ ਤੁਸੀਂ ਰੱਬ ਦੀ ਸਿਫਤ ਗਾਉਂਦੇ ਪਏ ਹੋ, ਉਹ ਵੀ ਰਾਗਾਂ ਦੇ ਵਿੱਚ। ਇਹ ਤਾਂ ਬੜਾ ਵੱਡਾ ਗੁਨਾਹ ਹੈ। ਤੇ ਗੁਰੂ ਸਾਹਿਬ ਕਹਿੰਦੇ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਰਾਗਾਂ ਦੀ ਮਨਾਹੀ ਕਰਦੇ ਕਿਉਂ ਜੇ, ਸੰਗੀਤ ਦੀ ਮਨਾਹੀ ਕਿਉਂ ਹੈ? ਤੇ ਉਹ ਕਹਿੰਦੇ ਵੀ ਸੰਗੀਤ ਦੀ ਮਨਾਹੀ ਇਸ ਕਰਕੇ ਹੈ ਕਿਉਂਕਿ ਇਹ ਉਹੀ ਸੰਗੀਤ ਹੈ ਨਾ ਜਿਹਦੀ ਵਰਤੋਂ ਕਰਕੇ ਵੇਸ਼ਵਾਵਾਂ ਕੋਠਿਆਂ 'ਚ ਨੱਚਦੀਆਂ। ਇਹ ਉਹੀ ਸੰਗੀਤ ਆ ਨਾ ਜਿਹਦੇ ਵਿੱਚ ਲੱਚਰਤਾ ਗਾਈ ਜਾਂਦੀ ਹੈ। ਇਹ ਉਹੀ ਸੰਗੀਤ ਹੈ ਜਿਹਦੇ ਵਿੱਚ ਕਿੰਨਾ ਗਲਤ ਮੈਸੇਜ ਸਮਾਜ ਨੂੰ ਦਿੱਤਾ ਜਾਂਦਾ ਹੈ। ਕਿਤੇ ਵੀ ਕੋਈ ਗਲਤ ਕੰਮ ਹੋਣਾ ਹੋਵੇ ਨਾ, ਇਸੇ ਸੰਗੀਤ ਦੀ ਵਰਤੋਂ ਕਰਕੇ ਲੋਕ ਨੱਚਦੇ ਟੱਪਦੇ ਆ। ਤੇ ਜਿਹੜਾ ਸੰਗੀਤ, ਜਿਹੜੇ ਰਾਗ ਕੁਛ ਗਲਤ ਮੈਸੇਜ ਦੇਣ ਲਈ ਵਰਤਿਆ ਜਾਂਦਾ ਹੈ, ਉਸੇ ਰਾਗ ਦੇ ਵਿੱਚ ਰੱਬ ਦੀ ਸਿਫਤ ਅਸੀਂ ਕਿਵੇਂ ਕਰ ਸਕਦੇ ਹਾਂ? ਤੇ ਉੱਥੇ ਗੁਰੂ ਨਾਨਕ ਸਾਹਿਬ ਨੇ ਇੱਕ ਜਵਾਬ ਦਿੱਤਾ। ਮਹਾਰਾਜ ਕਹਿੰਦੇ ਇੱਕ ਗੱਲ ਦੱਸੋ, ਤੁਹਾਡੇ ਕੋਲ ਕੀਮਤੀ ਹੀਰਾ ਹੋਵੇ ਪਰ ਵਲੇਟਿਆ ਉਹ ਪਾਟੇ ਕੱਪੜੇ ਤੇ ਮੈਲੇ ਕੱਪੜੇ 'ਚ ਹੋਵੇ, ਕੀ ਕਰੋਗੇ? ਕੱਪੜਾ ਮੈਲਾ ਹੈ ਪਰ ਉਹਦੇ ਅੰਦਰ ਜਿਹੜਾ ਹੀਰਾ ਹੈ ਉਹ ਬੜਾ ਕੀਮਤੀ ਹੈ, ਸਿੱਟ ਦੋਗੇ ਤੁਸੀਂ? ਹੀਰਾ ਵੀ ਸਿੱਟ ਦੋਗੇ? ਉਹ ਕਹਿੰਦੇ ਨਹੀਂ, ਹੀਰਾ ਕਿਉਂ ਸਿੱਟਣਾ, ਹੀਰਾ ਤਾਂ ਸਾਂਭ ਕੇ ਰੱਖਾਂਗੇ ਨਾ, ਏਡੀ ਕੀਮਤੀ ਚੀਜ਼ ਹੈ। ਤੇ ਗੁਰੂ ਸਾਹਿਬ ਕਹਿੰਦੇ ਜੇ ਬਾਹਰਲੇ ਪਾਟੇ ਕੱਪੜੇ ਦੇ ਨਾਲ ਲਪੇਟਣ ਕਰਕੇ ਹੀਰੇ ਦੀ ਕੀਮਤ ਨਹੀਂ ਘਟ ਜਾਂਦੀ, ਰਾਗ ਵੀ ਹੀਰੇ ਦੀ ਤਰ੍ਹਾਂ ਕੀਮਤੀ ਹੈ। ਜੇ ਬਦਲਣਾ ਚਾਹੀਦਾ ਹੈ, ਜਿਵੇਂ ਪਾਟਾ ਕੱਪੜਾ ਬਦਲੋ, ਕੋਈ ਚੰਗਾ ਕੱਪੜਾ ਲਾ ਲਓ, ਇਸੇ ਤਰ੍ਹਾਂ ਤੁਸੀਂ ਜੇ ਕੁਝ ਬਦਲਣਾ ਹੈ ਤਾਂ ਸ਼ਬਦ ਬਦਲ ਲਓ। ਸੰਗੀਤ ਦੇ ਵਿੱਚ ਕੀ ਮਾੜਾ? ਇਸ ਕਰਕੇ ਜੇ ਕੁਝ ਬਦਲਣਾ ਹੈ ਤਾਂ ਸ਼ਬਦ ਬਦਲੋ। ਜੇ ਰਾਗ ਦੇ ਵਿੱਚ ਗਲਤ ਸ਼ਬਦਾਵਲੀ ਨਾਲ ਗੀਤ ਗਾਏ ਜਾਂਦੇ ਨੇ, ਉਸੇ ਰਾਗ ਦੇ ਨਾਲ ਤੁਸੀਂ ਰੱਬ ਦੀ ਸਿਫਤ ਕਰੋ। ਜੇ ਗੰਦੇ ਗੀਤ ਗਾਉਣ ਦੇ ਨਾਲ ਸਮਾਜ ਵਿਗੜ ਜਾਂਦਾ ਹੈ ਤੇ ਚੰਗੇ ਸ਼ਬਦ ਗਾਉਣ ਦੇ ਨਾਲ ਸੁਧਰ ਵੀ ਜਾਵੇਗਾ ਫਿਰ। ਤੇ ਆਹ ਕੰਮ ਹੈ ਸਾਡਾ। ਅਸੀਂ ਕੀ ਮਕਸਦ ਲੈ ਕੇ ਨਿਕਲੇ ਹਾਂ? ਅਸੀਂ ਉਹ ਗੁਰੂ ਸਾਹਿਬ ਦੇ ਬਖਸ਼ੇ ਹੋਏ ਰਾਗਾਂ ਦੇ ਨਾਲ ਸਾਡੇ ਗੁਰਾਂ ਦੀ ਬਾਣੀ ਨੂੰ ਗਾਉਣਾ ਹੈ। ਤੇ ਪੁੱਛਿਆ ਸੀ ਪੀਰ ਦਸਤਗੀਰ ਨੇ ਵੀ ਰਾਗ ਕਰਦਾ ਕੀ, ਫਿਰ ਫਾਇਦਾ ਕੀ ਹੈ, ਛੱਡਣਾ ਕਿਉਂ ਨਹੀਂ, ਰਾਗ ਵਰਤਣਾ ਹੀ ਕਿਉਂ, ਰੱਬ ਦੀ ਸਿਫਤ ਵੈਸੇ ਕਰ ਲਓ, ਰਾਗ ਦੇ ਨਾਲ ਹੀ ਕਿਉਂ ਸਿਫਤ ਕਰਨੀ ਹੈ? ਤੇ ਉੱਥੇ ਗੁਰੂ ਸਾਹਿਬ ਨੇ ਗੱਲ ਕਹੀ ਸੀ, ਕਹਿੰਦੇ ਰਾਗ ਕੀ ਕਰਦਾ ਹੈ? ਰਾਗ ਇੱਕ ਅੱਗ ਦੀ ਤਰ੍ਹਾਂ ਹੈ, ਜਿਹੜੀ ਅੱਗ ਇੱਕ ਲੋਹੇ ਨੂੰ ਪਿਘਲਾ ਦਿੰਦੀ ਹੈ। ਉਂਝ ਤੁਸੀਂ ਵੇਖੋ ਲੋਹਾ, ਉਹਨੂੰ ਕੋਈ ਸ਼ੇਪ ਦੇਣੀ ਚਾਹੋ, ਆਪਾਂ ਕੋਈ ਵੀ ਲੋਹੇ ਦੇ ਜਾਂ ਕੋਈ ਮੈਟਲ ਦੀ ਚੀਜ਼ ਵੇਖ ਲਵੋ, ਉਹਨੂੰ ਇੱਕ ਸ਼ੇਪ ਦੇਣੀ ਹੁੰਦੀ ਆ। ਆਪਾਂ ਕੌਲੀ ਦੀ ਸ਼ੇਪ ਵੇਖ ਲੈਂਦੇ ਹਾਂ, ਬਾਟਿਆਂ ਦੀ ਸ਼ੇਪ ਵੇਖ ਲੈਂਦੇ ਹਾਂ। ਉਹ ਸ਼ੇਪ ਕਿਵੇਂ ਦਿੱਤੀ ਜਾਂਦੀ ਆ? ਲੋਹੇ ਦੇ ਭਾਂਡੇ ਬਣਦੇ ਆ, ਉਹ ਸ਼ੇਪ ਕਿਵੇਂ ਦਿੱਤੀ ਜਾਂਦੀ ਆ? ਸੋਨੇ ਦੇ ਕਈ ਗਹਿਣੇ ਬਣਦੇ ਆ, ਉਹ ਸ਼ੇਪ ਕਿਵੇਂ ਦਿੱਤੀ ਜਾਂਦੀ ਆ? ਪਹਿਲਾਂ ਅੱਗ ਦੇ ਨਾਲ ਉਹਨਾਂ ਨੂੰ ਮੈਲਟ ਕੀਤਾ ਜਾਂਦਾ ਹੈ। ਪਤਾ ਨਾ ਆਪਾਂ ਨੂੰ ਅੱਗ ਦਾ ਕੰਮ ਕੀ ਹੈ? ਬਸ ਮੈਲਟ ਕਰਨਾ, ਇੰਨਾ ਹੀ ਕੰਮ ਹੈ ਅੱਗ ਦਾ, ਕਿ ਉਹਨੂੰ ਮੈਲਟ ਕਰਨਾ ਹੈ, ਉਹਨੂੰ ਪਿਘਲਾਉਣਾ ਹੈ। ਤੇ ਜਦੋਂ ਉਹ ਪਿਘਲ ਜਾਵੇ ਮੈਟਲ, ਫਿਰ ਉਹਨੂੰ ਜਿਹੜੀ ਮਰਜ਼ੀ ਸ਼ੇਪ ਦੇ ਦੇਵੋ। ਬਸ ਇੰਨਾ ਹੈ ਵੀ ਚੰਗੀ ਸ਼ੇਪ ਦੇ ਦੇਵੋਗੇ ਤਾਂ ਉਹਨੇ ਕਿਸੇ ਸੋਹਣੇ ਕੰਮ ਆ ਜਾਣਾ, ਬੜੀ ਸੋਹਣੀ ਕੀਮਤ ਪੈ ਜਾਵੇਗੀ। ਤੇ ਜੇ ਉਹਨੂੰ ਸ਼ੇਪ ਚੰਗੀ ਨਹੀਂ ਦਿੱਤੀ, ਐਵੇਂ ਦਬੜੂ ਕੁਸੜੂ ਦੇ ਦਿੱਤੀ, ਤੇ ਉਹਦਾ ਕੋਈ ਮੁੱਲ ਨਹੀਂ ਪੈਣਾ। ਇਸੇ ਤਰ੍ਹਾਂ ਰਾਗ ਨੇ ਕੀ ਕਰਨਾ ਹੈ? ਇਹਨੇ ਲੋਹੇ ਵਰਗੇ ਮਨ ਨੂੰ ਪਿਘਲਾ ਦੇਣਾ। ਤੁਸੀਂ ਵੇਖੋ, ਵੈਸੇ ਕੋਈ ਗੱਲ ਕਰੀਏ ਮਨ 'ਤੇ ਉਹਨਾਂ ਅਸਰ ਨਹੀਂ ਕਰਦਾ, ਪਰ ਕਈ ਵਾਰੀ ਇੱਕ ਬੈਰਾਗਮਈ ਰਾਗ ਦੇ ਵਿੱਚ ਕੋਈ ਕੀਰਤਨ ਚੱਲ ਰਿਹਾ ਹੋਵੇ, ਕਹਿ ਦਿੰਦੇ ਵੀ ਮੇਰਾ ਦਿਲ ਟੁੰਬਿਆ ਗਿਆ, ਕਹਿ ਦਿੰਦੇ ਆ ਨਾ। ਤਾਂ ਰਾਗ ਕੀ ਕਰਦਾ ਹੈ? ਸਾਡੇ ਮਨ ਨੂੰ ਪਿਘਲਾ ਦਿੰਦਾ ਹੈ, ਸਾਡੇ ਮਨ ਨੂੰ ਮੈਲਟ ਕਰ ਦਿੰਦਾ ਹੈ। ਤੇ ਅਗਲਾ ਕੰਮ ਸ਼ਬਦ ਦਾ ਹੁੰਦਾ ਹੈ। ਜੇ ਰਾਗ ਦੇ ਨਾਲ ਗਲਤ ਸ਼ਬਦਾਵਲੀ ਹੈ ਤੇ ਉਸ ਗਲਤ ਸ਼ਬਦਾਵਲੀ ਨੇ ਇਸ ਮਨ ਦੀ, ਪਿਘਲੇ ਹੋਏ ਮਨ ਦੀ ਸ਼ੇਪ ਗਲਤ ਦੇ ਦੇਣੀ ਆ। ਤੇ ਗਲਤ ਸ਼ੇਪ ਹੋ ਗਈ, ਇਹਦੀ ਕੋਈ ਵੈਲਿਊ ਨਹੀਂ ਪੈਣੀ ਹੈ, ਸਗੋਂ ਰੁਲ ਜਾਏਗਾ। ਇਸੇ ਤਰ੍ਹਾਂ ਜੇ ਰਾਗ ਦੇ ਨਾਲ ਵਰਤੋਂ ਕਰਕੇ ਇੱਕ ਚੰਗੀ ਸ਼ਬਦਾਵਲੀ ਦੇ ਦਿੱਤੀ, ਉਸੇ ਰਾਗ ਨਾਲ ਰੱਬ ਦੀ ਸਿਫਤ ਕੀਤੀ ਗਈ, ਤੇ ਇਹ ਮਨ ਘੜਿਆ ਜਾਵੇਗਾ। ਤਾਂ ਹੀ ਮਹਾਰਾਜ ਨੇ ਕਿਹਾ ਨਾ, ਘੜੀਐ ਸੁਰਤ ਮਤ ਮਨ ਬੁੱਧ। ਤੇ ਉਹ ਘੜਿਆ ਕਿਵੇਂ ਜਾਏਗਾ? ਪਹਿਲਾਂ ਉਹਨੂੰ ਮੈਲਟ ਕਰਨਾ ਪਊਗਾ। ਮੈਲਟ ਰਾਗ ਦੇ ਨਾਲ ਕੀਤਾ ਜਾਂਦਾ ਹੈ ਤੇ ਸ਼ਬਦ ਦੇ ਨਾਲ ਫਿਰ ਉਹਨੂੰ ਇੱਕ ਸ਼ੇਪ ਦੇ ਦਈਦੀ ਆ, ਜਿਹਨੂੰ ਮਹਾਰਾਜ ਨੇ ਘੜਨ ਦੀ ਗੱਲ ਕੀਤੀ ਹੈ। ਆਹ ਕੰਮ ਅਸੀਂ ਕਰਨਾ ਹੈ ਕਿ ਅਸੀਂ ਮਨ ਬਦਲਨੇ ਆ, ਆਪਣਾ ਵੀ ਬਦਲਣਾ ਹੈ ਔਰ
ਦੁਨੀਆ ਦੇ ਵਿੱਚ ਵੀ, ਕਿਉਂਕਿ ਸਾਡਾ ਮਕਸਦ ਜਦੋਂ ਅਸੀਂ ਇਸ ਫੀਲਡ 'ਚ ਆ ਹੀ ਗਏ ਹਾਂ ਤੇ ਸਾਡਾ ਮਕਸਦ ਜਿਹੜਾ ਹੈ ਉਹ ਕੇਵਲ ਤੇ ਕੇਵਲ ਆਪ ਗੁਰਬਾਣੀ ਪੜ੍ਹਨਾ ਹੀ ਨਹੀਂ ਹੈ, ਆਪ ਦ੍ਰਿੜ ਹੈ, ਆਪ ਮਹਾਰਾਜ ਨੇ ਕਹਿਣਾ ਵੀ ਆਪ ਦ੍ਰਿੜ ਕਰੋ ਤੇ ਅਵਰਹ ਨਾਮ ਜਪਾਵੈ, ਤੇ ਹੋਰਾਂ ਨੂੰ ਜਪਾਉਣਾ। ਇਹ ਮਕਸਦ ਹੈ ਸਾਡਾ। ਹੁਣ ਕੇਵਲ ਆਪ ਨਹੀਂ ਜਪਣਾ, ਨਿਤਨੇਮ ਆਪ ਹੀ ਨਹੀਂ ਕਰਨਾ, ਹੋਰਾਂ ਨੂੰ ਵੀ ਕਰਨ ਲਾਉਣਾ ਹੈ। ਸਿਮਰਨ ਆਪ ਹੀ ਨਹੀਂ ਕਰਨਾ, ਹੋਰਾਂ ਨੂੰ ਵੀ ਕਰਨ ਲਾਉਣਾ ਹੈ। ਕੀਰਤਨ ਆਪ ਹੀ ਨਹੀਂ ਕਰਨਾ, ਹੋਰਾਂ ਨੂੰ ਵੀ ਗਾਉਣ ਲਾਉਣਾ ਹੈ। ਠੀਕ ਹੈ, ਕਿਸੇ ਨੂੰ ਆਵਾਜ਼ਾਂ ਨਹੀਂ ਵਜਾਉਣਾ ਆਉਂਦਾ ਹੋਵੇਗਾ, ਸਾਡੇ ਪਿੱਛੇ ਪਿੱਛੇ ਤਾਂ ਗਾ ਹੀ ਸਕਦਾ ਹੈ ਨਾ। ਇਹ ਕੰਮ ਹੈ ਸਾਡਾ, ਇਹ ਜ਼ਿੰਮੇਵਾਰੀ ਸਮਝਿਓ ਆਪਣੀ। ਅਤੇ ਇੱਕ ਹੁਣ ਥੋੜ੍ਹਾ ਜਿਹਾ ਆਪਾਂ ਗੁਰਬਾਣੀ ਵਾਲੇ ਪਾਸੇ ਆਈਏ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਅਤੇ ਇਹ ਹਮੇਸ਼ਾ ਇੱਕ ਗੱਲ ਧਿਆਨ ਰੱਖਣੀ ਹੈ ਵੀ ਪ੍ਰਭਾਵ ਕੀਰਤਨ ਦਾ, ਕਿਉਂਕਿ ਅਕਸਰ ਅਸੀਂ ਬੱਚਿਆਂ ਨਾਲ ਗੱਲ ਕਰਦੇ ਹੁੰਦੇ ਹਾਂ, ਜੇ ਸਾਡਾ ਆਪਣਾ ਜੀਵਨ ਨਹੀਂ ਹੋਏਗਾ ਨਾ, ਇਸੇ ਕਰਕੇ ਫੋਕਸ ਸਭ ਤੋਂ ਪਹਿਲਾਂ ਇਹ ਕਰਨਾ ਤੁਹਾਡਾ ਆਪਣਾ ਜੀਵਨ ਹੋਵੇ। ਜੇ ਅਸੀਂ ਆਪ ਨਿਤਨੇਮ ਨਹੀਂ ਕਰਾਂਗੇ, ਖੁਦ ਨਿਤਨੇਮ ਨਹੀਂ ਕਰਦੇ, ਤੇ ਕਿਸੇ ਨੂੰ ਨਿਤਨੇਮ ਕਰਨ ਕਿਵੇਂ ਲਾਵਾਂਗੇ? ਬੁਝਿਆ ਦੀਵਾ ਚਾਨਣ ਕਿਵੇਂ ਕਰ ਸਕਦਾ ਹੈ? ਜਿਹੜਾ ਫੁੱਲ ਹੀ ਮੁਰਝਾ ਗਿਆ ਉਹ ਸੁਗੰਧੀ ਕਿਵੇਂ ਵੰਡ ਸਕਦਾ? ਮੁਰਝਾਏ ਹੋਏ ਫੁੱਲ ਕਦੀ ਸੁਗੰਧੀਆਂ ਨਹੀਂ ਵੰਡਦੇ, ਬੁਝੇ ਹੋਏ ਬਲਬ ਕਦੀ ਚਾਨਣ ਨਹੀਂ ਕਰ ਸਕਦੇ, ਅਤੇ ਬੁਝੇ ਹੋਏ ਜੀਵਨ ਵੀ ਕਦੀ ਖੁਸ਼ਬੂ ਨਹੀਂ ਵੰਡ ਸਕਦੇ। ਇਸ ਕਰਕੇ ਜੀਵਨ ਆਪ ਬਣਾਉਣਾ ਪੈਣਾ ਹੈ। ਆਪਣੇ ਜੀਵਨ ਵਿੱਚ ਨਿਤਨੇਮ ਹੈ, ਅਹਿਸਾਸ ਕਰਨਾ ਅਸੀਂ, ਅਤੇ ਜੇ ਨਿਤਨੇਮ ਹੈ ਫਿਰ ਉਹਨੂੰ ਮੰਨਦੇ ਵੀ ਹਾਂ ਕਿ ਨਹੀਂ ਮੰਨਦੇ। ਜਪਜੀ ਸਾਹਿਬ ਦੀ ਵਿਚਾਰ ਕਰਦੇ ਹਾਂ ਅਤੇ ਪੌੜੀ ਆਉਂਦੀ ਹੈ ਨਾ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਤੋਂ ਪਹਿਨਾਵੇ ਕੇ ਰੰਗ। ਇਹ ਸਰੀਰ ਦਾ ਸੁਭਾਅ ਹੈ ਵੀ ਇਹਨੇ ਮੈਲਾ ਹੋਣਾ ਹੈ। ਤੁਸੀਂ ਵੇਖ ਲਓ, ਕਿਤੇ ਵੀ ਤੁਸੀਂ ਬਾਹਰ ਨਾ ਵੀ ਜਾਓ, ਬੰਦ ਕਮਰੇ, ਇੱਥੇ ਏਸੀ ਵਾਲੇ ਕਮਰੇ 'ਚ ਬੈਠੇ ਰਹੋ, ਅਤੇ ਕਦੀ ਤੁਸੀਂ ਕਿਹਾ ਵੀ ਮੈਂ ਤਾਂ ਕਮਰੇ 'ਚ ਹੀ ਬੈਠਾ ਰਿਹਾ, ਅਗਲਾ ਦਿਨ ਚੜ੍ਹ ਗਿਆ, ਹੁਣ ਮੈਂ ਨਹਾਉਣਾ ਨਹੀਂ, ਮੈਂ ਕਿਹੜਾ ਬਾਹਰ ਗਿਆ, ਚਲ 10 ਦਿਨ ਨਹਾਉਂਦੇ ਹੀ ਨਹੀਂ ਆਪਾਂ। ਕਦੀ ਇੰਝ ਗੱਲ ਕੀਤੀ ਆਪਾਂ? ਅਤੇ ਨਾ ਕੇ ਵੇਖੋ, 10 ਦਿਨ ਨਾ ਕੇ ਵੇਖੋ, ਵੇਖਦੇ ਕੀ ਹਾਲ ਹੁੰਦਾ ਹੈ। 10 ਦਿਨ ਰੋਟੀ ਨਾ ਖਾ ਕੇ ਵੇਖੀਏ ਕੀ ਬਣਦਾ ਸਾਡਾ। ਭਾਵੇਂ ਅਸੀਂ ਬਾਹਰ ਨਹੀਂ ਜਾਂਦੇ, ਕਮਰੇ 'ਚ ਹੀ ਬੈਠੇ ਹੋਈਏ, ਇਹ ਸਰੀਰ ਦਾ ਸੁਭਾਅ, ਕਿਉਂਕਿ ਮੈਲ ਇਕੱਲੀ ਬਾਹਰੋਂ ਹੀ ਨਹੀਂ ਲੱਗ, ਇੱਕ ਤਾਂ ਬਾਹਰੋਂ ਘੱਟਾ ਮਿੱਟੀ ਲੱਗਦਾ, ਇੱਕ ਮੈਲ ਅੰਦਰੋਂ ਵੀ ਨਿਕਲਦੀ ਹੈ। ਇਸ ਕਰਕੇ ਸਰੀਰ ਦਾ ਸੁਭਾਅ ਇਹਨੇ ਮੈਲਾ ਹੋਣਾ ਹੀ ਹੋਣਾ ਹੈ, ਅਤੇ ਜੇ ਇਹਨੇ ਮੈਲਾ ਹੋਣਾ, ਸਾਨੂੰ ਇਹਨੂੰ ਧੋਣਾ ਹੀ ਪਾਉਣਾ ਹੈ, ਨਹਾਉਣਾ ਹੀ ਪੈਣਾ, ਰੋਜ਼ ਇਸ਼ਨਾਨ ਕਰਨਾ ਹੀ ਪੈਣਾ ਹੈ, ਰੋਜ਼ ਰੋਟੀ ਖਾਣੀ ਹੀ ਪੈਣੀ ਹੈ। ਅਤੇ ਗੁਰੂ ਸਾਹਿਬ ਕਹਿੰਦੇ ਜੇ ਸਰੀਰ ਮੈਲਾ ਹੋ ਗਿਆ ਨਾ, ਤਾਂ ਪਾਣੀ ਨਾਲ ਧੋ ਸਕਦੇ ਹਾਂ, ਅਤੇ ਜੇ ਕੱਪੜੇ ਮੈਲੇ ਹੋ ਗਏ ਉਹਨੂੰ ਸਾਬਣ ਨਾਲ ਧੋ ਸਕਦੇ ਹਾਂ, ਅਤੇ ਜੇ ਮੱਤ ਮੈਲੀ ਹੋ ਗਈ ਤਾਂ ਮੱਤ 'ਤੇ ਛਿੱਟੇ ਮਾਰ ਲੈਣੇ ਚਾਹੀਦੇ ਆ, ਮੱਥੇ 'ਤੇ ਇੰਝ ਕਰ ਲੈਣਾ। ਹੁਣ ਮੱਤ ਕਿਵੇਂ ਪਵਿੱਤਰ ਕਰੀਏ? ਮੱਤ 'ਤੇ ਆਪਾਂ ਛਿੱਟੇ ਮਾਰ ਲਈਏ, ਇੰਝ ਹੀ ਕਰਨਾ ਚਾਹੀਦਾ ਹੈ ਨਾ। ਵੀ ਜੇ ਸਾਡੀ ਮੱਤ ਮੈਲੀ ਹੋ ਗਈ ਹੈ, ਅਤੇ ਜਿੱਥੇ ਤੁਸੀਂ ਬਾਕੀ ਇਸ਼ਨਾਨ ਕਰਦੇ ਹੋ ਨਾ, 10-15 ਵਾਰੀ ਛਿੱਟੇ ਮਾਰਿਆ ਕਰੋ ਦਿਮਾਗ 'ਤੇ, ਸ਼ਾਇਦ ਮੱਤ ਪਵਿੱਤਰ ਹੋ ਜਾਵੇ। ਇੰਝ ਹੋ ਸਕਦਾ? ਇਹ ਫਾਰਮੂਲਾ ਹੈਗਾ ਮੱਤ ਨੂੰ ਪਵਿੱਤਰ ਕਰਨ ਦਾ? ਨਹੀਂ। ਗੁਰੂ ਸਾਹਿਬ ਕਹਿੰਦੇ ਸਰੀਰ ਜਿਹੜਾ ਹੈ ਉਹ ਪਾਣੀ ਨਾਲ ਧੁੱਪ ਸਕਦਾ ਹੈ, ਕੱਪੜੇ ਸਾਬਣ ਨਾਲ ਧੁੱਪ ਸਕਦੇ ਨੇ, ਪਰ ਜਿਹੜਾ ਮਨ ਹੈ, ਮੱਤ ਹੈ, ਇਹ ਕਿਵੇਂ ਧੁੱਪੇਗੀ? ਇਹ ਗੁਰਬਾਣੀ ਨਾਲ ਧੁੱਪੇਗੀ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੁੱਪੈ ਨਾਵੈ ਕੈ ਰੰਗ। ਉਹ ਨਾਮ ਨਾਲ ਧੁੱਪਣੀ ਹੈ। ਇਸ ਕਰਕੇ ਜਿਵੇਂ ਰੋਜ਼ ਨਹਾਉਣ ਦੀ ਜ਼ਰੂਰਤ ਪੈਂਦੀ ਹੈ, ਰੋਜ਼ ਰੋਟੀ ਖਾਣ ਦੀ ਜ਼ਰੂਰਤ ਪੈਂਦੀ ਹੈ, ਇਸੇ ਤਰ੍ਹਾਂ ਰੋਜ਼ ਨਿਤਨੇਮ ਕਰਨ ਦੀ ਵੀ ਜ਼ਰੂਰਤ ਪੈਣੀ ਹੈ। ਤੁਸੀਂ ਸਫਾਈ ਕਰਦੇ ਹੋ ਨਾ, ਆਪਣੇ ਕਮਰਿਆਂ ਦੇ ਵਿੱਚ ਸਫਾਈ ਕਰਦੇ ਹੋ, ਹੁਣ ਤੁਹਾਨੂੰ ਰੋਜ਼ ਸਫਾਈ ਕਰਨ ਦੀ ਕੀ ਲੋੜ ਹੈ? ਕਿ ਤੁਸੀਂ ਕਿ ਕੋਈ ਬੁੱਕ ਭਰ ਕੇ ਬਾਹਰੋਂ ਆ ਕੇ ਘੱਟਾ ਸੁੱਟਦਾ ਅੰਦਰ? ਵੀ ਕਦੀ ਇੰਝ ਹੋਇਆ ਵੀ ਭੈਣੇ ਮਿੱਟੀ ਲਿਆ ਕੇ ਸੱਟੀ, ਮੈਂ ਬੌਕਰ ਮਾਰਨੀ ਆ? ਇੰਝ ਕੀਤਾ ਕਦੀ? ਵੀ ਜਦ ਬੱਠਲ ਮਿੱਟੀ ਦਾ ਭਰ ਕੇ ਲਿਆ ਅਤੇ ਕਮਰੇ 'ਚ ਸੁੱਟ, ਫਿਰ ਮੈਂ ਬੌਕਰ ਫੇਰਾਂ? ਇੰਝ ਕੀਤਾ ਕਦੀ? ਨਹੀਂ ਕੀਤਾ। ਘੱਟਾ ਪਾਉਣ ਦੀ ਲੋੜ ਹੀ ਨਹੀਂ ਹੈਗੀ, ਘੱਟਾ ਤਾਂ ਆਪੇ ਹੀ ਪੈ ਜਾਣਾ ਹੈ। ਗੰਦ ਪਾਉਣ ਦੀ ਲੋੜ ਨਹੀਂ ਪੈਂਦੀ ਹੁੰਦੀ, ਗੰਦ ਤਾਂ ਆਪੇ ਹੀ ਪੈ ਜਾਂਦਾ ਹੁੰਦਾ ਹੈ। ਲੋੜ ਸਫਾਈ ਕਰਨ ਦੀ ਪੈਂਦੀ ਆ। ਅਤੇ ਜੇ ਰੋਜ਼ ਸਫਾਈ ਕਰਨ ਦੀ ਲੋੜ ਪੈਂਦੀ ਆ, ਝਾੜੂ ਮਾਰਨ ਦੀ ਲੋੜ ਪੈਂਦੀ, ਪੋਚਾ ਲਾਉਣ ਦੀ ਲੋੜ ਪੈਂਦੀ ਆ, ਘੱਟੇ ਪਾਉਣ ਦੀ ਲੋੜ ਨਹੀਂ ਪੈਂਦੀ ਹੁੰਦੀ। ਇਸੇ ਤਰ੍ਹਾਂ ਮਨ ਦੇ ਵਿੱਚ ਗੰਦ ਜਾਣ ਕੇ ਪਾਉਣ ਦੀ ਲੋੜ ਨਹੀਂ ਪੈਂਦੀ। ਤੁਸੀਂ ਕੁਛ ਵੀ ਨਾ ਕਰੋ, ਗੰਦ ਆਪੇ ਆ ਹੀ ਜਾਣਾ ਇਹਦੇ 'ਚ। ਇਹਦੀ ਸਫਾਈ ਕਰਨ ਦੀ ਲੋੜ ਪੈਂਦੀ ਆ। ਤਾਂ ਹੀ ਗੁਰੂ ਸਾਹਿਬ ਨੇ ਸਾਨੂੰ ਕਿਹਾ ਰੋਜ਼ ਅੰਮ੍ਰਿਤ ਵੇਲੇ ਨਿਤਨੇਮ ਕਰ, ਰੋਜ਼ ਸੰਧਿਆ ਵੇਲੇ ਰਹਿਰਾਸ ਸਾਹਿਬ ਕਰ, ਸੌਣ ਤੋਂ ਪਹਿਲਾਂ ਕੀਰਤਨ ਸੋਲਾ ਕਰ,
ਇਹਦੇ ਤੋਂ ਇਲਾਵਾ ਸਹਿਜ ਪਾਠ ਕਰ, ਸਿਮਰਨ ਕਰ, ਸੇਵਾ ਕਰ। ਤੇ ਕੋਈ ਕਵੇ ਵੀ ਚੱਲ ਇੱਕ ਵਾਰੀ ਕਰ ਲਿਆ, ਹੁਣ 10 ਕੁ ਦਿਨ ਕੱਢ ਲੈਨੇ ਵੈਸੇ ਹੀ, ਅੱਜ ਕਰਤਾ ਲਿਆ। ਤੇ ਮੈਂ ਤਾਂ ਕਈ ਲੋਕ ਇਹ ਵੀ ਕਹਿੰਦੇ ਸੁਣਿਆ ਵੀ ਮੈਨੂੰ ਜਿੰਨਾ ਕੁ ਪਤਾ ਸੀ ਨਾ ਉਨਾ ਕੁ ਪੜ੍ਹ ਲਿਆ ਮੈਂ, ਮਤਲਬ ਜਿੰਨਾ ਕੁ ਮੈਨੂੰ ਚਾਹੀਦਾ ਨਾ ਪੜ੍ਹ ਲਿਆ ਮੈਂ। ਕਈ ਵਾਰੀ ਕੋਈ ਚੰਗੀ ਗੱਲ ਦੱਸਣੀ ਹੋਵੇ ਨਾ, ਕਹਿੰਦੇ ਨਹੀਂ ਨਹੀਂ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ, ਵੀ ਜਿੰਨੀ ਕੁ ਲੋੜ ਆ ਨਾ ਮੈਨੂੰ, ਮੈਂ ਪੜ੍ਹ ਲਿਆ, ਸਾਰੀ ਜਾਣਕਾਰੀ ਲੈ ਲਈ ਹੈ। ਤੇ ਮੈਂ ਅਕਸਰ ਇਹ ਬੇਨਤੀ ਕਰਦਾ ਹੁੰਦਾ, ਭਾਵੇਂ ਕਥਾ ਹੋਵੇ, ਕੀਰਤਨ ਹੋਵੇ, ਨਿਤਨੇਮ ਤਾਂ ਕਰਨਾ ਹੀ ਆ, ਇਹ ਵੀ ਰੂਟੀਨ ਬਣਾਈਏ। ਇਹ ਵੀ ਰਹਿਤਨਾਮਿਆਂ ਵਿੱਚ ਤਾਂ ਹੀ ਮਹਾਰਾਜ ਨੇ ਕਿਹਾ ਵੀ ਸਿੱਖ ਉਹ ਜਿਹੜਾ ਇਸ ਰੂਟੀਨ ਦੇ ਵਿੱਚ ਵਿਚਰਦਾ ਹੈ। ਕਿਉਂਕਿ ਕਥਾ ਸਿਰਫ ਇਸ ਕਰਕੇ ਹੀ ਨਹੀਂ ਸੁਣਨੀ ਕਿ ਮੈਨੂੰ ਜਾਣਕਾਰੀ ਚਾਹੀਦੀ ਹੈ। ਜਦੋਂ ਅਸੀਂ ਵਾਰ-ਵਾਰ ਕਥਾ ਸੁਣਦੇ ਹਾਂ ਨਾ, ਸਾਡੇ ਅੰਦਰ ਉਹ ਮੋਟੀਵੇਸ਼ਨ ਆਉਂਦੀ ਹੈ। ਅਸੀਂ ਸੁਣਿਆ ਵਾਲੀਆਂ ਪੌੜੀਆਂ ਪੜ੍ਹਦੇ ਹਾਂ ਨਾ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਵਾਲੀਆਂ 4 ਪੌੜੀਆਂ ਹੁੰਦੀਆਂ, ਅਤੇ ਉਹਨਾਂ 4 ਪੌੜੀਆਂ ਦੇ ਵਿੱਚ ਨਾ ਕਈ ਗੁਰਮੁਖ ਜਨ ਦੱਸਦੇ ਆ ਵੀ 4 ਸਟੇਜਿਸ ਨੇ ਸੁਣਨ ਦੀਆਂ। ਸਭ ਤੋਂ ਪਹਿਲਾਂ ਹੀ ਸਾਨੂੰ ਨਾਮ ਸੁਣਨ ਦਾ ਹੋ ਸਕਦਾ ਚਾਅ ਪੈਦਾ ਨਾ ਹੋਵੇ, ਇਸ ਕਰਕੇ ਸਭ ਤੋਂ ਪਹਿਲੀ ਸਟੇਜ ਹੁੰਦੀ ਆ ਗੁਰਮੁਖਾਂ ਦੇ ਜੀਵਨ ਸੁਣਨੇ, ਵੀ ਉਹ ਗੁਰਸਿੱਖ ਦਾ ਜੀਵਨ ਕਿਹੋ ਜਿਹਾ। ਜਦੋਂ ਭਾਈ ਤਾਰੂ ਸਿੰਘ ਨੂੰ ਸੁਣਾਂਗੇ, ਭਾਈ ਤਾਰੂ ਸਿੰਘ ਦਾ ਜੀਵਨ ਸੁਣਾਂਗੇ, ਬਾਬਾ ਦੀਪ ਸਿੰਘ ਦਾ ਜੀਵਨ ਸੁਣਾਂਗੇ, ਭਾਈ ਮਣੀ ਸਿੰਘ ਦਾ ਜੀਵਨ ਸੁਣਾਂਗੇ, ਉਹਨਾਂ ਗੁਰਮੁਖਾਂ ਦਾ ਜੀਵਨ ਜਦੋਂ ਸੁਣਦੇ ਆ ਨਾ, ਸਾਡੇ ਅੰਦਰ ਇੱਕ ਮੋਟੀਵੇਸ਼ਨ ਪੈਦਾ ਹੁੰਦੀ ਆ ਕਿ ਮੈਂ ਵੀ ਭਾਈ ਤਾਰੂ ਸਿੰਘ ਵਰਗਾ ਬਣਨਾ ਹੈ, ਮੈਂ ਵੀ ਭਾਈ ਮਣੀ ਸਿੰਘ ਵਰਗਾ ਬਣਨਾ ਹੈ, ਮੈਂ ਵੀ ਮਾਤਾ ਭਾਗ ਕੌਰ ਵਰਗੇ ਬਣਨਾ ਹੈ। ਅਤੇ ਉਹ ਸੁਣ ਕੇ ਅੱਛਾ ਫਿਰ ਉਹਨਾਂ ਵਰਗਾ ਬਣਨਾ, ਫਿਰ ਕਰਾਂ ਕੀ ਮੈਂ? ਫਿਰ ਉਦੋਂ ਮਨੁੱਖ ਕੀ ਕਰਦਾ ਹੈ, ਜੋ ਕੁਝ ਉਹ ਕਰਦਾ ਫਿਰ ਉਹ ਆਪ ਵੀ ਕਰਨਾ ਸ਼ੁਰੂ ਕਰਦਾ ਹੈ। ਇਸ ਕਰਕੇ ਪਹਿਲੀ ਸਟੇਜ ਹੁੰਦੀ ਹੈ, ਤੂੰ ਗੁਰਸਿੱਖਾਂ ਬਾਰੇ ਸੁਣ, ਕਥਾ ਸੁਣ, ਕੀਰਤਨ ਸੁਣ, ਔਰ ਗੁਰਸਿੱਖਾਂ ਦਾ ਜੀਵਨ ਸੁਣ ਕੇ ਇੱਕ ਮੋਟੀਵੇਸ਼ਨ ਲੈ। ਅਤੇ ਗੁਰਸਿੱਖਾਂ ਦਾ ਜੀਵਨ ਸੁਣ ਕੇ ਫਿਰ ਉਹ ਆਪ ਵੀ ਉਹ ਗੁਰੂ ਨਾਲ ਜੁੜ ਪੈਂਦਾ ਹੈ, ਫਿਰ ਉਹ ਆਪ ਵੀ ਨਿਤਨੇਮ ਕਰਨ ਲੱਗ ਪੈਂਦਾ। ਅਤੇ ਅਗਲੀ ਇਹ ਸਟੇਜ ਹੁੰਦੀ ਹੈ ਵੀ ਹੁਣ ਆਪ ਨਿਤਨੇਮ ਕਰ। ਅਤੇ ਨਿਤਨੇਮ ਕਰਨ ਦਾ ਮਤਲਬ ਕੇਵਲ ਜ਼ਬਾਨ ਤੋਂ ਪੜ੍ਹਨਾ ਹੀ ਨਹੀਂ ਹੁੰਦਾ। ਔਰ ਇੱਕ ਇਹ ਗੱਲ ਧਿਆਨ ਦਿਓ, ਤੁਸੀਂ ਕੀ ਕਹਿੰਦੇ ਹੋ, ਨਿਤਨੇਮ ਪੜ੍ਹ ਲਈਏ? ਅੱਜ ਕੀ ਸ਼ਬਦ ਵਰਤਦੇ ਆਪਾਂ? ਨਿਤਨੇਮ ਕਰ ਲਈਏ। ਨਿਤਨੇਮ ਪੜ੍ਹ ਲਈਏ ਅਤੇ ਨਿਤਨੇਮ ਕਰ ਲਈਏ, ਬੜਾ ਡਿਫਰੈਂਸ ਇਹਨਾਂ ਦੋਨਾਂ ਸ਼ਬਦਾਂ 'ਚ। ਨਿਤਨੇਮ ਪੜ੍ਹ ਲੈਣਾ ਇੱਕ ਵੱਖਰਾ ਵਿਸ਼ਾ ਹੈ, ਵੀ ਇਕੱਲੇ ਜਸਟ ਸਟੱਡੀ ਕਰ ਲਿਆ ਆਪਾਂ। ਕਰਨਾ ਮਤਲਬ ਕਿਹਨੂੰ ਕਹਿੰਦੇ ਆ? ਕਰਨਾ ਸਮਝਦੇ ਨਾ, ਇੱਕ ਸ਼ਬਦ ਸੌਖਾ ਜਿਹਾ। ਕਰਨ ਦਾ ਮਤਲਬ ਆ ਵੀ ਕੇਵਲ ਪੜ੍ਹਨਾ ਹੀ ਨਹੀਂ, ਪੜ੍ਹ ਕੇ ਕਰ ਵੀ ਨਾਲ। ਅਤੇ ਨਾਲ ਮੈਂ ਇੱਕ ਇਹ ਬੇਨਤੀ ਕਰਦਾ ਹੁੰਦਾ ਵੀ ਨਿਤਨੇਮ ਕੇਵਲ ਜ਼ਬਾਨ ਤੋਂ ਪੜ੍ਹਨ ਦਾ ਵਿਸ਼ਾ ਨਹੀਂ ਹੈਗਾ, ਜ਼ਬਾਨ ਤੋਂ ਪੜ੍ਹ ਕੇ ਕੰਨਾਂ ਤੋਂ ਸੁਣਨ ਦਾ ਵਿਸ਼ਾ ਹੈ। ਕਿ ਅਸੀਂ ਧਿਆਨ ਨਾਲ ਸੁਣਦੇ ਪਏ ਜੋ ਅਸੀਂ ਪੜ੍ਹਦੇ ਪਏ ਹਾਂ? ਸੁਣਦੇ ਨਹੀਂ ਹੁੰਦੇ। ਕਈ ਵਾਰੀ ਜ਼ਬਾਨ ਤੋਂ ਸ਼ੁਰੂ ਕੀਤਾ ਇੱਕ ਓੰਕਾਰ, ਅਤੇ ਕਈ ਵਾਰੀ ਫਤਿਹ ਵੀ ਬੁਲਾ ਦਿੰਦੇ, ਪਤਾ ਹੀ ਨਹੀਂ ਲੱਗਦਾ ਮੈਂ ਕਰ ਲਿਆ ਨਿਤਨੇਮ, ਹਾਂ ਕਰ ਲਿਆ, ਹੁੰਦਾ ਕਈ ਵਾਰੀ ਇੰਝ। ਕਿਉਂਕਿ ਪੜ੍ਹਿਆ ਹੈ, ਪਰ ਜੋ ਕੁਝ ਪੜ੍ਹ ਰਹੇ ਆਪਣੇ ਕੰਨਾਂ ਤੋਂ ਸੁਣਦੇ ਨਹੀਂ ਹੈਗੇ। ਇਸ ਕਰਕੇ ਇਹ ਦੂਸਰੀ ਸਟੇਜ ਹੈ ਵੀ ਜੋ ਕੁਝ ਫਿਰ ਨਿਤਨੇਮ ਨਾਲ ਜੁੜਦੇ ਹਾਂ, ਅਤੇ ਜੋ ਨਿਤਨੇਮ ਤੂੰ ਕਰ ਰਿਹਾ ਜਾਂ ਕਰ ਰਹੇ ਹਾਂ ਅਸੀਂ, ਫਿਰ ਉਹਨੂੰ ਆਪਣੇ ਕੰਨਾਂ ਤੋਂ ਧਿਆਨ ਨਾਲ ਸੁਣੀਏ। ਅਤੇ ਜਿਵੇਂ ਜਿਵੇਂ ਅਸੀਂ ਨਿਤਨੇਮ ਸੁਣਦੇ ਹਾਂ ਫਿਰ ਸਿਮਰਨ ਦੇ ਜਿਹੜੀ ਉਹ ਅਗੰਮੀ ਬਖਸ਼ਿਸ਼ਾਂ, ਉਹ ਜਿਹੜਾ ਜੀਵਨ ਰੋ ਘਟ ਵਿੱਚ ਚੱਲਦੀ ਪਈ ਆ, ਉਹਦੇ ਨਾਲ ਸਾਂਝ ਪੈ ਜਾਂਦੀ ਆ। ਅਤੇ ਉਹਦੇ ਨਾਲ ਸਾਂਝ ਪੈਂਦਿਆਂ ਗੁਰੂ ਸਾਹਿਬ ਕਹਿੰਦੇ ਫਿਰ ਉਹ ਗੁਣਾਂ ਦਾ ਸਰੋਵਰ ਹੋ ਜਾਂਦਾ ਹੈ। ਤੂੰ ਸੁਣਿਆ ਸਰਾ ਗੁਣਾ ਕੇ ਗਾਹ, ਸਰਾ ਦਾ ਮਤਲਬ ਸਰੋਵਰ, ਗੁਣਾਂ ਦਾ ਸਰੋਵਰ, ਉਹ ਜਿਹੜਾ ਸਾਰੇ ਗੁਣ ਤੇਰੇ ਅੰਦਰ ਆ ਜਾਂਦੇ ਆ। ਤੋ ਜਿਹੜੀ ਮੈਂ ਗੱਲ ਕਰ ਰਿਹਾ ਸੀ ਵੀ ਘੱਟਾ ਪਾਉਣ ਦੀ ਲੋੜ ਨਹੀਂ ਪੈਂਦੀ ਹੁੰਦੀ, ਸਫਾਈ ਕਰਨ ਦੀ ਲੋੜ ਪੈਂਦੀ ਹੈ। ਇਸ ਕਰਕੇ ਨਿਤਨੇਮ ਰੋਜ਼ ਕਰਨਾ ਹੈ, ਸਿਮਰਨ ਰੋਜ਼ ਕਰਨਾ ਹੈ, ਰੋਜ਼ ਕਰਨ ਦੀ ਜ਼ਰੂਰਤ ਪਏਗੀ। ਕਿਉਂਕਿ ਜੇ ਹੁਣ ਮਾਲਾ ਹੁੰਦੀ, ਮਾਲਾ ਤੁਸੀਂ ਵੇਖੀ ਹੈ ਨਾ, ਉਹਦੇ ਵਿੱਚੋਂ ਇੱਕ ਮਣਕਾ ਨਿਕਲ ਗਿਆ ਨਾ ਵਿੱਚੋਂ ਟੁੱਟ ਕੇ, ਸਾਰੀ ਮਾਲਾ ਬਿਖਰ ਜਾਂਦੀ ਹੈ। ਜਿਹੜੇ ਨਿਤਨੇਮ ਕਰਦੇ ਆ ਨਾ ਉਹ ਇਹ ਅਹਿਸਾਸ ਕਰ ਸਕਦੇ ਹੋਣਗੇ। ਤੁਸੀਂ ਲਗਾਤਾਰ ਸਾਲਾਂ ਬੱਧੀ ਨਿਤਨੇਮ ਕਰੋ, ਕਈ ਸਾਲ ਕਰੋ, ਅਤੇ ਜੇ ਕਿਸੇ ਦਿਨ ਤੁਹਾਡਾ ਨਿਤਨੇਮ ਛੁੱਟ ਗਿਆ ਨਾ, ਅਤੇ ਅਗਲੇ ਦਿਨ ਕਰੋਗੇ, ਕਈ ਵਾਰੀ ਓਨਾ ਹੀ ਜ਼ੋਰ ਲਾਉਣਾ ਪੈ ਜਾਂਦਾ ਜਿੰਨਾ ਪਹਿਲੇ ਦਿਨ ਲਾਇਆ ਹੁੰਦਾ ਸੀ, ਜੇ ਅਹਿਸਾਸ ਕਰਦੇ ਹੋ ਤੁਸੀਂ। ਇਸ ਕਰਕੇ ਨਿਤਨੇਮ ਦੇ ਵਿੱਚ ਕਦੀ ਨਾਗਾ ਨਾ ਪੈਣ ਦਿਓ। ਅਤੇ ਭਾਈ ਗੁਰਦਾਸ ਜੀ ਦਾ ਇੱਕ ਕਵਿਤਾ ਹੁੰਦਾ, ਕਹਿੰਦੇ ਨਿਤਨੇਮ ਕਰਨਾ ਹੈ ਨਾ ਅਤੇ ਇੰਜ ਕਰਿਓ, ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਗਾਸ ਘਟੈ ਪ੍ਰੀਤ ਨਾ ਪਤੰਗ ਕੀ, ਕੁਸਮ ਸਬਾਸ ਜੈਸੇ ਤ੍ਰਿਪਤ ਨਾ ਮਦਬ ਕੋ, ਉਡਤ ਆਕਾਸ ਆਸ ਘਟੈ ਨਾ ਬਿਹੰਗ ਕੀ, ਘਟਾ ਕਨ ਘੋਰ ਮੋਰ ਚਾਤਰਿਕ ਹਿਰਦੈ ਉਲਾਸ, ਨਾਦ ਬਾਦ ਸੁਨ ਰਤ ਘਟੈ ਨਾ ਕੁਰੰਗ ਕੀ। ਉਦਾਹਰਨਾਂ ਦਿੰਦੇ ਨੇ, ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਮੱਛੀ ਪਾਣੀ 'ਚ ਰਹਿ ਰਹੀ ਹੈ, ਸਦੀਆਂ ਤੋਂ ਰਹਿ ਰਹੀ ਹੈ, ਅਤੇ ਮੱਛੀ ਕਦੀ ਪਾਣੀ ਤੋਂ ਨਹੀਂ ਅੱਕਦੀ। ਅੱਕੀ ਮੱਛੀ ਕਦੀ ਪਾਣੀ ਤੋਂ? ਕਦੀ ਕਿਹਾ ਮੱਛੀ ਨੇ ਵੀ ਮੈਂ ਤਾਂ ਹੁਣ ਬੋਰ ਹੋ ਗਈ, ਚਲੋ ਕਿਤੇ ਘੁੰਮਣ ਜਾਂਦੇ ਬਾਹਰ ਧਰਤੀ 'ਤੇ? ਕਦੀ ਮੱਛੀ ਨੇ ਇੰਜ ਕਿਹਾ ਹੋਵੇ? ਮੱਛੀ ਕਦੀ ਨਹੀਂ ਇੰਜ ਗੱਲਾਂ ਕਰਦੀ।
ਕਿਉਂ? ਕਿਉਂਕਿ ਮੱਛੀ ਕਦੀ ਪਾਣੀ ਤੋਂ ਨਹੀਂ ਅੱਕਦੀ। ਸਦੀਆਂ ਹੋ ਗਈਆਂ ਪੰਛੀ ਆਕਾਸ਼ ਵਿੱਚ ਉਡਾਰੀਆਂ ਮਾਰਦੇ ਨੇ, ਪਰ ਉਹ ਪੰਛੀ ਜਿਹੜੇ ਨੇ ਕਦੀ ਆਕਾਸ਼ ਤੋਂ ਅੱਕਦੇ ਨਹੀਂ। ਹਿਰਨ ਜਿਹੜੀ ਆ ਉਹ ਹੰਡੇ ਖੇੜੇ ਦੀ ਆਵਾਜ਼ ਸੁਣਦੀ ਉੱਧਰ ਨੂੰ ਦੌੜਦੀ ਆ, ਸਦੀਆਂ ਪਹਿਲਾਂ ਵੀ ਦੌੜਦੀ ਸੀ, ਅੱਜ ਵੀ ਦੌੜਦੀ ਹੈ, ਅਤੇ ਉਹ ਕਦੀ ਅੱਕਦੀ ਨਹੀਂ। ਮੋਰ ਜਦੋਂ ਹੀ ਬੱਦਲ ਹੋਣ ਮੋਰ ਪੈਲ ਪਾ ਲੈਂਦੇ ਨੇ, ਅਤੇ ਮੋਰ ਕਦੀ ਅੱਕਦੇ ਨਹੀਂ। ਅਤੇ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਨਹੀਂ ਅੱਕਦੀ, ਪੰਛੀ ਆਕਾਸ਼ ਤੋਂ ਨਹੀਂ ਅੱਕਦਾ, ਇਸੇ ਤਰ੍ਹਾਂ ਪਤੰਗਾ ਉਸ ਲਾਈਟ ਤੋਂ ਨਹੀਂ ਅੱਕਦਾ, ਭਵਰਾ ਫੁੱਲ ਦੀ ਸੁਗੰਧੀ ਤੋਂ ਨਹੀਂ ਅੱਕਦਾ, ਅਤੇ ਸਿੱਖਾ ਤੂੰ ਨਿਤਨੇਮ ਤੋਂ ਕਿਉਂ ਅੱਕ ਜਾਂਦਾ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਸਾਹਿਬ ਮੇਰਾ ਇੱਕੋ ਹੈ ਵੀ ਹੈ, ਅਤੇ ਸਾਹਿਬ ਮੇਰਾ ਨੀਤ ਨਵਾਂ ਵੀ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ, ਉਹ ਸਦਾ ਹੀ ਨਵਾਂ ਹੈ, ਗੁਰੂ ਪੁਰਾਣਾ ਨਹੀਂ ਹੁੰਦਾ ਕਦੀ। ਇਸ ਕਰਕੇ ਜਦੋਂ ਨਿਤਨੇਮ ਕਰਨਾ ਆਏ ਦਿਨ ਇੰਜ ਕਰਨਾ ਵੀ ਇਹ ਨਵਾਂ ਹੀ ਹੈ, ਕਦੀ ਬੋਰ ਨਹੀਂ ਹੋਣਾ, ਅਤੇ ਆਏ ਦਿਨ ਕਰਨਾ ਹੈ ਅਸੀਂ। ਅਤੇ ਇਸ ਤੋਂ ਨਾਲ ਨਾਲ ਇੱਕ ਅਗਲੀ ਗੱਲ, ਬੜੀ ਜ਼ਰੂਰੀ ਗੱਲ, ਜਿੱਥੇ ਅਸੀਂ ਸਫਾਈ ਕਰਦੇ ਹਾਂ ਨਾ, ਹੁਣ ਜਦੋਂ ਸਫਾਈ ਕਰਦੇ ਨਾ ਦੋ ਗੱਲਾਂ ਧਿਆਨ 'ਚ ਰੱਖੀਆਂ ਜਾਂਦੀਆਂ। ਠੀਕ ਹੈ, ਘੱਟਾ ਆਪਣੇ ਆਪ ਪੈ ਜਾਂਦਾ ਹੈ, ਪੈ ਜਾਣ ਦਿਓ, ਸਫਾਈ ਕਰ ਲਵਾਂਗੇ। ਪਰ ਜੇ ਕਿਤੇ ਇੰਝ ਹੋਣ ਲੱਗ ਪਵੇ ਵੀ ਇੱਕ ਜਣਾ ਅੱਗੇ ਅੱਗੇ ਝਾੜੂ ਫੇਰੀ ਜਾਵੇ ਅਤੇ ਪਿੱਛੇ ਨਾਲ ਦੀ ਭੈਣ ਪਿੱਛੇ ਗੰਦ ਵੀ ਪਾਈ ਜਾਵੇ, ਗੰਦ ਵੀ ਪਾਈ ਜਾਏ, ਅਤੇ ਸਾਫ਼ ਹੋ ਜਾਊ ਕਮਰਾ ਕਦੀ? ਇੱਕ ਜਣਾ ਝਾੜੂ ਫੇਰ ਰਿਹਾ, ਪਿੱਛੇ ਗੰਦ ਵੀ ਪਾਏ ਜਾ ਰਹੇ ਨੇ, ਬੱਠਲ ਭਰ ਭਰ ਮਿੱਟੀ ਵੀ ਸੁੱਟੀ ਜਾ ਰਹੀ ਹੈ, ਕਮਰਾ ਕਦੀ ਸਾਫ਼ ਨਹੀਂ ਹੋਣਾ। ਅਤੇ ਮੈਂ ਵੇਖਿਆ ਕਦੀ ਕਿ ਖਾਸ ਕਰਕੇ ਬੀਬੀਆਂ ਵੀਰਾਂ ਦਾ ਤਾਂ ਮੈਨੂੰ ਪਤਾ ਨਹੀਂ, ਖਾਸ ਕਰਕੇ ਭੈਣਾਂ ਦੇ ਵਿੱਚ ਇਹ ਬੜਾ ਸੁਭਾਅ ਹੁੰਦਾ ਹੈ, ਪੋਚਾ ਵੀ ਲਾ ਦੇਣ ਅਤੇ ਮਾੜਾ ਜਿਹਾ ਕਿਸੇ ਦਾ ਪੈਰ ਵੀ ਲੱਗ ਜਾਵੇ ਨਾ, ਅੱਗ ਬਬੂਲਾ ਹੋ ਜਾਂਦੀ ਹੈ। ਹੁਣੇ ਮੈਂ ਪੋਚਾ ਲਾ ਕੇ ਹਟੀ, ਤੂੰ ਪੈਰ ਲਾਤਾ, ਕਰਦੇ ਹੋ ਨਾ ਗੁੱਸਾ ਤੁਸੀਂ? ਪੋਚਾ ਲਾਇਆ ਹੋਵੇ, ਝਾੜੂ ਫੇਰਿਆ ਹੋਵੇ, ਅਤੇ ਕੋਈ ਹੋਰ ਆ ਕੇ ਉੱਤੇ ਗੰਦ ਪਾ ਦੇਵੇ, ਗੁੱਸਾ ਚੜ੍ਹ ਜਾਂਦਾ ਹੈ। ਹਾਂ ਬਿਲਕੁਲ, ਘਰ ਵਾਲਾ ਵੀ ਆ ਜਾਵੇ ਕਿਤੇ। ਅਤੇ ਮੇਰੇ ਮਨ ਦੇ ਵਿੱਚ ਆਇਆ ਵੀ ਜੇ ਅਸੀਂ ਕਮਰੇ ਦੀ ਸਫਾਈ ਕਰ ਲਗੇ ਅਤੇ ਉੱਤੋਂ ਕੋਈ ਗੰਦ ਪਾ ਦੇਵੇ, ਸਾਨੂੰ ਗੁੱਸਾ ਚੜ੍ਹ ਜਾਂਦਾ ਹੈ। ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਸਫਾਈ ਕਰਦੇ ਹਾਂ ਨਾ, ਇਹਦੀ ਝਾੜੂ ਹੀ ਫੇਰਦੇ ਹਾਂ ਨਾ, ਅਤੇ ਦੁਪਹਿਰੇ ਕੁਝ ਗਲਤ ਸੁਣ ਕੇ, ਗਲਤ ਵੇਖ ਕੇ ਫਿਰ ਗੰਦ ਵੀ ਪਾ ਦਈਏ ਆਪਣੇ ਆਪ, 'ਤੇ ਗੁੱਸਾ ਕਿਉਂ ਨਹੀਂ ਆਉਂਦਾ? ਫਿਰ ਆਪਣੇ ਕਮਰੇ 'ਚ ਆਪ ਹੀ ਸਫਾਈ ਕਰਕੇ ਆਪ ਵੀ ਤਾਂ ਗੰਦ ਪਾ ਦਿੰਦੇ ਹਾਂ ਨਾ ਅਸੀਂ। ਇਸ ਕਰਕੇ ਸਤਿਗੁਰੂ ਨੇ ਨਾਲ ਇਹ ਵੀ ਹਦਾਇਤ ਕੀਤੀ ਆ ਵੀ ਜੇ ਸਫਾਈ ਕਰਦਾ ਹੈ ਨਾ, ਦੋਨੋਂ ਪੱਖ ਆਉਣਗੇ ਗੁਰਬਾਣੀ 'ਚ, ਸਫਾਈ ਵੀ ਕਰ ਅਤੇ ਗੰਦ ਤੋਂ ਸੰਕੋਚ ਵੀ ਕਰ। ਜਿੱਥੇ ਨਾਲ ਨਾਲ ਸਫਾਈ ਕਰਦਾ ਰਹੇ, ਸਫਾਈ ਕਿਵੇਂ ਹੋਣੀ ਹੈ? ਨਿਤਨੇਮ ਕਰਦਿਆਂ ਹੋਣੀ ਹੈ, ਸਿਮਰਨ ਕਰਦਿਆਂ ਹੋਣੀ ਹੈ। ਇਹ ਸਾਡੀ ਮਨ ਨੂੰ ਸਾਫ਼ ਕਰਦਾ ਹੈ। ਤਾਂ ਹੀ ਭਾਈ ਵੀਰ ਸਿੰਘ ਕਹਿੰਦੇ, ਜਿਹੜੇ ਕਹਿੰਦੇ ਆ ਨਾ ਵੀ ਪਹਿਲੇ ਦਿਨ ਨਿਤਨੇਮ ਕੀਤਾ, ਅੱਜ ਤੁਸੀਂ ਕਰਦੇ ਹੋ ਸਕਦਾ ਅੱਜ ਤੁਹਾਨੂੰ ਰਸ ਆਉਂਦਾ ਹੋਵੇ, ਪਰ ਜਿੱਦਣ ਸ਼ੁਰੂ ਕੀਤਾ ਸੀ ਉਦਣ ਕਈ ਵਾਰੀ ਨਹੀਂ ਮਜ਼ਾ ਆਉਂਦਾ ਨਾ, ਵੀ ਮਨ ਨਹੀਂ ਜੁੜਦਾ। ਕਈ ਵਾਰੀ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦੀ ਘਟਨਾ, ਕੁਝ ਸਿੱਖ ਗੁਰੂ ਅਰਜਨ ਸਾਹਿਬ ਕੋਲ ਆਏ ਅਤੇ ਕਹਿਣ ਲੱਗੇ ਸਤਿਗੁਰੂ ਜੀ, ਦੂਰ ਤੋਂ ਸਿੱਖ ਸਨ, ਅਤੇ ਕਹਿੰਦੇ ਸਤਿਗੁਰੂ ਅਸੀਂ ਪਹਿਲੀ ਵਾਰ ਆਏ ਸੀ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਤਖਤ 'ਤੇ ਬਿਰਾਜਮਾਨ ਸਨ, ਅਤੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਸੀ ਵੀ ਪਾਤਸ਼ਾਹ ਸਾਡੇ 'ਤੇ ਰਹਿਮ ਕਰੋ, ਕਿਰਪਾ ਕਰੋ, ਵੀ ਅਸੀਂ ਸੁਧਰਨਾ ਚਾਹੁੰਦੇ ਹਾਂ, ਮਨ 'ਚ ਬਹੁਤ ਵਿਕਾਰ ਨੇ, ਸੁਧਰਨਾ ਚਾਹੁੰਦੇ ਹਾਂ। ਅਤੇ ਗੁਰੂ ਸਾਹਿਬ ਨੇ ਉਦੋਂ ਗੱਲ ਕਹੀ ਸੀ ਵੀ ਰੋਜ਼ ਨਿਤਨੇਮ ਕਰਿਆ ਕਰੋ, ਅਤੇ ਕਹਿੰਦੇ ਅਸੀਂ ਨਿਤਨੇਮ ਕਰਨਾ ਸ਼ੁਰੂ ਕੀਤਾ। ਪਰ ਫਿਰ ਸਮਾਂ ਲੰਘਿਆ ਅਤੇ ਗੁਰੂ ਰਾਮਦਾਸ ਜੀ ਤਖਤ 'ਤੇ ਬੈਠੇ, ਉਦੋਂ ਅਸੀਂ ਦੂਸਰੀ ਵਾਰ ਆਏ ਅਤੇ ਗੁਰੂ ਰਾਮਦਾਸ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਜਦੋਂ ਤੀਸਰੇ ਜਾਮੇ ਵਿੱਚ ਸੋਣਾ, ਉਦੋਂ ਤੁਸੀਂ ਸਾਨੂੰ ਹਦਾਇਤ ਕੀਤੀ ਸੀ ਨਿਤਨੇਮ ਕਰੀਏ, ਪਰ ਮਹਾਰਾਜ ਬਹੁਤਾ ਫਰਕ ਜਿਹਾ ਨਹੀਂ ਜਾਪਦਾ, ਰਹਿਮ ਕਰੋ। ਅਤੇ ਗੁਰੂ ਰਾਮਦਾਸ ਕਹਿੰਦੇ ਫਿਰ ਇੱਕ ਕੰਮ ਕਰੋ, ਜਿੱਥੇ ਨਿਤਨੇਮ ਕਰਦੇ ਹੋ ਨਾਲ ਸੇਵਾ ਵੀ ਕਰਿਆ ਕਰੋ। ਸੇਵਾ ਅਤੇ ਸਿਮਰਨ ਦੋਨੋਂ ਪੱਖ ਨੇ ਸਾਡੇ। ਕਹਿੰਦੇ ਅਸੀਂ ਸੇਵਾ ਵੀ ਸ਼ੁਰੂ ਕਰਤੀ। ਹੁਣ ਗੁਰੂ ਅਰਜਨ ਸਾਹਿਬ ਤੁਹਾਡੇ ਕੋਲ ਆਏ ਹਾਂ, ਸਾਡੀ ਮੁਸ਼ਕਿਲ ਉੱਥੇ ਦੀ ਉੱਥੇ ਹੀ ਹੈ। ਅੱਜ ਅਸੀਂ ਨਿਤਨੇਮ ਵੀ ਕਰਦੇ ਹਾਂ, ਅੱਜ ਅਸੀਂ ਸੇਵਾ ਵੀ ਕਰਦੇ ਹਾਂ, ਪਰ ਮਹਾਰਾਜ ਸਾਨੂੰ ਅਹਿਸਾਸ ਹੁੰਦਾ ਵੀ ਸਾਡਾ ਮਨ ਤਾਂ ਹਜੇ ਵੀ ਮੈਲਾ ਹੈ। ਮਹਾਰਾਜ ਮਨ ਤਾਂ ਹਜੇ ਵੀ ਪਵਿੱਤਰ ਨਹੀਂ ਹੋਇਆ, ਅਤੇ ਮਨ ਤਾਂ ਹਜੇ ਵੀ ਟਿਕਦਾ ਨਹੀਂ ਪਿਆ, ਅਤੇ ਜੇ ਨਹੀਂ ਟਿਕਦਾ ਪਿਆ, ਮਨ ਮੈਲਾ ਹੈ, ਫਿਰ ਰੋਜ਼ ਨਿਤਨੇਮ ਕਰਨ ਦੀ ਲੋੜ ਕੀ ਹੈ? ਸੇਵਾ ਕਰਨ ਦੀ ਲੋੜ ਕੀ ਹੈ? ਅਤੇ ਉਦੋਂ ਗੁਰੂ ਅਰਜਨ ਸਾਹਿਬ ਜੀ ਨੇ ਜਵਾਬ ਦਿੱਤਾ, ਕਹਿੰਦੇ ਪਹਿਲਾਂ ਮੈਨੂੰ ਇਹ ਦੱਸੋ ਵੀ ਜਦੋਂ ਪਹਿਲੀ ਵਾਰ ਤੁਸੀਂ ਆਏ ਸੀ, ਕੀ ਉਦਣ ਤੁਹਾਨੂੰ ਪਤਾ ਸੀ ਵੀ ਤੁਹਾਡਾ ਮਨ ਮੈਲਾ ਹੈ? ਕਹਿੰਦੇ ਮਹਾਰਾਜ ਨਹੀਂ, ਉਦਣ ਤਾਂ ਮਨ ਹੁੰਦਾ ਕਿ ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ। ਮਹਾਰਾਜ ਕਹਿੰਦੇ ਬਾਣੀ ਪੜ੍ਹਨ ਦਾ ਫਾਇਦਾ ਇਹ ਹੋਇਆ ਵੀ ਅੱਜ ਘੱਟੋ ਘੱਟ ਤੁਹਾਨੂੰ ਇਹ ਪਤਾ ਤਾਂ ਲੱਗ ਗਿਆ ਨਾ ਮੈਲਾ ਹੈ। ਗੁਰਬਾਣੀ ਪਹਿਲਾਂ ਇਹ ਅਹਿਸਾਸ ਕਰਾਉਂਦੀ ਆ ਸਾਨੂੰ ਵੀ ਅਸੀਂ ਮੈਲੇ ਹਾਂ। ਅਤੇ ਭਾਈ ਵੀਰ ਸਿੰਘ ਕਹਿੰਦੇ ਪਹਿਲੇ ਦਿਨ ਰਸ ਪਤਾ ਕਿਉਂ ਨਹੀਂ ਆਉਂਦਾ? ਕਿਉਂਕਿ ਜਿਵੇਂ ਆਪਾਂ ਪ੍ਰਕਰਨ ਵਿਚਾਰ ਰਹੇ ਹਾਂ, ਭਰੀਐ ਮਤ ਪਾਪਾ ਕੇ ਸੰਗ, ਉਹ ਧੋਪੈ ਨਾਵੇ ਕੇ ਰੰਗ।
ਜਿੰਨੀ ਦੇਰ ਤੱਕ ਕੱਪੜਾ ਮੈਲਾ ਹੈ ਨਾ, ਬਹੁਤ ਮੈਲਾ ਹੋਵੇ, ਕਿੰਨਾ ਆਕੜਿਆ ਹੁੰਦਾ ਉਹ ਕੱਪੜਾ, ਅਤੇ ਜਿੰਨੀ ਦੇਰ ਤੱਕ ਆਕੜਿਆ ਹੋਵੇ ਉਹ ਕੱਪੜਾ ਫਿਰ ਸੋਹਣਾ ਨਹੀਂ ਲੱਗਦਾ ਪਾਇਆ ਹੋਇਆ। ਠੀਕ ਹੈ, ਪਹਿਲਾਂ ਪਾਣੀ ਦਾ ਕੰਮ ਕੀ ਆ, ਉਹਦੀ ਮੈਲ ਕੱਢਣਾ। ਬਾਅਦ ਵਿੱਚ ਉਹਦੇ ਜਦੋਂ ਮੈਲ ਕੱਢਦੇ ਆ ਨਾ, ਕਈ ਵਾਰੀ ਐਂ ਲੱਗਦਾ ਵੀ ਕੱਪੜਾ ਕਿਤੇ ਜ਼ਿਆਦਾ ਗੰਦਾ ਹੋ ਗਿਆ। ਤੁਸੀਂ ਵੇਖੋ ਆਮ ਕੱਪੜੇ ਹੁੰਦੇ ਆ, ਜਦੋਂ ਅਸੀਂ ਸਾਬਣ ਲਾਉਂਦੇ ਆ ਉੱਤੇ ਝੱਗ ਬਣਦੀ, ਐਂ ਲੱਗਦਾ ਵੀ ਕਿਤੇ ਉੱਤੇ ਮੈਲ ਜ਼ਿਆਦਾ, ਕਿਉਂਕਿ ਮੈਲ ਉੱਪਰ ਉੱਭਰ ਕੇ ਆ ਜਾਂਦੀ ਆ ਨਾ। ਪਹਿਲਾਂ ਜਿਹੜੀ ਮੈਲ ਲੁਕੀ ਹੁੰਦੀ ਆ ਉਹ ਉੱਭਰ ਕੇ ਆ ਜਾਂਦੀ ਆ, ਬਾਹਰ ਦਿਖਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਗੁਰਬਾਣੀ ਪਹਿਲਾਂ ਕੀ ਕਰਦੀ ਆ ਵੀ ਸਾਨੂੰ ਅਹਿਸਾਸ ਕਰਾ ਦਿੰਦੀ ਆ, ਆਹ ਕੁਝ ਤੇਰੇ ਅੰਦਰ ਮੈਲ ਏ। ਅਤੇ ਉਹ ਓਨੀ ਦੇਰ ਤੱਕ ਰਸ ਨਹੀਂ ਆਉਣਾ ਜਿੰਨੀ ਦੇਰ ਤੱਕ ਮਨ ਬਿਲਕੁਲ ਸਾਫ਼ ਨਹੀਂ ਹੋ ਜਾਂਦਾ। ਪਹਿਲਾਂ ਗੁਰਬਾਣੀ ਕੀ ਕਰਦੀ ਆ, ਸਾਡੇ ਮਨ ਨੂੰ ਸਾਫ਼ ਕਰਦੀ ਹੈ। ਪਹਿਲਾਂ ਸਾਡਾ ਮਨ ਸਾਫ਼ ਹੁੰਦਾ ਹੈ, ਅਤੇ ਜਿੱਦਣ ਮਨ ਸਾਫ਼ ਹੋ ਗਿਆ ਉਦਣ ਗੁਰਬਾਣੀ 'ਚ ਰਸ ਆ ਜਾਂਦਾ ਹੈ। ਇਸ ਕਰਕੇ ਜੇ ਮਨ ਸਾਫ਼ ਕਰਨਾ ਹੈ, ਅਤੇ ਕਬੀਰ ਸਾਹਿਬ ਦਾ ਇਹ ਬਚਨ ਆਉਂਦਾ ਹੈ, ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਠੀਕ ਹੈ ਨਾ। ਪਹਿਲਾਂ ਕੀ ਕਰਨਾ, ਜਦੋਂ ਅਸੀਂ ਗੁਰਬਾਣੀ ਜਪਦੇ ਹਾਂ ਨਾ, ਨਾਲ ਦੂਸਰਾ ਕੁਝ ਛੱਡਣਾ ਵੀ ਪੈਣਾ। ਨਿਤਨੇਮ ਕਰਦੇ ਹੋ, ਗੰਦੇ ਗੀਤ ਛੱਡ ਦਿਓ। ਅੱਛਾ, ਤੁਸੀਂ ਵੈਸੇ ਮੈਂ ਉਮੀਦ ਕਰਦਾ ਇੱਥੇ ਮੋਬਾਈਲ ਤਾਂ ਵਰਤਦੇ ਹੋਵੋਗੇ ਸਾਰੇ, ਮੋਬਾਈਲ ਤਾਂ ਅਲਾਊਡ ਹੋਣੇ ਆ ਨਾ ਜੀ ਇੱਥੇ। ਤੁਹਾਡੇ 'ਚੋਂ ਗੀਤ ਕੌਣ ਸੁਣ ਲੈਂਦਾ ਹੈ? ਬਾਪੂ ਜੀ ਬੈਠੇ, ਮੈਨੂੰ ਲੱਗਦਾ ਤੁਸੀਂ ਹੋ ਸਕਦਾ ਨਾ ਦੱਸੋ, ਪਰ ਫਿਰ ਵੀ ਚਲੋ, ਗੀਤ ਸੁਣਦਾ ਕਿ ਕੋਈ ਨਹੀਂ ਸੁਣਦਾ? ਹਾਂਜੀ, ਅਲਾਊਡ ਨਹੀਂ ਹੈਗੇ ਮੋਬਾਈਲ। ਅੱਛਾ, ਸੁਣ ਲਈਦੇ ਉਂਝ ਘਰ ਜਾਈਏ ਸੁਣ ਲੈਂਦੇ। ਠੀਕ ਹੈ, ਵੈਸੇ ਇਹ ਆਦਤ ਬਣਾ ਲਓ ਔਰ ਤਜਰਬਾ ਕਰਕੇ ਵੇਖੋ ਤੁਸੀਂ। ਆ ਸਾਡੇ ਇੰਦਰੇ ਆ ਨਾ, ਅੱਖਾਂ ਨੇ, ਕੰਨ ਨੇ, ਨੱਕ ਹੈ, ਜ਼ੁਬਾਨ ਹੈ, ਇਹਨਾਂ ਇੰਦਰਿਆਂ ਦੇ ਰਾਹੀਂ, ਕਿਉਂਕਿ ਇਹ ਦਰਵਾਜ਼ੇ ਆ, ਇਹਨਾਂ ਦੇ ਰਾਹੀਂ ਤਾਂ ਗੰਦ ਅੰਦਰ ਜਾਂਦਾ ਹੈ ਨਾ। ਜਿਵੇਂ ਕੋਈ ਘੱਟਾ ਮਿੱਟੀ ਕਿੱਥੋਂ ਆਉਂਦਾ, ਬਾਰੀਆਂ ਥਾਂ ਦੀ ਆ ਗਿਆ, ਝੀਤਾਂ ਥਾਂ ਦੀ ਆ ਗਿਆ। ਆਹ ਝੀਤਾਂ ਨੇ ਸਾਡੀਆਂ ਸਰੀਰ ਦੀਆਂ। ਜੋ ਕੁਝ ਅਸੀਂ ਅੱਖਾਂ ਤੋਂ ਦੇਖਦੇ ਪਏ ਹਾਂ ਉਹ ਕੁਝ ਸਾਡੇ ਮਨ ਦਾ ਹਿੱਸਾ ਬਣਨਾ ਹੈ। ਇਹ ਨਾ ਸੋਚੋ ਵੀ ਐਵੇਂ ਕਿਤੇ ਜਾ ਕੇ ਨਸ਼ਟ ਹੋ ਗਿਆ ਉਹ ਅੰਦਰ ਹੀ ਤਾਂ ਜਾ ਰਿਹਾ ਹੈ ਨਾ। ਜੋ ਕੁਝ ਅਸੀਂ ਦੇਖਦੇ ਪਏ ਉਹ ਮਨ ਦਾ ਤਾਂ ਹਿੱਸਾ ਬਣਨਾ ਹੈ। ਜੋ ਕੁਝ ਸੁਣਦੇ ਪਏ ਉਹਨੇ ਹੀ ਤਾਂ ਮਨ ਦਾ ਰੂਪ ਬਣਨਾ ਹੈ ਨਾ। ਜੋ ਕੁਝ ਅਸੀਂ ਖਾ ਰਹੇ ਹਾਂ, ਜੋ ਕੁਝ ਅਸੀਂ ਹੰਢਾ ਰਹੇ ਹਾਂ, ਜਿਹੜੇ ਮਾਹੌਲ 'ਚ ਵਿਚਰਦੇ ਪਏ ਹਾਂ, ਉਹਨੇ ਸਾਡਾ ਮਨ ਬਣਨਾ ਹੈ। ਅਤੇ ਜੇ ਅਸੀਂ ਨਿਤਨੇਮ ਕਰਦਿਆਂ ਸਫਾਈ ਵੀ ਕਰ ਰਹੇ ਹਾਂ, ਅਤੇ ਮੈਂ ਉਹ ਬੱਚਿਆਂ ਨੂੰ ਇੱਕ ਉਦਾਹਰਨ ਦੇ ਕੇ ਆਇਆ ਸੀ, ਅਤੇ ਉਹ ਭਾਈ ਗੁਰਦਾਸ ਜੀ ਦਾ ਇੱਕ ਕਵਿਤਾ, ਅਸਲ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਆ ਵੀ ਮੰਨ ਲਓ ਬੀਬੀਆਂ, ਤੁਸੀਂ ਵੇਖਿਆ ਹੋਣਾ ਵੀ ਪਿੰਡਾਂ ਦੇ ਵਿੱਚ ਸ਼ਾਇਦ ਅੱਜ ਵੀ ਜਾਂਦੀ ਆ, ਪਰ ਪਹਿਲਾਂ ਤਾਂ ਇੰਝ ਕਰਦੇ ਹੁੰਦੇ ਸੀ, ਨਰਮਾ ਚੁਗਣ ਜਾਂਦੇ ਸੀ। ਵੈਸੇ ਤਾਂ ਅੱਜ ਜ਼ਿਆਦਾਤਰ 2 ਫਸਲਾਂ ਬਹੁਤ ਹੋ ਗਈਆਂ ਪੰਜਾਬ ਦੇ, ਇੱਕ ਕਣਕ ਅਤੇ ਇੱਕ ਝੋਨਾ ਹੋ ਗਿਆ, ਬਨਸਪਤੀ ਹੋ ਗਈ। ਪਰ ਪਹਿਲਾਂ ਨਰਮਾ ਵੀ ਬਹੁਤ ਬੀਜਿਆ ਜਾਂਦਾ ਹੁੰਦਾ ਸੀ, ਅਤੇ ਖਾਸ ਕਰਕੇ ਪਿੰਡਾਂ ਦੇ ਵਿੱਚੋਂ ਬੀਬੀਆਂ ਨਰਮਾ ਚੁਗਣ ਵੀ ਜਾਇਆ ਕਰਦੀਆਂ ਸੀ। ਤੁਸੀਂ ਵੇਖਿਆ ਐਵੇਂ ਦਾ ਕਦੀ ਮਾਹੌਲ ਵੇਖਿਆ ਨਾ? ਤਾਂ ਭਾਈ ਗੁਰਦਾਸ ਜੀ ਕਹਿੰਦੇ ਮੰਨ ਲਓ ਬੀਬੀਆਂ ਨਰਮਾ ਚੁਗਣ ਗਈਆਂ, ਅਤੇ ਇਕੱਲੇ ਉਸ ਬੂਟੇ 'ਤੇ ਜਾ ਕੇ ਨਰਮਾ ਚੁਗਿਆ, ਰੂੰ ਇਕੱਠਾ ਕੀਤਾ। ਬੜੀ ਮਿਹਨਤ ਲੱਗਦੀ ਆ ਰੂੰ ਇਕੱਠਾ ਕਰਨ 'ਤੇ। ਪਹਿਲਾਂ ਫਸਲ ਬੀਜੀ ਹੈ, ਫਿਰ ਉਸ ਫਸਲ ਦੀ ਸੰਭਾਲ ਕੀਤੀ ਹੈ, ਉਹਦੇ ਵਿੱਚੋਂ ਫਿਰ ਨਰਮਾ ਚੁਗਿਆ ਗਿਆ ਹੈ। ਇੰਨੀ ਮਿਹਨਤ ਕਰਕੇ ਪੰਡ ਬੰਨ੍ਹੀ ਗਈ ਹੈ, ਅਤੇ ਪੰਡ ਬੰਨ੍ਹਣ ਵਾਸਤੇ ਬਹੁਤ ਮਿਹਨਤ ਕੀਤੀ ਗਈ ਹੈ, ਪਰ ਨਿੱਕੀ ਜਿਹੀ ਚੰਗਿਆੜੀ ਬਹੁਤ ਆ ਉਹਨੂੰ ਸਵਾਹ ਕਰਨ ਵਾਸਤੇ। ਜਿੰਨਾ ਸਮਾਂ ਰੂੰ ਇਕੱਠਾ ਕਰਨ 'ਤੇ ਲੱਗਿਆ ਹੈ, ਓਨਾ ਸਮਾਂ ਉਹਨੂੰ ਸਾੜਨ 'ਤੇ ਲੱਗਦਾ। ਜਿੰਨਾ ਸਮਾਂ ਘਰ ਬਣਾਉਣ 'ਤੇ ਲੱਗਦਾ, ਓਨਾ ਢਾਉਣ 'ਤੇ ਨਹੀਂ ਲੱਗਦਾ। ਯਾਦ ਰੱਖਿਓ, ਕਿਸੇ ਵੀ ਚੀਜ਼ ਨੂੰ ਸਿਰਜਣ ਵਾਸਤੇ, ਬਣਾਉਣ ਵਾਸਤੇ ਜਿੰਨਾ ਸਮਾਂ ਲੱਗਦਾ ਹੈ ਨਾ, ਓਨਾ ਸਮਾਂ ਢਾਉਣ 'ਤੇ ਨਹੀਂ ਲੱਗਦਾ ਹੁੰਦਾ। ਕਿੰਨੀ ਮਿਹਨਤ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਰੂੰ ਇਕੱਠਾ ਕੀਤਾ, ਇੱਕ ਚੰਗਿਆੜੀ ਕਾਫੀ ਹੈ ਉਹਨੂੰ ਖਾਕ ਕਰਨ ਵਾਸਤੇ। ਕਿੰਨੀ ਮਿਹਨਤ ਲੱਗਦੀ ਹੈ ਦੁੱਧ ਦੀਆਂ ਬਾਲਟੀਆਂ ਭਰਨ ਵਾਸਤੇ। ਪਹਿਲਾਂ ਡੰਗਰਾਂ ਦੀ ਸੰਭਾਲ ਕੀਤੀ ਜਾਂਦੀ ਹੈ, ਅਤੇ ਫਿਰ ਦੁੱਧ ਚੋਇਆ ਜਾਂਦਾ ਹੈ। ਕਿੰਨੀ ਸੰਭਾਲ ਕੇ ਅਸੀਂ ਬਾਲਟੀਆਂ ਭਰਦੇ ਹਾਂ। ਦੁੱਧ ਇਕੱਠਾ ਕਰਨ ਲਈ ਮਿਹਨਤਾਂ ਲੱਗ ਜਾਂਦੀਆਂ, ਪਰ ਇੱਕੋ ਹੀ ਕਾਂਜੀ ਦੀ ਬੂੰਦ ਕਾਫੀ ਆ ਖਿਣ ਦੇ ਵਿੱਚ ਦੁੱਧ ਨੂੰ ਖਰਾਬ ਕਰਨ ਲਈ। ਬਹੁਤਾ ਸਮਾਂ ਤਾਂ ਨਹੀਂ ਨਾ ਲੱਗਦਾ, ਇੱਕੋ ਹੀ ਬੂੰਦ ਪਈ ਅਤੇ ਦੁੱਧ ਫਟ ਗਿਆ, ਖਤਮ, ਖਰਾਬ ਹੋ ਗਿਆ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਬੜੀ ਮਿਹਨਤ ਲੱਗਦੀ ਹੈ ਸਰੀਰ ਨੂੰ ਤੰਦਰੁਸਤ ਬਣਾਉਣ ਵਾਸਤੇ। ਕਿੰਨਾ ਗਰੋਹ ਹੁੰਦੇ ਅਸੀਂ, ਕਿੰਨੀ ਮਿਹਨਤ ਕੀਤੀ ਹੈ, ਪਰ ਇੱਕੋ ਜ਼ਹਿਰ ਦੀ ਬੂੰਦ ਕਾਫੀ ਹੈ ਇਹਨੂੰ ਨਸ਼ਟ ਕਰਨ ਵਾਸਤੇ। ਜਿੰਨਾ ਸਮਾਂ ਸਰੀਰ ਦੇ ਗਰੋਹ ਹੋਣ 'ਤੇ ਲੱਗਦਾ ਹੈ, ਓਨਾ ਸਮਾਂ ਮਰਨ 'ਤੇ ਨਹੀਂ ਲੱਗਦਾ। ਖਿਣ 'ਚ ਮੌਤ ਹੈ, ਹੁਣੇ ਤੁਰੇ ਗਏ, ਐਕਸੀਡੈਂਟ ਹੋ ਗਿਆ, ਮੈਂ ਖਤਮ, ਮੰਨ ਲਓ। ਤੋ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਮਿਹਨਤਾਂ ਕਰਕੇ ਰੂੰ ਇਕੱਠਾ ਕੀਤਾ, ਇੱਕ ਚੰਗਿਆੜੀ ਨੇ ਖਾਕ ਕਰਤਾ। ਮਿਹਨਤਾਂ ਕਰਕੇ ਦੁੱਧ ਦੀਆਂ ਬਾਲਟੀਆਂ ਭਰੀਆਂ, ਇੱਕੋ ਬੂੰਦ ਨੇ ਖਰਾਬ ਕਰਤਾ।
ਮਿਹਨਤਾਂ ਕਰਕੇ ਸਰੀਰ ਬਣਾਏ, ਇੱਕੋ ਜ਼ਹਿਰ ਦੀ ਬੂੰਦ ਨੇ ਨਸ਼ਟ ਕਰਤਾ। ਰੋਜ਼ ਨਿਤਨੇਮ ਕਰ ਕਰਕੇ ਅਸੀਂ ਮਿਹਨਤਾਂ ਕਰਦੇ ਹਾਂ, ਅੰਮ੍ਰਿਤ ਵੇਲੇ ਉੱਠਦੇ ਹੋ, ਪ੍ਰਕਾਸ਼ ਦੀ ਸੇਵਾ ਕਰਦੇ ਹੋ, ਇੰਨੀਆਂ ਮਿਹਨਤਾਂ ਕਰਦੇ ਅਸੀਂ ਕਿੰਨੇ ਸਮੇਂ ਤੋਂ ਕਰਦੇ ਆ ਰਹੇ ਹਾਂ, ਅਤੇ ਕੋਈ ਪਤਾ ਨਹੀਂ ਕਿੰਨੇ ਕਾਂਜੀ ਦੀ ਬੂੰਦ ਦਾ ਕੰਮ ਕਰ ਜਾਣਾ ਹੈ। ਆਹ ਗੀਤ ਕਾਂਜੀ ਦੀ ਬੂੰਦ ਨੇ, ਜਿਹੜੇ ਗੰਦੇ ਗੀਤ ਨੇ। ਆ ਜਿਹੜੇ ਨਾਟਕ ਵੇਖਦੇ ਆ, ਇਹ ਸਮਝੋ ਚੰਗਿਆੜੀਆਂ ਨੇ, ਇਹ ਸਾਡੇ ਇਕੱਠੇ ਕੀਤੇ ਰੂਹ ਨੂੰ ਮਿੰਟ 'ਚ ਖਾਕ ਕਰ ਦਿੰਦੇ ਆ। ਜੇ ਕੁਝ ਚੰਗਾ ਪਾ ਰਹੇ ਆ ਨਿਤਨੇਮ ਦੇ ਰੂਪ ਵਿੱਚ, ਅਤੇ ਜੋ ਕੁਝ ਗਲਤ ਜਾ ਰਿਹਾ ਉਹਨੂੰ ਬੰਨ ਵੀ ਲਾਉਣਾ ਤਾਂ ਪੈਣਾ ਹੈ ਨਾ, ਫਿਰ ਉਹਨੂੰ ਬੰਨ ਵੀ ਤਾਂ ਲਾਈਏ ਨਾ। ਅਤੇ ਜੇ ਬੰਨ ਨਹੀਂ ਲਾਇਆ ਤਾਂ ਫਿਰ ਨਾਲ ਨਾਲ ਗੰਦ ਵੀ ਪੈਂਦਾ। ਫਿਰ ਅਸੀਂ ਕਹਿ ਦਿੰਦੇ ਨਾ 40 ਸਾਲ ਹੋ ਗਏ ਜੀ ਪਾਠ ਕਰਦਿਆਂ, ਫਰਕ ਨਹੀਂ ਪਿਆ। ਕਿਵੇਂ ਪਏਗਾ? ਲੱਗੇ ਰਹੋ ਬੌਕਰ ਫੇਰਨ, ਜੇ ਗੰਦ ਵੀ ਪਾਈ ਜਾਂਦੇ ਆ ਕੀ ਫਰਕ ਪੈ ਜਾਊਗਾ? ਇਸ ਕਰਕੇ ਇਹ ਚੀਜ਼ਾਂ ਦਾ ਜਿਹੜਾ ਅਸੀਂ ਜ਼ਰੂਰ ਧਿਆਨ ਰੱਖਣਾ ਹੈ। ਅਤੇ ਹੁਣ ਮੈਂ ਚਾਹੁੰਦਾ ਵੀ ਉੱਥੇ ਬੱਚਿਆਂ ਕੋਲ ਵੀ ਕੀਤਾ ਸੀ, ਆਪਾਂ ਵੀ ਥੋੜ੍ਹਾ ਸਮਾਂ ਕਿਉਂਕਿ ਇਹ ਕਨਸੈਪਟ ਵਿੱਚ ਆ ਰਿਹਾ, ਫਿਰ ਆਪਾਂ ਇਸ ਤੋਂ ਅੱਗੇ ਪ੍ਰਕਰਨ ਲੈ ਕੇ ਜਾਵਾਂਗੇ। ਭਰੀਏ ਮੱਤ ਪਾਪਾ ਕੇ ਸੰਗ, ਉਹ ਧੋਪੈ ਨਾਵੇ ਕੇ ਰੰਗ। ਮੇਰੇ ਤੋਂ ਪਹਿਲਾਂ ਬਾਪੂ ਜੀ ਵੀ ਦੱਸ ਰਹੇ ਸੀ, ਔਰ ਮੈਨੂੰ ਉਮੀਦ ਆ ਤੁਸੀਂ ਕਰਦੇ ਵੀ ਹੋਵੋਗੇ। ਇੱਕ ਨੇਮ ਬਣਾ ਲਓ ਕਿ ਨਿਤਨੇਮ ਤੋਂ ਬਿਨਾਂ, ਚਲੋ ਬੱਚੇ ਛੋਟੇ ਸੀ, ਉਹਨਾਂ ਨੂੰ ਮੈਂ ਸਿਰਫ ਇੰਨਾ ਕੁ ਕਹਿ ਕੇ ਸਾਰਿਆ ਕਿ ਮੂਲ ਮੰਤਰ ਅਤੇ ਸਿਮਰਨ ਕਰਕੇ ਹੀ ਕੁਝ ਛਕਣਾ ਹੈ। ਪਰ ਅਸੀਂ ਮਚਿਓਰ ਹਾਂ, ਅਤੇ ਗੁਰਸਿੱਖ ਐਸੀ ਜੀਵਨੀ 'ਚ ਰਹਿੰਦੇ ਆ ਵੀ ਜਿੰਨੀ ਦੇਰ ਤੱਕ 5 ਬਾਣੀਆਂ ਨਿਤਨੇਮ ਨਹੀਂ ਨਾ ਹੋ ਜਾਂਦਾ, ਉਨੀ ਦੇਰ ਤੱਕ ਉਹ ਅੰਨ ਨੂੰ ਮੂੰਹ ਨਹੀਂ ਲਾਉਂਦੇ। ਔਰ ਇਹ ਆਦਤ ਮੈਨੂੰ ਲੱਗਦਾ ਕਈਆਂ ਨੇ ਬਣਾਈ, ਇਹੀ ਆਦਤ ਤੁਸੀਂ ਸਾਰੇ ਹੀ ਫੋਲੋ ਕਰਦੇ ਹੋ ਨਾ। ਕੌਣ ਕੌਣ ਇਹ ਫੋਲੋ ਕਰਦਾ ਹੈ? ਬਾਕੀ ਨਹੀਂ ਕਰਦੇ ਹਜੇ। ਅੱਛਾ, ਜਿਹੜੇ ਫੋਲੋ ਕਰਦੇ ਨੇ ਕਿਉਂ ਕਰਦੇ ਹੋ? ਕੀ ਭਾਵਨਾ ਹੈ? ਕੋਈ ਮਕਸਦ ਲੈ ਕੇ ਚੱਲੇ ਹੋਵੋਗੇ। ਭਾਵਨਾ ਸਭ ਦੀ ਅਲੱਗ-ਅਲੱਗ ਹੋ ਸਕਦੀ ਹੈ, ਪਰ ਮੈਂ ਇੱਕ ਭਾਵਨਾ ਲੈ ਕੇ ਚੱਲਦਾ ਹੁੰਦਾ ਹੈ। ਇਹ ਗੁਰੂ ਸਾਹਿਬ ਅੱਗੇ ਅਰਦਾਸ ਹੁੰਦੀ ਹੈ ਕਿ ਸਤਿਗੁਰੂ ਵੀ ਤੇਰਾ ਨਿਤਨੇਮ ਇਸ ਕਰਕੇ ਪਹਿਲਾਂ ਕਰੀਏ ਵੀ ਉੱਠਦਿਆਂ ਸਾਰ ਸਾਨੂੰ ਰੋਟੀ ਦੀ ਜਾਂ ਦੁੱਧ ਦੀ ਜਾਂ ਚਾਹ ਦੀ ਭੁੱਖ ਬਾਅਦ 'ਚ ਲੱਗੇ। ਉੱਠਦਿਆਂ ਸਾਰ ਪਹਿਲਾਂ ਤੇਰੇ ਨਿਤਨੇਮ ਦੀ ਭੁੱਖ ਲੱਗਣੀ ਚਾਹੀਦੀ। ਉੱਠਦਿਆਂ ਸਾਰ ਮਨ ਰੋਟੀ ਬਾਅਦ ਵਿੱਚ ਮੰਗੇ, ਉੱਠਦਿਆਂ ਸਾਰ ਪਹਿਲਾਂ ਨਿਤਨੇਮ ਦੀ ਮੰਗ ਹੋਵੇ। ਕਿਤੇ ਇਹ ਜੀਵਨ ਬਣਾ ਲਈਏ ਅਸੀਂ। ਅਤੇ ਜਿੱਥੇ ਅਸੀਂ ਨਿਤਨੇਮ ਕਰਦੇ ਹਾਂ ਨਾਲ ਸਿਮਰਨ 'ਚ ਵੀ ਜ਼ਰੂਰ ਜੁੜਨਾ। ਆਓ ਥੋੜ੍ਹਾ ਸਮਾਂ ਸਿਮਰਨ ਕਰਕੇ ਨਾ ਫਿਰ ਆਪਾਂ ਅੱਗੋਂ ਪ੍ਰਕਰਨ ਜਿਹੜਾ ਆਪਾਂ ਵਿਚਾਰ ਕਰਾਂਗੇ। ਸਾਰੇ ਜੁੜ ਕੇ ਅਸੀਂ ਕਲਾਸ ਲਾਉਂਦੇ ਹਾਂ ਅਤੇ ਉਹ ਇੱਕ ਟਿਊਨ ਦੇ ਵਿੱਚ ਅਸੀਂ ਗਵਾਉਂਦੇ ਹਾਂ। ਤੁਸੀਂ ਤਾਂ ਸੰਗੀਤਕਾਰ ਹੋ, ਮੇਰੀ ਆਵਾਜ਼ ਤਾਂ ਕੋਈ ਬਹੁਤ ਹੀ ਵਧੀਆ ਨਹੀਂ ਹੈਗੀ, ਪਰ ਫਿਰ ਵੀ ਤੁਸੀਂ ਮੇਰੇ ਔਗਣ ਨਾ ਚਤਾ ਰਹੇ ਹੋ, ਅਤੇ ਆਪਾਂ ਉਸ ਟਿਊਨ ਦੇ ਵਿੱਚ ਗਾਉਣਾ ਹੈ। ਪਿੱਛੇ ਪਿੱਛੇ ਅੱਖਾਂ ਬੰਦ ਕਰ ਲਈਏ ਔਰ ਸੁਰਤ ਨੂੰ ਫੋਕਸ ਕਰਿਓ ਪਹਿਲਾਂ। ਔਰ ਮੈਂ ਇਹ ਸੋਚਦਾ ਹੁੰਦਾ ਵੀ ਅਭਿਆਸ ਕਰਦੇ ਆ ਨਾ ਜਦੋਂ, ਇਹ ਮੇਰਾ ਤਜਰਬਾ ਹੈ। ਬਾਪੂ ਜੀ ਤੁਹਾਨੂੰ ਬਹੁਤ ਕੁਝ ਦੱਸਦੇ ਹੋਣਗੇ, ਮੇਰਾ ਤਜਰਬਾ ਤਾਂ ਇਹਨਾਂ ਤੋਂ ਬਹੁਤ ਛੋਟਾ ਹੈ, ਪਰ ਜਿੰਨਾ ਇੱਕ ਮੇਰਾ ਭਾਂਡਾ ਹੈ ਮੈਂ ਉਸ ਹਿਸਾਬ ਨਾਲ ਦੱਸ ਦਿੰਦਾ ਵੀ ਪਹਿਲਾਂ ਸ਼ੁਰੂਆਤ ਦੇ ਵਿੱਚ ਸਾਡਾ ਜਿਹੜਾ ਧਿਆਨ ਹੈ ਨਾ, ਕੋਸ਼ਿਸ਼ ਕਰਿਆ ਕਰੋ ਵੀ ਜੇ ਭਟਕਦਾ ਪਿਆ ਤਾਂ ਉਹਨਾਂ ਸ਼ਬਦਾਂ ਵਿੱਚ ਜੋੜੋ, ਵਾਹਿਗੁਰੂ ਸ਼ਬਦਾਂ ਦੇ ਵਿੱਚ। ਉਹ ਸ਼ਬਦ ਦੇ ਵਿੱਚ ਜੋੜਿਓ ਆਪਣਾ ਧਿਆਨ। ਅਤੇ ਜਦੋਂ ਜਿਵੇਂ ਕਿਉਂਕਿ ਪਹਿਲਾ ਕੰਮ ਸਾਡਾ ਮਨ ਟਿਕਾਉਣਾ ਹੈ, ਅਤੇ ਹੌਲੀ ਹੌਲੀ ਨਾਲ ਇਹ ਅਭਿਆਸ ਕਰਿਓ ਵੀ ਕਿਉਂਕਿ ਸ਼ੁਰੂਆਤ ਵਿੱਚ ਠੀਕ ਹੈ ਮਨ ਟਿਕਾਉ ਸ਼ਬਦਾਂ ਵੱਲ ਧਿਆਨ ਹੈ, ਪਰ ਹੌਲੀ ਹੌਲੀ ਇਸ ਅਭਿਆਸ ਤੱਕ ਪਹੁੰਚਣਾ ਵੀ ਵਾਹਿਗੁਰੂ ਕਹਿ ਰਹੇ ਆ, ਇੰਜ ਕਹਿ ਰਿਹਾ ਵੀ ਜਿਵੇਂ ਮੈਂ ਵਾਹਿਗੁਰੂ ਨੂੰ ਬੁਲਾ ਰਿਹਾ। ਵਾਹਿਗੁਰੂ ਜੀ ਮੇਰੇ ਸਾਹਮਣੇ ਬੈਠੇ ਆ, ਭਾਵ ਲੈ ਕੇ ਆਉਣਾ ਹੈ, ਅਤੇ ਮੈਂ ਵਾਹਿਗੁਰੂ ਜੀ ਨੂੰ ਪੁਕਾਰਦਾ ਪਿਆ ਹੈ, ਇਹ ਮੇਰੇ ਵਾਹਿਗੁਰੂ ਜੀ ਅਭੇਦਤਾ ਬਖਸ਼ੋ, ਹੇ ਵਾਹਿਗੁਰੂ ਜੀ ਦਰਸ਼ਨ ਬਖਸ਼ੋ। ਉਸ ਪੁਕਾਰ ਤੱਕ ਆਪਣਾ ਜੀਵਨ ਲੈ ਕੇ ਜਾਣਾ ਹੈ। ਤੋਂ ਨਾਲ ਆਪਾਂ ਅਸੀਂ ਬੱਚਿਆਂ ਨੂੰ ਫਿਰ ਕਨਸੈਪਟ ਵੀ ਸਮਝਾਉਣ ਲਈ ਨਾਲ ਆਪਾਂ ਸ਼ਬਦ ਵੀ ਪੜ੍ਹਦੇ ਹੁੰਦੇ ਹਾਂ। ਤਾਂ ਸਾਰੇ ਆਪਾਂ ਅੱਖਾਂ ਬੰਦ ਕਰਕੇ 2 ਮਿੰਟ ਲਈ ਸਿਮਰਨ ਕਰੀਏ। ਵਾਹਿਗੁਰੂ 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 ਵਾਹਿਗੁਰੂ। ਇੱਕ ਮਾਹੌਲ ਬਣਾ ਲਓ, ਗੂੰਜ ਉੱਠੇ ਕਮਰਾ। ਉਹ ਬੱਚਿਆਂ ਨੇ ਬੜਾ ਵਧੀਆ ਮਾਹੌਲ ਬਣਾਇਆ ਸੀ, ਅਤੇ ਆਪਾਂ ਬਹੁਤ ਮਚਿਓਰ ਆ। ਮਾਹੌਲ ਬਣਾਇਓ ਇੱਕ ਸਿਮਰਨ ਦਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮਾ ਤਾਂ ਭਰੇ ਜਾ ਮੁਰਦਾਰ ਨ ਖਾਏ ਗੁਰ ਪੀ ਹਮਾਤਾ ਪਰੇ ਜਾ ਮੁਰਦਾਰ ਨ ਖਾਏ ਵਾਹਿਗੁਰੂ 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 ਗੁਰੂ ਵਾਹਿਗੁਰੂ ਵਾਹਿਗੁਰੂ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਕਬੀਰ ਮੈਂ ਸਿਮਰਨੇ ਰਸਨਾ ਉਪਰ ਰਾਮ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਕਬੀਰ ਮੈਂ ਸਿਮਰਨੇ ਰਸਨਾ ਉਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ ਆਦ ਜੁਗਾਦ ਸਗਲ ਤਾਕੋ ਸੁਖ ਬਿਸਰਾਮ ਵਾਹਿਗੁਰੂ 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 ਤੋ ਯਤਨ ਕਰੀਏ ਵੀ ਆਪਾਂ ਨਿਤਨੇਮ ਤੋਂ ਇਲਾਵਾ ਜਿੰਨਾ ਹੋ ਸਕੇ ਹੋਰ ਸਿਮਰਨ ਕਰਨਾ ਹੈ ਤੇ ਸਿਮਰਨ ਕਰਨ ਦੀ ਜੁਗਤ ਗੁਰਬਾਣੀ ਵਿੱਚ ਇੱਕ ਬੜੀ ਪਿਆਰੀ ਦੱਸੀ ਹੈ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਇਹ ਰਾਹ ਨਹੀਂ ਦੱਸਿਆ ਵੀ ਅਸੀਂ ਸਿਮਰਨ ਕਰ ਲਈ ਆਪਦੇ ਕੰਮ ਧੰਦੇ ਛੱਡਣੇ ਨੇ ਆ ਤੁਸੀਂ ਅਕਸਰ ਸੁਣਿਆ ਹੋਵੇਗਾ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਤੇ ਇਹਦੀ ਐਕਸਪਲੇਨੇਸ਼ਨ ਵੀ ਕੀਤੀ ਆ ਭਗਤ ਜੀ ਨੇ ਕਿ ਕੰਮ ਕਰਦਿਆਂ ਚਿੱਤ ਕਿਵੇਂ ਵਾਹਿਗੁਰੂ 'ਚ ਜੁੜੇ ਇਹ ਮੈਂ ਥੋੜ੍ਹਾ ਜਿਹਾ ਪਹਿਲਾਂ ਇਸ 'ਤੇ ਫੋਕਸ ਕਰ ਰਿਹਾ ਵੀ ਜੇ ਅਸੀਂ ਵੰਡਣ ਨਿਕਲੇ ਹਾਂ ਪਹਿਲਾਂ ਆਪਦੇ ਪੱਲੇ ਹੋਵੇ ਕੁਛ ਹੋਵੇਗਾ ਤੇ ਵੰਡਾਂਗੇ ਨਾ ਪੱਲੇ ਹੀ ਨਹੀਂ ਕੁਝ ਤੇ ਵੰਡਾਂਗੇ ਵੀ ਕਿਵੇਂ ਤੇ ਮੈਨੂੰ ਪਤਾ ਹੈ ਵੀ ਤੁਹਾਡੇ ਪੱਲੇ ਪਹਿਲਾਂ ਹੀ ਬਹੁਤ ਕੁਛ ਹੈ ਮੇਰੇ ਨਾਲੋਂ ਵੀ ਕਿਤੇ ਗੁਣਾ ਵੱਧ ਕੇ ਹੈ ਪਰ ਕਿਉਂਕਿ ਜੇ ਚਲੋ ਆਏ ਹੀ ਆ ਤੇ ਆਪਣਾ ਮੈਂ ਫਰਜ਼ ਸਮਝਦਾ ਹੈ ਵੀ ਥੋੜ੍ਹੀ ਜਿਹੀ ਆਪਾਂ ਸਿਮਰਨ ਦੀ ਐਕਸਪਲੇਨੇਸ਼ਨ ਜ਼ਰੂਰ ਕਰੀਏ ਗੁਰਬਾਣੀ ਦੇ ਵਿੱਚ ਭਗਤ ਜੀ ਦਾ ਬਚਨ ਮਿਲਦਾ ਹੈ ਕਹਿੰਦੇ ਸਿਮਰਨ ਕਰਨਾ ਹੈ ਤੇ ਚਿੱਤ ਕਿਵੇਂ ਜੋੜਨਾ ਹੈ ਬਚਨ ਆਉਂਦਾ ਉਹਨਾਂ ਦਾ ਕਹਿੰਦੇ ਆਨੀ ਲੈ ਕਾਗਦ ਕਾਟੀ ਲੈ ਗੂਡੀ ਆਕਾਸ ਮੱਧੇ ਭਰਮੀ ਵਾਲੇ ਪੰਚ ਜਨਾ ਸਿਓ ਬਾਤ ਬਤਊਆ ਚੀਤ ਸੋ ਡੋਰੀ ਰਾਖੀ ਵਾਲੇ
मन राम नामा बेदी अले, जैसे कनक कला चित मांडी अले। आनी ले कुंभ भराई ले, उदक राज कुआर पुरंदरिए। हस्त विनोद विचार करती है, चीत सो गागर राखी अले। मंदर एक द्वार 10 जाकै, गऊ चरावण छाडी अले। 5 कोस पर गऊ चरावत, चीत सो बछरा राखी अले। कहत नाम देव सुनहो तलोचन, बालक पालन पौडी अले। अंतर बाहर काज विरोधी, चीत सो बालक राखी हले। थोड़ियां ਜਿਹੀ ਉਦਾਹਰਨਾਂ मैं शब्द ਪਹਿਲਾਂ ਪੜ੍ਹਿਆ, ਹੁਣ ਉਦਾਹਰਨਾਂ ਸਮਝੀਏ। ਸਿਮਰਨ ਵਿੱਚ ਚਿੱਤ ਕਿਵੇਂ ਜੋੜਨਾ ਹੈ? ਤੁਸੀਂ ਬੱਚਿਆਂ ਨੂੰ ਪਤੰਗ ਉਡਾਉਂਦੇ ਦੇਖਿਆ ਹੋਵੇਗਾ, ਤੇ ਕਈ ਵਾਰੀ ਕੀ ਹੁੰਦਾ ਵੀ ਬੱਚੇ ਪਤੰਗ ਉਡਾ ਰਹੇ ਨੇ ਪਰ ਨਾਲ ਆਪਸ ਦੇ ਵਿੱਚ ਗੱਲਾਂ ਕਰਦੇ ਪਏ ਨੇ, ਤੇ ਕਿਸੇ ਪੁੱਛਿਆ ਵੀ ਤੁਸੀਂ ਪਤੰਗ ਉਡਾਉਂਦੇ ਪਏ ਹੋ ਪਰ ਗੱਲਾਂ ਤਾਂ ਆਪਸ 'ਚ ਮਾਰਦੇ ਪਏ ਹੋ, ਤੇ ਪਤੰਗ ਤੁਹਾਡਾ ਫਿਰ ਵੀ ਨਹੀਂ ਡਿੱਗਦਾ ਪਿਆ, ਇਹ ਕਿਵੇਂ ਹੋ ਜਾਂਦਾ ਹੈ? ਤੇ ਫਿਰ ਜਿਹੜਾ ਬੱਚਾ ਉਡਾਉਂਦਾ ਉਹ ਜਵਾਬ ਦਿੰਦਾ ਵੀ ਮੈਂ ਭਾਵੇਂ ਗੱਲਾਂ ਸਾਥੀਆਂ ਨਾਲ ਕਰ ਰਿਹਾ ਪਰ ਚਿੱਤ ਮੇਰਾ ਇਸ ਡੋਰੀ 'ਚ ਹੀ ਖੜਾ। ਤੇ ਜਿੰਨੀ ਦੇਰ ਤੱਕ ਚਿੱਤ ਡੋਰੀ 'ਚ ਹੈ ਨਾ, ਉਨੀ ਦੇਰ ਤੱਕ ਨਹੀਂ ਪਤੰਗ ਡਿੱਗਦੀ। ਕਾਰ ਚਲਾਉਂਦੇ ਅਸੀਂ, ਕਾਰ ਚਲਾ ਕੇ ਆਏ ਤੇ ਕਿੰਨਾ ਰਸਤਾ ਗੱਲਾਂ ਮਾਰਦੇ ਆਉਂਦੇ ਅਸੀਂ, ਜਾਂ ਕਈ ਵਾਰੀ ਕੀਰਤਨ ਲਾ ਲਈਦਾ। ਤੇ ਜਦੋਂ ਅਸੀਂ ਕਾਰ ਚਲਾ ਰਹੇ ਹਾਂ, ਕਈ ਵਾਰੀ ਆਪਸ 'ਚ ਗੱਲਾਂ ਮਾਰ ਰਹੇ ਹਾਂ, ਪਰ ਫਿਰ ਵੀ ਗੱਡੀ ਇੱਧਰ ਉੱਧਰ ਹੁੰਦੀ ਹੈ ਸਾਡੇ ਤੋਂ, ਫਿਰ ਵੀ ਸਾਨੂੰ ਪਤਾ ਹੁਣ ਐਕਸਲਰੇਟਰ ਦੱਬਣਾ ਹੈ। ਗੱਲਾਂ ਕਰਦਿਆਂ ਵੀ ਸਾਨੂੰ ਪਤਾ ਹੈ ਕਿ ਹੁਣ ਗੇਅਰ ਪਾਉਣਾ ਹੈ। ਕਿਉਂ? ਕਿਉਂਕਿ ਚਿੱਤ ਗੱਡੀ 'ਚ ਰੁਕਿਆ ਹੋਇਆ ਹੈ। ਹਾਂ, ਇਹ ਅਵਸਥਾ ਬਣਾਉਣ ਲਈ ਇੱਕ ਅਭਿਆਸ ਜ਼ਰੂਰ ਕਰਨਾ ਪੈਂਦਾ ਹੈ। ਅੱਜ ਅਸੀਂ ਸਿਮਰਨ ਕਰਦੇ ਹਾਂ, ਮਨ ਡਿੱਗਦਾ ਹੈ। ਪਹਿਲੇ ਦਿਨ ਕਾਰ ਚਲਾਉਣੀ ਹੋਵੇ ਨਾ, ਪਹਿਲੇ ਦਿਨ ਤੁਸੀਂ ਕਹੋ ਵੀ ਇੱਕ ਪਹਿਲੇ ਦਿਨ ਬੰਦਾ ਕਾਰ ਚਲਾਉਣ ਲੱਗਾ, ਸਿੱਖ ਰਿਹਾ, ਅਤੇ ਉਹਦੇ ਨਾਲ ਬਹਿ ਕੇ ਗੱਲਾਂ ਮਾਰੋ, ਕਿਉਂਕਿ ਚੁੱਪ ਕਰ ਮੈਨੂੰ ਫੋਕਸ ਕਰਨ ਦੇ, ਇੰਝ ਹੀ ਹੁੰਦਾ ਹੈ ਨਾ। ਪਹਿਲੇ ਦਿਨ ਪੂਰਾ ਕੋਸ਼ਿਸ਼ ਕਰਨੀ ਪੈਂਦੀ, ਕਿਉਂਕਿ ਜ਼ੋਰ ਲਾਉਣਾ ਪੈਂਦਾ ਹੈ, ਹਜੇ ਧਿਆਨ ਟਿਕਿਆ ਨਹੀਂ ਉੱਥੇ। ਇਸ ਕਰਕੇ ਪਹਿਲੇ ਦਿਨ ਗੱਡੀ ਚਲਾਉਣੀ ਆ, ਧਿਆਨ ਵੀ ਗੇਅਰ 'ਚ ਰੱਖਣਾ ਪੈਣਾ ਹੈ, ਅਤੇ ਕਿਸੇ ਦੀਆਂ ਗੱਲਾਂ ਵੀ ਰੋਕਣੀਆਂ ਪੈਣੀਆਂ, ਨਾ ਰੁਕ ਜਾ ਤੂੰ, ਮੈਨੂੰ ਤੇ ਗੇਅਰ 'ਤੇ ਫੋਕਸ ਕਰਨ ਦੇ। ਇੰਝ ਹੀ ਹੁੰਦਾ ਹੈ ਨਾ, ਸਕੂਟਰੀ ਸਿੱਖਣੀ ਆ, ਪਹਿਲੇ ਦਿਨ ਚਲਾਉਣੀ ਹੋਵੇ, ਸਾਨੂੰ ਆਸ-ਪਾਸ ਕੁਛ ਨਹੀਂ ਸੁਣਦਾ, ਬਸ ਅਸੀਂ ਸਕੂਟਰੀ ਕਿਵੇਂ ਚਲਾਉਂ ਉਹਦੇ 'ਚ ਹੀ ਧਿਆਨ ਸਾਰਾ ਰਹਿੰਦਾ, ਅਤੇ ਜ਼ੁਬਾਨ ਤੋਂ, ਕੰਨਾਂ ਤੋਂ, ਇੰਦਰੀਆਂ ਨੂੰ ਵੀ ਆਪਾਂ ਉੱਧਰ ਹੀ ਲਾ ਦਿੰਦੇ, ਇੰਝ ਹੀ ਹੁੰਦਾ ਹੈ ਨਾ। ਪਰ ਜਿਵੇਂ ਜਿਵੇਂ ਸਾਡੀ ਪ੍ਰੈਕਟਿਸ ਹੁੰਦੀ ਜਾਂਦੀ 10 ਦਿਨ ਚਲਾਇਆ, 20 ਦਿਨ ਚਲਾਇਆ, ਕਈ ਸਾਲ ਚਲਾਉਂਦੇ ਰਹੇ, ਫਿਰ ਉਦੋਂ ਇੱਕ ਸਟੇਜ 'ਤੇ ਪਹੁੰਚ ਜਾਂਦੇ ਹਾਂ ਵੀ ਹੁਣ ਇਹੋ ਜਿਹੀ ਸਟੇਜ 'ਤੇ ਪਹੁੰਚ ਗਏ ਹਾਂ ਵੀ ਕਈ ਵਾਰੀ ਨਾਲ ਦਿਆਂ ਨਾਲ ਗੱਲਾਂ ਵੀ ਮਾਰ ਰਹੇ ਹਾਂ ਪਰ ਗੱਡੀ ਚੱਲ ਰਹੀ ਹੈ ਸਾਡੇ ਤੋਂ। ਪਤਾ ਹੈ ਹੁਣ ਐਕਸਲਰੇਟਰ ਦੱਬਣਾ, ਪਤਾ ਹੁਣ ਕਲੱਚ ਦੱਬਣਾ। ਪਹਿਲੀ ਵਾਰ ਆਉਣਾ ਹੋਵੇ ਕਿਸੇ ਰਸਤਿਓਂ, ਮੰਨ ਲਓ ਮੈਂ ਤੁਰਿਆ ਜਾ ਰਿਹਾ ਅਤੇ ਮੈਨੂੰ ਪਤਾ ਨਹੀਂ ਵੀ ਉਹ ਰਸਤੇ 'ਤੇ ਕਿਵੇਂ ਜਾਣਾ ਹੈ, ਅਤੇ ਪੁੱਛ ਦੱਸ ਕੇ ਮੈਂ ਜਦੋਂ ਪਹਿਲੀ ਵਾਰ ਤੁਰਿਆ ਜਾਂਦਾ ਨਾ, ਮੈਨੂੰ ਪੂਰਾ ਧਿਆਨ ਰੱਖਣਾ ਪੈਂਦਾ, ਹੋਰ ਕੋਈ ਸੋਚ ਨਹੀਂ ਲਿਆਉਣੀ ਪੈਂਦੀ, ਬਸ ਇਹੀ ਸੋਚ ਕੇ ਤੁਰਿਆ ਜਾ ਰਿਹਾ ਵੀ ਹੁਣ ਖੱਬੇ ਮੁੜਨਾ ਹੈ ਜੀ, ਹੁਣ ਅੱਗੇ ਜਾ ਕੇ ਫਿਰ ਇੱਧਰ ਨੂੰ ਹੋ ਜਾਣਾ। ਇੰਝ ਜਦੋਂ ਪਹਿਲੀ ਵਾਰ ਜਾਣਾ ਹੋਵੇ ਇੰਝ ਹੀ ਕਰਦੇ ਆ ਨਾ। ਪਰ ਇੱਕੋ ਰਸਤੇ 'ਤੇ ਅਸੀਂ ਰੋਜ਼ ਲਗਾਤਾਰ ਜਾ ਰਹੇ ਹਾਂ, ਲਗਾਤਾਰ ਜਾ ਰਹੇ ਹਾਂ, ਅਤੇ ਉਦੋਂ ਕਈ ਵਾਰੀ ਕੀ ਹੁੰਦਾ ਵੀ ਆਪਾਂ ਹੋਰ ਵੀ ਕੰਮ ਕਰਦੇ ਜਾਈਏ, ਉਹ ਮੋੜ ਆਉਣ 'ਤੇ ਪੈਰ ਆਪੇ ਹੀ ਉੱਧਰ ਨੂੰ ਮੁੜ ਜਾਂਦੇ, ਹੁੰਦਾ ਨਾ ਇੰਝ ਆਪੇ ਹੀ, ਕਿਉਂਕਿ ਅਭਿਆਸ ਇੰਨਾ ਬਣ ਜਾਂਦਾ, ਪ੍ਰੈਕਟਿਸ ਇੰਨੀ ਹੋ ਜਾਂਦੀ ਹੈ। ਇਸੇ ਤਰ੍ਹਾਂ ਸ਼ੁਰੂਆਤ ਦੇ ਵਿੱਚ ਸਾਨੂੰ ਸ਼ਾਂਤੀ ਦੇ ਮਾਹੌਲ 'ਚ ਕੱਢਣਾ ਪੈਣਾ, ਕੋਈ ਘੰਟਾ 2 ਘੰਟੇ ਸ਼ਾਂਤੀ ਦਾ ਸਮਾਂ ਕੱਢਣਾ ਪੈਣਾ, ਬੈਠ ਕੇ ਫੋਕਸ ਕਰਨਾ ਪੈਣਾ। ਪਰ ਜਿਸ ਦਿਨ ਅਭਿਆਸ ਹੋ ਗਿਆ ਅਤੇ ਜਿਨ੍ਹਾਂ ਦਾ ਹੋ ਗਿਆ, ਫਿਰ ਰੌਲੇ ਰੱਪੇ ਵੀ ਉਹਨਾਂ ਦਾ ਮਨ ਦੀ ਇਕਾਗਰਤਾ ਨਹੀਂ ਭੰਗ ਕਰ ਸਕਦੇ, ਕਿਉਂਕਿ ਉਸ ਅਵਸਥਾ 'ਤੇ ਪਹੁੰਚ ਗਿਆ। ਅਤੇ ਭਗਤ ਜੀ ਕਹਿੰਦੇ ਨੇ, ਆਨੀ ਲੈ ਗੂਡੀ ਆਨੀ ਲੈ ਕਾਗਦ, ਕਾਟੀ ਲੈ ਗੂਡੀ, ਆਕਾਸ ਮੱਧੀ ਭਰਮੀ ਅਲੇ। 5 ਜਨਾਂ ਸਿਉ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ। ਇਹਦਾ ਪਤੰਗ ਇਸ ਕਰਕੇ ਨਹੀਂ ਡਿੱਗਦਾ ਕਿਉਂਕਿ ਇਹਦਾ ਜਿਹੜਾ ਫੋਕਸ ਹੈ, ਅੰਦਰਲਾ ਚਿੱਤ ਜਿਹੜਾ ਹੈ ਨਾ, ਉਹ ਡੋਰੀ 'ਤੇ ਖੜਾ ਹੈ, ਹੁਣ ਨਹੀਂ ਡਿੱਗੇਗਾ ਪਤੰਗ। ਸੁਨਿਆਰਾ ਦੁਕਾਨ ਦੇ ਵਿੱਚ ਕੁਠਾਲੀ 'ਤੇ ਸੋਨਾ ਢਾਲਦਾ ਪਿਆ ਹੈ, ਗਹਿਣੇ ਬਣਾਉਂਦਾ ਪਿਆ ਹੈ, ਪਰ ਨਾਲ ਨਾਲ ਗਾਹਕਾਂ ਨੂੰ ਵੀ ਭੁਗਤਾਉਂਦਾ ਹੈ ਨਾ। ਗਾਹਕ ਇੱਕ ਆ ਗਿਆ, ਦੂਜਾ ਚੱਲ ਗਿਆ, ਉਹਨਾਂ ਨਾਲ ਗੱਲਾਂ ਬਾਤਾਂ ਵੀ ਮਾਰ ਰਿਹਾ, ਪਰ ਉਹਨਾਂ ਦੇ ਆਉਣ ਜਾਣ ਕਰਕੇ ਵੀ ਉਹਨੂੰ ਫਰਕ ਨਹੀਂ ਪੈਂਦਾ। ਕਦੀ ਇੰਝ ਹੋਇਆ ਵੀ ਉਹ ਮੇਰਾ ਤਾਂ ਕਾਂਟਾ ਹੀ ਗਲਤ ਬਣ ਗਿਆ, ਤੂੰ ਆ ਗਿਆ ਸੀ ਨਾ, ਇੰਝ ਨਹੀਂ ਕਦੀ ਹੁੰਦਾ। ਉਹ ਫਿਰ ਵੀ ਆਪਣਾ ਗਹਿਣਾ ਜਿਹੜਾ ਬੜਾ ਉਸੇ ਤਰ੍ਹਾਂ ਸੋਹਣਾ ਘੜ ਲੈਂਦਾ ਹੈ। ਕਿਉਂ? ਕਿਉਂਕਿ ਉਹਦਾ ਚਿੱਤ ਉਸ ਗਹਿਣਿਆਂ ਵਿੱਚ ਜੁੜਿਆ ਹੋਇਆ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਆ ਵੀ ਇੱਕ ਗਾਂ ਦੂਰ ਵੀ ਘਾਹ ਚਰਨ ਚਲੀ ਜਾਵੇ, ਉਹਦਾ ਧਿਆਨ ਆਪਣੇ ਬੱਚੇ 'ਚ ਹੀ ਰਹਿੰਦਾ ਹੈ। ਮਾਂ ਇੱਧਰ ਉੱਧਰ ਕੰਮ ਕਰਦੀ ਰਹੇ ਪਰ ਉਹਦਾ ਧਿਆਨ ਆਪਣੇ ਬੱਚੇ 'ਚ ਹੀ ਰਹਿੰਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਸਿਮਰਨ ਅਭਿਆਸ ਕਰਕੇ ਇੱਕ ਸਟੇਜ 'ਤੇ ਪਹੁੰਚ ਜਾਵਾਂਗੇ ਨਾ, ਫਿਰ ਫਰਕ ਨਹੀਂ ਪੈਣਾ ਕਿ ਮੈਂ ਕਿਰਤ ਕਰਦਾ ਪਿਆ, ਕਿਰਤ ਕਰਦਿਆਂ ਵੀ ਧਿਆਨ ਫਿਰ ਉਸ ਵਾਹਿਗੁਰੂ 'ਚ ਹੀ ਰਹੇਗਾ, ਹਰ ਥਾਂ ਤੋਂ ਵਾਹਿਗੁਰੂ ਦਿਖੇਗਾ। ਗੁਰੂ ਨਾਨਕ ਸਾਹਿਬ ਕਸ਼ਮੀਰ ਗਏ, ਔਰ ਇਹ ਅਕਸਰ ਮੈਂ ਸੁਣਾਉਣਾ ਹੁੰਦਾ ਹੈ, ਸਤਿਗੁਰਾਂ ਦੀ ਰਹਿਮਤ ਹੋਈ, ਹੋ ਗਏ ਮੇਰੇ ਖਿਆਲ 3 ਕੁ ਸਾਲ ਹੋ ਗਏ ਆ, ਕਿ
ਦਾਸ ਦੀ ਕਿਤਾਬ ਛਪੀ ਸੀ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਤੇ ਉਹਦੇ ਵਿੱਚੋਂ ਇੱਕ ਸਾਖੀ ਜਿਹੜੀ ਉਹ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਇਸੇ ਕਨਸੈਪਟ ਦੀ ਵਿਆਖਿਆ ਕਰਦੀ ਹੈ। ਗੁਰੂ ਨਾਨਕ ਸਾਹਿਬ ਕਸ਼ਮੀਰ ਗਏ, ਨਾਲ ਭਾਈ ਮਰਦਾਨਾ ਜੀ ਹਨ, ਤੇ ਇੱਕ ਜੁਗਤ ਸਮਝਾਉਣੀ ਸੀ ਗੁਰੂ ਨਾਨਕ ਸਾਹਿਬ ਨੇ। ਸਾਖੀ ਬੜੀ ਲੰਬੇਰੀ ਹੈ, ਪਰ ਵਿੱਚੋਂ ਇੱਕ ਤੱਤ ਸਮਝਣਾ ਆਪਾਂ। ਗੁਰੂ ਸਾਹਿਬ ਨੇ ਇੱਕ ਸਿਧਾਂਤ ਸਮਝਾਉਣਾ ਸੀ, ਤੇ ਗੁਰੂ ਸਾਹਿਬ ਦਾ ਹੁਕਮ ਪਾ ਕੇ ਭਾਈ ਮਰਦਾਨਾ ਜੀ ਤੇ ਨਾਲ ਉਹਨਾਂ ਦੇ ਇੱਕ ਆਜੜੀ ਸੀ, ਜਿਹੜਾ ਭੇਡਾਂ ਭੂਡਾਂ ਚਾਰਦਾ ਸੀ ਨਾ, ਆਜੜੀ ਸੀ ਉਹ, ਤੇ ਉਹ ਕਿਉਂਕਿ ਕਸ਼ਮੀਰ ਦਾ ਸੀ, ਉਹਦੇ ਨਾਲ ਭਾਈ ਮਰਦਾਨਾ ਜੀ ਕਸ਼ਮੀਰ ਦੀਆਂ ਗਲੀਆਂ ਘੁੰਮਣ ਗਏ। ਤੇ ਜਦੋਂ ਤੁਰੇ ਜਾ ਰਹੇ ਆ, ਤੇ ਆਜੜੀ ਆਪਣੇ ਵੱਲੋਂ ਦਿਖਾਉਣਾ ਚਾਹੁੰਦਾ ਸੀ ਵੀ ਵੇਖੋ ਕਸ਼ਮੀਰ ਕਿੰਨਾ ਸੋਹਣਾ ਹੈ, ਪਹਾੜੀ ਇਲਾਕਾ ਹੈ। ਤੇ ਕਹਿਣ ਲੱਗਾ ਮਰਦਾਨਾ ਜੀ ਉਹ ਦੇਖੋ ਸਾਹਮਣੇ ਪਹਾੜ ਕਿੰਨਾ ਸੋਹਣਾ ਹੈ। ਤੇ ਭਾਈ ਮਰਦਾਨਾ ਜੀ ਕਹਿੰਦੇ ਕਰਤਾਰ ਦੀ ਕੁਦਰਤ ਕਿੰਨੀ ਸੋਹਣੀ ਹੈ। ਅੱਗੇ ਇੱਕ ਸੋਹਣਾ ਫੁੱਲ ਖਿੜਿਆ ਸੀ, ਤੇ ਆਜੜੀ ਕਹਿੰਦਾ ਦੇਖੋ ਫੁੱਲ ਕਿੰਨਾ ਸੋਹਣਾ ਲੱਗ ਰਿਹਾ ਹੈ। ਤੇ ਮਰਦਾਨਾ ਜੀ ਕਹਿੰਦੇ ਕਰਤਾਰ ਦਾ ਰੰਗ ਕਿੰਨਾ ਸੋਹਣਾ ਹੈ। ਬੱਚੇ ਖੇਡਦੇ ਪਏ ਆ, ਤੇ ਆਜੜੀ ਕਹਿੰਦਾ ਬੱਚੇ ਖੇਡਦੇ ਕਿੰਨੇ ਸੋਹਣੇ ਲੱਗ ਰਹੇ ਆ। ਮਰਦਾਨਾ ਜੀ ਕਹਿੰਦਾ ਕਰਤਾਰ ਦੀ ਕੁਦਰਤ ਕਿੰਨੀ ਸੋਹਣੀ। ਮਕਾਨ ਦੇਖਿਆ, ਤੇ ਆਜੜੀ ਕਹਿੰਦਾ ਮਕਾਨ ਕਿੰਨਾ ਸੋਹਣਾ ਹੈ। ਤੇ ਮਰਦਾਨਾ ਜੀ ਕਹਿੰਦੇ ਕਰਤਾਰ ਦੀ ਕੁਦਰਤ ਕਿੰਨੀ ਸੋਹਣੀ। ਵਾਪਸ ਆਏ, ਗੁਰੂ ਸਾਹਿਬ ਨੇ ਸੰਗਤ ਨੂੰ ਸਮਝਾਉਣ ਲਈ ਪੁੱਛਿਆ, ਆਜੜੀ ਜੀ ਕੀ ਕੁਝ ਦੇਖਿਆ? ਤੇ ਆਜੜੀ ਕਹਿਣ ਲੱਗਾ ਵੀ ਪਾਤਸ਼ਾਹ ਮੈਂ ਮਕਾਨ ਦੇਖੇ, ਫੁੱਲ ਦੇਖੇ, ਘਰ ਦੇਖੇ, ਖੇਡਦੇ ਬੱਚੇ ਦੇਖੇ, ਪਹਾੜ ਦੇਖੇ, ਸੋਹਣੇ ਦ੍ਰਿਸ਼ ਦੇਖੇ। ਗੁਰੂ ਸਾਹਿਬ ਨੇ ਟੋਕ ਦਿੱਤਾ, ਕਹਿਣ ਲੱਗੇ ਮਰਦਾਨਾ ਜੀ ਹੁਣ ਤੁਸੀਂ ਦੱਸ ਦਿਓ ਤੁਸੀਂ ਕੀ ਦੇਖਿਆ? ਮਰਦਾਨਾ ਜੀ ਕਹਿੰਦੇ ਪਾਤਸ਼ਾਹ ਆਜੜੀ ਨੇ ਮਕਾਨ ਦੇਖੇ ਹੋਣਗੇ, ਆਜੜੀ ਨੇ ਫੁੱਲ ਦੇਖੇ ਹੋਣਗੇ, ਆਜੜੀ ਨੇ ਪਹਾੜ ਦੇਖੇ ਹੋਣਗੇ, ਆਜੜੀ ਨੇ ਖੇਡਦੇ ਬੱਚੇ ਦੇਖੇ ਹੋਣਗੇ, ਪਰ ਪਾਤਸ਼ਾਹ ਮੈਂ ਤਾਂ ਜਿੱਥੇ ਦੇਖਿਆ ਮੈਨੂੰ ਇੱਕ ਗੁਰੂ ਨਾਨਕ ਹੀ ਦਿਸਿਆ। ਗੁਰੂ ਨਾਨਕ ਤੋਂ ਬਿਨਾਂ ਤਾਂ ਮੈਨੂੰ ਕੁਝ ਦਿਖਿਆ ਹੀ ਨਹੀਂ। ਮੈਂ ਤਾਂ ਜਿੱਥੇ ਦੇਖਦਾ ਕਰਤਾਰ ਦੇਖਦਾ। ਇਸ ਅਵਸਥਾ ਤੱਕ ਪਹੁੰਚਣਾ ਹੈ ਵੀ ਜਿੱਧਰ ਦੇਖੀਏ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਮੰਜ਼ਲ ਹੈ ਸਾਡੀ। ਤੇ ਇੱਕ ਮੈਂ ਜਿਹੜੀ ਸ਼ੁਰੂ ਦੇ ਵਿੱਚ ਇਹ ਬੇਨਤੀ ਕੀਤੀ ਸੀ ਨਾ ਕਿ ਸਾਡੇ 'ਤੇ ਜ਼ਿੰਮੇਵਾਰੀ ਵੱਧ ਹੈ, ਕਿਤੇ ਗੁਣਾ ਵੱਧ ਹੈ। ਤੇ ਮੈਨੂੰ ਯਾਦ ਆ ਪਿੱਛੇ ਥੋੜ੍ਹੇ ਦਿਨ ਲੰਘੇ, ਇੱਕ ਨਸ਼ਾ ਛਡਾਊ ਕੇਂਦਰ, ਉੱਥੇ ਲੈਕਚਰ ਲਈ ਸੱਦਿਆ ਗਿਆ, ਤੇ ਉੱਥੇ ਵੀ ਲੈਕਚਰ ਕੀਤਾ। ਤੇ ਕੁਝ ਸਿੱਖ ਬੈਠੇ ਸੀ, ਕਾਫੀ ਸਿੱਖ ਨੌਜਵਾਨ ਸੀ ਜਿਹੜੇ ਨਸ਼ੇ ਦੇ ਆਦੀ ਹੋ ਗਏ ਸੀ। ਉਹਨਾਂ ਨੂੰ ਹੁਣ ਨਸ਼ਾ ਛਡਾਊ ਕੇਂਦਰ ਦੇ ਵਿੱਚ ਹੁਣ ਟ੍ਰੇਨਿੰਗਾਂ ਲੈਣੀਆਂ ਪੈ ਰਹੀਆਂ, ਇਲਾਜ ਚੱਲਦੇ ਉਹਨਾਂ ਦੇ। ਤੇ ਉਹਨਾਂ ਨੂੰ ਮੈਂ ਇੱਕ ਬੇਨਤੀ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਵਿੱਚ। ਹੁਣ ਮੈਂ ਥੋੜ੍ਹੀਆਂ ਜਿਹੀਆਂ ਨਾ ਇਤਿਹਾਸਕ ਗੱਲਾਂ ਰੱਖਣੀਆਂ ਚਾਹੁੰਦਾ, ਇਹ ਸਮਝਣ ਲਈ ਕਿ ਗੁਰੂ ਸਾਹਿਬ ਸਾਡੇ ਤੋਂ ਕੀ ਉਮੀਦ ਕਰਦੇ ਆ, ਤੇ ਇਹ ਅਹਿਸਾਸ ਕਰਿਓ ਵੀ ਅਸੀਂ ਕਿੱਥੇ ਖੜ੍ਹੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਤੁਸੀਂ ਦੇਖੋ, ਆਪਾਂ ਜਾਣਦੇ ਹਾਂ ਆਨੰਦਪੁਰ ਸਾਹਿਬ ਦੀ ਜੰਗ ਹੋਈ, ਆਨੰਦਪੁਰ ਸਾਹਿਬ ਛੱਡਿਆ। ਮੈਨੂੰ ਯਾਦ ਆ ਬਾਪੂ ਜੀ ਪਿੱਛੇ ਬੱਚਿਆਂ ਨੂੰ ਦੱਸਦੇ ਪਏ ਸੀ ਵੀ ਅਸੀਂ ਕੇਸਾਧਾਰੀ ਹੋਣਾ ਹੈ, ਕੇਸ ਜਿਹੜੇ ਨੇ ਇਹਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਆ। ਤੇ ਮੇਰੇ ਮਨ ਦੇ ਵਿੱਚ ਆ ਰਿਹਾ ਸੀ, ਔਰ ਅਕਸਰ ਇੱਕ ਬੇਨਤੀਆਂ ਕਰਦੇ ਹੁੰਦੇ ਆ ਵੀ ਦੇਖੋ ਗੁਰੂ ਸਾਹਿਬ ਸਾਡੇ ਤੋਂ ਕੀ ਉਮੀਦ ਕਰਦੇ ਆ। ਅਸੀਂ ਭਾਵੇਂ ਕੇਸਾਧਾਰੀ ਹਾਂ ਸਾਰੇ, ਪਰ ਜਦੋਂ ਵੀ ਸਾਨੂੰ ਕੋਈ ਪੁੱਛੇ ਨਾ ਕਿ ਤੁਸੀਂ ਕੇਸ ਕਿਉਂ ਰੱਖਦੇ ਹੋ, ਮੈਨੂੰ ਯਾਦ ਆ ਯੂਨੀਵਰਸਿਟੀ 'ਚ ਪੜ੍ਹਦੇ ਸੀ ਤੇ ਸਾਨੂੰ ਕਈ ਸਵਾਲ ਕਰ ਲੈਂਦੇ ਸੀ ਅਕਸਰ, ਤੁਸੀਂ ਕੇਸ ਕਿਉਂ ਰੱਖਦੇ ਹੋ? ਤੇ ਅਕਸਰ ਆਮ ਤੌਰ 'ਤੇ ਅਸੀਂ ਬੜੀਆਂ ਜਸਟੀਫਿਕੇਸ਼ਨਸ ਦੇਣ ਲੱਗ ਪੈਂਦੇ ਹਾਂ। ਪਰ ਉੱਥੇ ਬੱਚੇ ਵੀ ਆਉਂਦੇ, ਉਹਨਾਂ ਨੂੰ ਇੱਕ ਗੱਲ ਅਸੀਂ ਸਿਖਾਉਂਦੇ ਜ਼ਰੂਰ ਆਪਾਂ ਕਰਦੇ ਹੁੰਦੇ ਹਾਂ, ਬਾਪੂ ਜੀ ਨੇ ਵੀ ਤੁਹਾਨੂੰ ਬਹੁਤ ਵਾਰੀ ਸਿਖਾਈ ਹੋਏਗੀ ਕਿ ਅਸੀਂ ਕੇਸ ਨਹੀਂ ਰੱਖਦੇ। ਅਸੀਂ ਕੇਸ ਨਹੀਂ ਰੱਖਦੇ ਵੀ ਕੇਸ ਰੱਖੋ ਤਾਂ ਨਾ। ਹੁਣ ਕਦੀ ਆਪਾਂ ਇੰਝ ਕਹਿੰਦੇ ਮੈਂ ਉਂਗਲ ਰੱਖੀ ਆ, ਤੂੰ ਰੱਖੀ ਉਂਗਲ? ਮੈਂ ਤਾਂ ਰੱਖੀ ਆ। ਤੁਸੀਂ ਹੱਥ ਰੱਖਿਆ ਹੈ? ਮੈਂ ਤਾਂ ਰੱਖਿਆ ਹੈ। ਕਿੰਨੇ ਕਿੰਨੇ ਹੱਥ ਰੱਖਿਆ ਦੱਸੋ? ਕਿੰਨੇ ਕਿੰਨੇ ਬਾਂਹ ਰੱਖੀ ਹੈ? ਅੱਛਾ, ਕਿੰਨੇ ਕਿੰਨੇ ਧੌਣ ਰੱਖੀ ਹੈ? ਕਦੀ ਹੁੰਦਾ? ਉਹ ਰੱਖੀ ਨਹੀਂ, ਉਹ ਤਾਂ ਰੱਬ ਵੱਲੋਂ ਹੀ ਦਿੱਤੀ ਹੋਈ ਹੈ, ਅਸੀਂ ਤਾਂ ਇਹਦੀ ਸੰਭਾਲ ਕਰਦੇ ਹਾਂ। ਹਾਂ, ਜੇ ਉਂਗਲ ਕੱਟੀ ਗਈ ਉਹਨੂੰ ਪੁੱਛਿਆ ਜਾਂਦਾ ਬਈ ਤੇਰੀ ਉਂਗਲ ਕਿਉਂ ਕੱਟੀ ਗਈ? ਉਹਨੂੰ ਸਿੰਪਥੀ ਲਈ ਆਪਾਂ ਪੁੱਛ ਲੈਂਦੇ ਹਾਂ ਵੀ ਭਾਈ ਤੇਰੀ ਉਂਗਲ ਕੱਟੀ ਕਿਉਂ ਗਈ, ਤੇਰਾ ਹੱਥ ਕਿਉਂ ਕੱਟਿਆ ਗਿਆ, ਕੀ ਗੱਲ ਹੋ ਗਈ? ਕੱਟੀ ਗਈ ਤੇ ਸਵਾਲ ਕੀਤਾ ਜਾਂਦਾ ਹੁੰਦਾ ਵੀ ਤੇਰਾ ਹੱਥ ਕਿਉਂ ਕੱਟਿਆ ਗਿਆ। ਕਦੀ ਰੱਖੇ ਗਏ ਤੇ ਵੀ ਸਵਾਲ ਕਰਦੇ ਵੀ ਤੂੰ ਹੱਥ ਕਿਉਂ ਰੱਖਿਆ। ਰੱਖੇ ਹੋਏ ਜੇ ਕੇਸ ਹੈਗੇ ਤੇ ਰੱਬ ਦੇ ਹੁਕਮ 'ਚ ਹੈ। ਹਾਂ, ਕੱਟੇ ਗਿਆਂ ਨੂੰ ਸਵਾਲ ਹੋ ਸਕਦਾ ਵੀ ਕਿਉਂ ਕੱਟ ਲਏ ਜੇ, ਰੱਖਿਆ ਨੂੰ ਸਵਾਲ ਰੱਖਣਾ ਨਹੀਂ ਇਹਨੂੰ ਕਹਿੰਦੇ। ਇਹਨੂੰ ਕਹਿੰਦੇ ਕੇਸ ਤਾਂ ਗੁਰੂ ਸਾਹਿਬ ਦੇ ਹੁਕਮ 'ਚ ਹੀ ਆਏ ਸੀ, ਅਸੀਂ ਤਾਂ ਸੰਭਾਲਦੇ ਹਾਂ, ਬਸ ਸੰਭਾਲ ਕਰਦੇ ਹਾਂ। ਜਿਵੇਂ ਸਰੀਰ ਦੀ ਸੰਭਾਲ ਕਰ ਰਹੇ ਹਾਂ, ਹੱਥ ਦੀ ਸੰਭਾਲ ਕਰਦੇ ਹਾਂ, ਧੌਣ ਦੀ ਸੰਭਾਲ ਕਰਦੇ ਹਾਂ ਵੀ ਕੋਈ ਗਲਾ ਨਾ ਕੱਟ ਜੇ ਆ ਕੇ, ਅਤੇ ਕੇਸਾਂ ਦੀ ਸੰਭਾਲ ਕਰਦੇ ਹਾਂ ਅਸੀਂ। ਠੀਕ ਹੈ। ਤੂੰ ਮੈਂ ਜਿਹੜੀ ਗੱਲ ਕਰ ਰਿਹਾ ਸੀ
ਇਹ ਗੁਰੂ ਸਾਹਿਬ ਨੇ ਕੁਝ ਸਾਡੇ ਤੋਂ ਉਮੀਦਾਂ ਲਾਈਆਂ ਹੈ। ਗੁਰੂ ਸਾਹਿਬ ਜੀ ਸਾਰੀਆਂ ਜੰਗਾਂ ਹੋਈਆਂ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਨੇ ਜਥੇ ਦੇ ਨਾਲ, ਤੇ ਕਹਿੰਦੇ ਨੇ ਵੀ ਵਿੱਚੋਂ ਇੱਕ ਸਿੰਘ ਸੀ, ਨਾਮ ਕਿਸੇ ਨੇ ਭਾਈ ਰਾਮ ਸਿੰਘ ਦੱਸਿਆ, ਤੇ ਉਹਨੇ ਬੇਨਤੀ ਕੀਤੀ ਪਾਤਸ਼ਾਹ ਵੀ ਮੈਂ ਘਰ ਜਾਣਾ ਹੈ। ਤੇ ਗੁਰੂ ਸਾਹਿਬ ਕਹਿੰਦੇ ਘਰ ਚਲਾ ਜਾਈਂ, ਕੁਝ ਸਮਾਂ ਬਤੀਤ ਕਰ, ਪਰ ਹਜੇ ਸਮਾਂ ਨਹੀਂ, ਕੁਝ ਸਮੇਂ ਬਾਅਦ ਜਾਣਾ ਹੈ, ਆਪਾਂ ਕਿਸੇ ਮੰਜ਼ਿਲ ਤੇ ਪਹੁੰਚ ਜਾਈਏ, ਟਿਕਾਣੇ ਤੇ ਪਹੁੰਚ ਜਾਈਏ। ਕਹਿੰਦਾ ਨਹੀਂ ਮਹਾਰਾਜ, ਮੈਨੂੰ ਪਰਿਵਾਰ ਦੀ ਯਾਦ ਆ ਰਹੀ ਹੈ, ਹੁਣ ਤਾਂ ਮੈਂ ਘਰ ਹੀ ਜਾਣਾ ਹੈ। ਤੇ ਗੁਰੂ ਸਾਹਿਬ ਕਹਿੰਦੇ ਮਰਜ਼ੀ ਆ, ਵੇਖ ਲਾ, ਮੈਂ ਤੈਨੂੰ ਥੋੜ੍ਹੇ ਦਿਨ ਰੁਕਣ ਲਈ ਕਹਿ ਰਿਹਾ। ਉਸ ਕਈ ਵਾਰੀ ਮਹਾਰਾਜ ਪਰਚਾ ਹੀ ਪਾਉਂਦੇ ਹੁੰਦੇ ਆ, ਗੁਰੂ ਸਾਹਿਬ ਨੂੰ ਘਾਟ ਨਹੀਂ ਹੁੰਦੇ ਕਿਸੇ ਚੀਜ਼ ਦੀ। ਕਈ ਵਾਰੀ ਪਰਚਾ ਪ੍ਰੀਖਿਆਵਾਂ ਹੀ ਹੁੰਦੀਆਂ ਤੇ ਕੁਝ ਮੈਸੇਜ ਦੇਣੇ ਹੁੰਦੇ ਗੁਰੂ ਸਾਹਿਬ ਨੇ। ਮਹਾਰਾਜ ਕਹਿੰਦੇ ਨਾ ਜਾ ਹਜੇ। ਪਰ ਜਦੋਂ ਗੁਰੂ ਸਾਹਿਬ ਨੇ ਜਾਣ ਨਾ ਦਿੱਤਾ ਨਾ, ਤੇ ਉਹਨੇ ਕੀ ਕੀਤਾ ਵੀ ਗੁਰੂ ਸਾਹਿਬ ਤੋਂ ਚੋਰੀ ਪਿੱਛੇ ਨੂੰ ਚਾਲੇ ਪਾ ਦਿੱਤੇ, ਘੋੜਾ ਲੈ ਕੇ ਤੁਰ ਗਿਆ। ਗੁਰੂ ਸਾਹਿਬ ਨੇ ਪੁੱਛਿਆ ਵੀ ਮੇਰਾ ਪੁੱਤ ਕਿੱਥੇ ਆ, ਮੇਰਾ ਸਿੱਖ ਕਿੱਥੇ ਆ, ਕਿੱਧਰ ਗਿਆ? ਮੈਂ ਤਾਂ ਉਹਨੂੰ ਕਿਹਾ ਸੀ ਰੁਕ ਜਾ, ਉਹ ਚਲਾ ਗਿਆ ਕਿਤੇ? ਸਿੰਘ ਕਹਿੰਦੇ ਮਹਾਰਾਜ ਉਹ ਤਾਂ ਚਲਾ ਗਿਆ। ਗੁਰੂ ਸਾਹਿਬ ਕਹਿੰਦੇ ਜਾਓ, ਉਹਨੂੰ ਮੋੜ ਕੇ ਲਿਆਓ, ਉਹਨੂੰ ਕਹੋ ਕਿ ਗੁਰੂ ਜਾ। ਕੁਝ ਸਿੰਘ ਉਹਦੇ ਉਸ ਸਿੰਘ ਦੇ ਪਿੱਛੇ ਜਾਂਦੇ ਆ, ਸਿੰਘ ਨੂੰ ਰੋਕਿਆ ਤੇ ਕਹਿਣ ਲੱਗੇ ਸਿੰਘਾ, ਗੁਰੂ ਸਾਹਿਬ ਨੇ ਇਹ ਹੁਕਮ ਲਾਇਆ ਵੀ ਤੂੰ ਹਜੇ ਨਹੀਂ ਜਾਣਾ, ਕੁਝ ਸਮੇਂ ਬਾਅਦ ਚੱਲ ਜੀ। ਸਿਰਫ ਇੱਥੋਂ ਇੱਕ ਤਸਵੀਰ ਸਮਝਣੀ ਹੈ, ਗੁਰੂ ਸਾਹਿਬ ਸਾਡੇ ਤੋਂ ਕੀ ਉਮੀਦ ਕਰਦੇ ਆ। ਜੇ ਅਸੀਂ ਗੁਰੂ ਦੇ ਪਰਿਵਾਰ ਦਾ ਹਿੱਸਾ ਬਣ ਗਏ ਆ, ਹੁਣ ਸਾਡੀ ਮਰਜ਼ੀ ਨਹੀਂ ਹੈ ਵੀ ਅਸੀਂ ਵਾਪਸ ਮੁੜ ਜਾਈਏ ਨਾ। ਹੁਣ ਜੇ ਕਹੀਏ ਵੀ ਅੰਮ੍ਰਿਤ ਛਕ ਕੇ, ਹੁਣ ਮੈਂ ਕਈ ਵਾਰੀ ਕਹਿ ਦਿੰਦਾ, ਅਕਸਰ ਮੈਨੂੰ ਨਾ ਕਈ ਵਾਰੀ ਸਵਾਲ ਕਰ ਲੈਂਦੇ ਲੋਕ ਵੀ ਆਪੋ ਆਪਣੀ ਮਰਜ਼ੀ ਆ ਜੀ, ਸਾਡੀ ਪਰਸਨਲ ਚੁਆਇਸ ਹੈ, ਅਸੀਂ ਜੋ ਮਰਜ਼ੀ ਕਰੀਏ। ਵੀ ਮੈਂ ਹੁਣ ਡੀਜਿਆਂ 'ਤੇ ਨੱਚਾਂ, ਮੇਰੀ ਪਰਸਨਲ ਚੁਆਇਸ ਹੈ, ਮੈਂ ਗੀਤ ਸੁਣਾ, ਮੇਰੀ ਪਰਸਨਲ ਚੁਆਇਸ ਹੈ, ਤੁਸੀਂ ਕੌਣ ਹੁੰਦੇ ਹੋ? ਤੇ ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਦਾ ਹੈ, ਪਰਸਨਲ ਚੁਆਇਸ ਹੈ ਇਹ ਆਮ ਮਨੁੱਖ ਕਹਿ ਸਕਦਾ। ਹੁਣ ਗਾਤਰਾ ਸਾਡੇ ਗੁਰੂ ਦਾ ਹੈ, ਕਕਾਰ ਸਾਡੇ ਗੁਰੂ ਦੇ ਹੈ, ਦਸਤਾਰ ਸਾਡੇ ਗੁਰੂ ਦੀ ਹੈ, ਕੇਸ ਸਾਡੇ ਗੁਰੂ ਦੇ ਨੇ, ਪਹਿਰਾਵਾ ਸਾਡੇ ਗੁਰੂ ਦਾ ਹੈ। ਫਿਰ ਚੁਆਇਸ ਮੇਰੀ ਪਰਸਨਲ ਕਿਵੇਂ ਹੋ ਗਈ? ਮਰਜ਼ੀ ਮੇਰੀ ਆਪਣੀ ਕਿਵੇਂ ਹੋ ਗਈ? ਹੁਣ ਤਾਂ ਮਰਜ਼ੀ ਵੀ ਗੁਰੂ ਦੀ ਚੱਲਣੀ ਹੈ। ਇਸ ਕਰਕੇ ਹੁਣ ਅਸੀਂ ਪਿੱਛੇ ਨਹੀਂ ਮੁੜ ਸਕਦੇ, ਹੁਣ ਤਾਂ ਅਗਾਂਹ ਹੀ ਤੁਰਨਾ ਪੈਣਾ। ਤੇ ਅਗਾਂਹ ਤੁਰਨ ਵਾਲੇ ਵੀ ਇਹ ਧਿਆਨ ਰੱਖਣ, ਇਹ ਰਸਤਾ ਐਵੇਂ ਨਹੀਂ ਹੈਗਾ ਵੀ ਆਪਾਂ ਸਿੱਧੇ ਸਪਾਟ ਤੁਰੇ ਜਾ ਰਹੇ ਹਾਂ ਨਾ। ਸਿੱਧੇ ਉਹ ਵੀ ਬੜਾ ਸੌਖੀ ਗੱਲ ਸੀ, ਸਿੱਧੇ ਤੁਰੇ ਜਾਂਦੇ ਨਾ, ਰਾਜ ਕਿਤੇ ਡਿੱਗ ਵੀ ਪੈਂਦੇ ਤੇ ਉੱਠ ਕੇ ਉੱਥੋਂ ਹੀ ਚੱਲਿਆ ਜਾ ਸਕਦਾ ਸੀ। ਕਿਤੇ ਡਿੱਗ ਪਏ, ਮੰਨ ਲਓ ਸਿੱਧੇ ਰਸਤੇ 'ਤੇ ਤੁਰੇ ਜਾਈਏ ਨਾ, ਤੁਰਦੇ ਗਏ ਤੇ ਉਹ ਉੱਥੇ ਜਾ ਕੇ ਡਿੱਗ ਪਏ ਠਿੱਡਾ ਖਾ ਕੇ, ਤੇ ਉੱਥੋਂ ਹੀ ਖੜੇ ਹੋ ਕੇ ਆਪਾਂ ਤੁਰ ਸਕਦੇ ਸੀ। ਪਰ ਇਹ ਸਿੱਖੀ ਦਾ ਰਸਤਾ ਐਵੇਂ, ਅਧਿਆਤਮਕ ਦਾ ਧਰਮ ਦਾ ਰਸਤਾ ਕਦੀ ਐਵੇਂ ਦਾ ਨਹੀਂ ਹੁੰਦਾ। ਇਹ ਇੱਕ ਰਸਤਾ ਐਵੇਂ ਆ ਜਿਵੇਂ ਪਹਾੜੀ 'ਤੇ ਚੜ੍ਹਦੇ ਪਏ ਆ, ਕਿਉਂਕਿ ਇੱਥੇ ਇੰਜ ਨਹੀਂ ਗੱਲ ਬਣਨੀ ਵੀ ਤੂੰ ਡਿੱਗ ਗਿਆ ਤੇ ਤੂੰ ਉੱਥੋਂ ਹੀ ਖੜਾ ਹੋ ਕੇ ਚੱਲ ਪਏਗਾ। ਨਹੀਂ, ਕੋਈ ਪਤਾ ਨਹੀਂ ਕਿੱਥੋਂ ਤੱਕ ਰਿੜਨਾ ਹੈ ਹੁਣ ਤੂੰ ਵਾਪਸ। ਇੱਕ ਵਾਰੀ ਡਿੱਗ ਗਿਆ, ਪਤਾ ਨਹੀਂ ਹੁਣ ਕਿੱਥੋਂ, ਕੀ ਪਤਾ, ਕਈ ਵਾਰੀ ਸ਼ੁਰੂ ਤੋਂ ਹੀ ਸ਼ੁਰੂ ਕਰਨਾ ਪੈ ਜਾਂਦਾ, ਕਿਉਂਕਿ ਇਹ ਸਫ਼ਰ ਤਾਂ ਨੂੰ ਹੈ, ਪਹਾੜ ਵੱਲ ਹੈ। ਇਸ ਕਰਕੇ ਇਹਦੇ ਵਿੱਚ ਬੜੀ ਸਾਵਧਾਨੀ ਵਰਤਣੀ ਪੈਣੀ ਆ। ਗੁਰੂ ਸਾਹਿਬ ਕਹਿੰਦੇ ਉਹਨੂੰ ਮੋੜ ਕੇ ਲਿਆਓ, ਹੁਣ ਨਹੀਂ ਮੁੜ ਸਕਦਾ। ਤੇ ਸਿੰਘ ਗਏ ਸਿਰਫ ਸਮਝਾਉਣ ਲਈ ਇੱਕ ਗੱਲ। ਸਿੰਘ ਕਹਿੰਦੇ ਸਿੰਘਾ ਵੀ ਹੁਣ ਨਾ ਮੁੜ, ਗੁਰੂ ਸਾਹਿਬ ਸੱਦਦੇ ਪਏ ਆ। ਉਹ ਕਹਿੰਦਾ ਨਹੀਂ, ਮੈਂ ਤਾਂ ਫੈਸਲਾ ਕਰ ਲਿਆ, ਮੈਂ ਤਾਂ ਹੁਣ ਜਾਣਾ ਹੈ। ਤੇ ਸਿੰਘ ਆ ਕੇ ਵਾਪਸ ਦੱਸਦੇ, ਗੁਰੂ ਸਾਹਿਬ ਜੀ ਉਹਨੇ ਨਹੀਂ ਗੱਲ ਮੰਨੀ, ਉਹ ਤਾਂ ਚਲਾ ਜਾ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਠੀਕ ਹੈ, ਫਿਰ ਅਗਲਾ ਕੰਮ ਕਰੋ, ਫਿਰ ਜਾਓ ਤੇ ਉਸ ਸਿੰਘ ਦੇ ਅੱਗੇ ਲਕੀਰ ਖਿੱਚ ਦਿਓ ਤੇ ਕਹੋ ਸਿੰਘਾ ਇਹ ਗੁਰੂ ਦੀ ਦਿੱਤੀ ਹੱਦ ਹੈ, ਜੇ ਗੁਰੂ ਦਾ ਸਤਿਕਾਰ ਕਰਦਾ ਇਹ ਲਕੀਰ ਨਾ ਪਾਰ ਕਰੀ। ਸਿੰਘਾਂ ਨੇ ਜਾ ਕੇ ਕਿਹਾ ਵੀ ਸਿੰਘਾ ਵੇਖ ਲਾ, ਗੁਰੂ ਦਾ ਸਤਿਕਾਰ ਕਰਦਾ ਹੈ, ਗੁਰੂ ਦੇ ਬਚਨਾਂ ਦੀ ਲਾਜ ਰੱਖ। ਮਹਾਰਾਜ ਨੇ ਕਿਹਾ ਲਕੀਰ ਖਿੱਚਣ ਨੂੰ, ਇਹਨੂੰ ਇੱਥੇ ਤੋਂ ਕਿਤੇ ਘੋੜਾ ਨਾ ਟਪਾ ਲਈ। ਹੁਣ ਜਦੋਂ ਅੱਗੇ ਲਕੀਰ ਖਿੱਚੀ ਗਈ, ਉਹ ਸਿੰਘ ਨੇ ਲਕੀਰ ਵੀ ਪਾਰ ਕਰ ਲਈ। ਸਿੰਘ ਵਾਪਸ ਆਏ, ਕਹਿਣ ਲੱਗੇ ਮਹਾਰਾਜ ਉਹ ਤਾਂ ਲਕੀਰ ਵੀ ਪਾਰ ਕਰ ਗਿਆ, ਉਹ ਤਾਂ ਰੁਕਿਆ ਹੀ ਨਹੀਂ। ਗੁਰੂ ਸਾਹਿਬ ਨੇ ਫਿਰ ਕੀ ਕੀਤਾ, ਆਪਣੀ ਜੇਬ ਦੇ ਵਿੱਚੋਂ ਇੱਕ ਰੁਮਾਲ ਕੱਢਿਆ। ਮਹਾਰਾਜ ਕਹਿੰਦੇ ਦਸਤਾਰ ਤਾਂ ਨਹੀਂ ਮੈਂ ਦੇ ਸਕਦਾ, ਪਰ ਆਹ ਨਿੱਕਾ ਜਿਹਾ ਇੱਕ ਟੁਕੜਾ ਹੈ ਕੱਪੜੇ ਦਾ, ਇਹ ਲੈ ਜਾਓ ਤੇ ਇਹ ਕੱਪੜਾ ਉਹਦੇ ਅੱਗੇ ਕਰਿਓ ਤੇ ਵਾਸਤਾ ਪਾਇਓ ਉਹਨੂੰ ਵੀ ਇਹ ਰੁਮਾਲ ਨਹੀਂ, ਇਹ ਗੁਰੂ ਦੀ ਦਸਤਾਰ ਹੈ। ਜੇ ਤੈਨੂੰ ਗੁਰੂ ਦੀ ਦਸਤਾਰ ਦੀ ਵੀ ਪਰਵਾਹ ਨਹੀਂ, ਫਿਰ ਚਲਾ ਜਾ, ਫਿਰ ਤੈਨੂੰ ਕੋਈ ਨਹੀਂ ਰੋਕਦਾ, ਪਰ ਇਹਦੀ ਪਰਵਾਹ ਕਰੀ। ਸਿੰਘ ਗਏ ਤੇ ਜਾ ਕੇ ਉਹ ਘੋੜੇ ਦੇ ਅੱਗੇ ਖਲੋ ਗਏ ਤੇ ਅੱਗੇ ਉਹ ਟੁਕੜਾ ਕਰ ਦਿੱਤਾ। ਕਹਿਣ ਲੱਗੇ ਸਿੰਘਾ ਵੇਖੀ ਆਹ ਇਹਨੂੰ ਨਾ ਪਾਰ ਕਰ ਜਾਈਂ। ਤੇ ਸਾਡਾ ਇਤਿਹਾਸ ਲਿਖਦਾ ਉਹ ਸਿੰਘ ਨੇ ਉਹ ਵੀ ਪਾਰ ਕਰ ਲਿਆ। ਤੇ
ਤੇ ਜਦੋਂ ਉਹ ਪਾਰ ਕੀਤਾ ਨਾ, ਉਹ ਖੜੇ ਹੋਏ ਸਿੰਘਾਂ ਦੇ ਅੱਖਾਂ ਵਿੱਚੋਂ ਅਥਰੂ ਆਉਂਦੇ ਨੇ, ਕਿਉਂਕਿ ਸਮਾਂ ਸਾਰਾ ਸ਼ਹਾਦਤਾਂ ਦਾ ਹੋ ਚੁੱਕਾ ਹੈ। ਅਥਰੂ ਆਉਂਦੇ ਨੇ ਤੇ ਬੈਰਾਗ ਵਾਲੇ ਹਿਰਦੇ ਵਿੱਚੋਂ ਕਹਿੰਦੇ, ਹੇ ਸੱਚੇ ਪਾਤਸ਼ਾਹ, ਇੱਕ ਪਾਸੇ ਤੂੰ ਜਿਹੜਾ 4 ਵਾਰ ਕੇ ਵੀ ਕਹਿਣਾ ਹੈ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਤੂੰ ਤਾਂ ਇਹਨਾਂ ਵਾਸਤੇ 4 ਵਾਰ ਕੇ ਵੀ ਪਰਵਾਹ ਨਹੀਂ ਕੀਤੀ, ਤੇ ਅੱਜ ਤੇਰੀ ਪੱਗ ਦੀ ਵੀ ਪਰਵਾਹ ਨਹੀਂ ਕਰਦੇ ਪਏ। ਅੱਜ ਇਹਨਾਂ ਨੂੰ ਤੇਰੇ ਬਾਣੇ ਦੀ ਵੀ ਪਰਵਾਹ ਨਹੀਂ ਹੈਗੀ। ਇਹ ਯਾਦ ਰੱਖਿਓ, ਇਹ ਪੱਗ ਹੁਣ ਸਾਡੀ ਨਹੀਂ ਹੈ, ਸਾਡੇ ਗੁਰੂ ਦੀ ਹੈ। ਇਹ ਜਿਹੜੇ ਪੇਸ਼ੇ ਦੇ ਵਿੱਚ ਅਸੀਂ ਆ ਰਹੇ ਹਾਂ ਨਾ, ਇਹ ਹੁਣ ਸਾਡੇ ਗੁਰੂ ਦਾ ਵਿਰਸਾ ਹੈ। ਸਾਡੀ ਕੀਤੀ ਹੋਈ ਗਲਤੀ ਮੇਰੇ ਗੁਰੂ 'ਤੇ ਉਂਗਲ ਉਠਾਏਗੀ। ਇਸ ਕਰਕੇ ਅਸੀਂ ਐਵੇਂ ਦਾ ਕੋਈ ਕੰਮ ਨਹੀਂ ਕਰਨਾ ਜਿਹਦੇ ਕਰਕੇ ਖਾਲਸੇ 'ਤੇ ਕਦੀ ਉਂਗਲ ਉੱਠੇ। ਛੋਟੇ ਬੱਚੇ ਗ੍ਰਿਫਤਾਰ ਹੁੰਦੇ ਨੇ ਸਰਹੰਦ ਵਿੱਚ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ, ਤੇ ਸਤਿਗੁਰੂ ਜੀ ਰਾਏਕੋਟ ਪਹੁੰਚੇ ਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਗੱਲ ਕਹੀ। ਰਾਏ ਕੱਲੇ ਨੂੰ ਰਾਏ ਕੱਲਾ ਮਿਲਿਆ, ਉੱਥੇ ਚੌਧਰੀ ਸੀ। ਮਹਾਰਾਜ ਕਹਿੰਦੇ, ਰਾਏ ਕੱਲੇ ਇੱਕ ਕੰਮ ਕਰ, ਮੈਂ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਅੱਖੀਂ ਸ਼ਹੀਦ ਹੁੰਦੇ ਦੇਖਿਆ, ਤੇ ਉੱਥੇ ਮੈਂ ਦੇਖਿਆ, ਉੱਥੇ ਤਾਂ ਮੇਰਾ ਵੱਡਾ ਪੁੱਤਰ ਆਇਆ, ਸਿੰਘਾਂ ਨੇ ਰੋਕਿਆ ਵੀ ਤੂੰ ਜੰਗ ਦੇ ਮੈਦਾਨ 'ਚ ਨਹੀਂ ਜਾਣਾ। ਉੱਥੇ ਤਾਂ ਮੇਰਾ ਅਜੀਤ ਸਿੰਘ ਬੋਲ ਕੇ ਕਹਿੰਦਾ ਸੀ, ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ, ਜੀਤਾ ਵੀ ਗਿਆ ਤਾਂ ਜੀਤਾ ਨਹੀਂ ਆਊਂਗਾ। ਜਾਂ ਤਾਂ ਮੈਂ ਜਿੱਤ ਕੇ ਆਵਾਂਗਾ ਜਾਂ ਸ਼ਹੀਦ ਹੋਵਾਂਗਾ, ਪਰ ਮੈਂ ਜੰਗ ਦੇ ਮੈਦਾਨ ਤੋਂ ਪਿੱਛੇ ਨਹੀਂ ਹਟਾਂਗਾ। ਉੱਥੇ ਮਹਾਰਾਜ ਕਹਿੰਦੇ ਆਪਣੇ ਹੱਥੀਂ ਉਹਨੂੰ ਸ਼ਸਤਰ ਦੇ ਕੇ ਤੋਰਿਆ, ਤੇ ਆਪਣੇ ਜ਼ਬਾਨੋਂ ਉਹਨੂੰ ਇਹ ਸੁਪਨੇ ਦੇ ਕੇ ਤੋਰਿਆ ਕਿ ਜਦੋਂ ਜੰਗ ਦੇ ਮੈਦਾਨ ਵਿੱਚ ਜਾਏ, ਮੈਨੂੰ ਪਤਾ ਹੈ ਸਾਹਮਣੇ ਲੱਖਾਂ ਨੇ, ਨਤੀਜਾ ਸ਼ਹੀਦੀ ਹੋਵੇਗਾ, ਪਰ ਜਦੋਂ ਸ਼ਹੀਦੀ ਹੋਈ ਨਾ, ਇੱਕ ਵਾਰੀ ਆਪਣਾ ਸੀਨਾ ਮੇਰੇ ਵੱਲ ਕਰ ਲਈ, ਸ਼ਹੀਦ ਹੁੰਦਿਆਂ ਮੈਂ ਦੇਖਣਾ ਚਾਹੁੰਦਾ ਮੇਰਾ ਅਜੀਤ ਸਿੰਘ ਆਪਣੀ ਛਾਤੀ 'ਤੇ ਕਿੰਨੇ ਕੁ ਫੱਟ ਖਾ ਸਕਦਾ। ਮੇਰੇ ਵੱਡੇ ਸਾਹਿਬਜ਼ਾਦੇ ਨੇ ਤਾਂ ਉਹ ਸਭ ਕੁਝ ਝੱਲਿਆ, ਸ਼ਹੀਦ ਹੋਇਆ, ਤੇ ਮੇਰਾ ਜੁਝਾਰ ਸਿੰਘ ਵੀ ਪਿੱਛੇ ਨਾ ਰਿਹਾ। ਉਹਨੂੰ ਵੀ ਸਿੰਘਾਂ ਨੇ ਬਹੁਤ ਰੋਕਿਆ ਵੀ ਜੁਝਾਰ ਸਿੰਘ, ਤੈਨੂੰ ਤਾਂ ਹਜੇ ਲੜਨਾ ਹੀ ਨਹੀਂ ਆਉਂਦਾ, ਨੇਜਾਬਾਜੀ ਸਿੱਖ ਲਈ ਹੈ, ਤਲਵਾਰ ਚਲਾਉਣੀ ਨਹੀਂ ਆਉਂਦੀ, ਤੂੰ ਜੰਗ ਦੇ ਮੈਦਾਨ 'ਚ ਨਾ ਜਾ। ਤੇ ਉੱਥੇ ਵੀ ਮੇਰਾ ਜੁਝਾਰ ਸਿੰਘ ਬੋਲ ਕੇ ਕਹਿੰਦਾ ਸੀ, ਬੋਲ ਕੇ ਆਖਿਆ ਉਹਨੇ ਕਿ ਲੜਨਾ ਨਹੀਂ ਆਤਾ ਮੁਝੇ, ਮਰਨਾ ਤੋਂ ਆਤਾ ਹੈ। ਕੀ ਹੋਇਆ? ਮੈਨੂੰ ਲੜਨਾ ਨਹੀਂ ਆਉਂਦਾ, ਮੈਨੂੰ ਮਰਨਾ ਤਾਂ ਆਉਂਦਾ ਹੀ ਹੈ ਨਾ, ਸ਼ਹੀਦੀ ਤਾਂ ਦੇਣੀ ਆਉਂਦੀ ਹੈ ਨਾ। लड़ना नहीं आता मुझे मरना तो आता है, खुद आगे बढ़ के सीस तेग पे धरना तो आता है। मेरा जुझार सिंह भी शहीद हो गया। महाराज कहते असी जकारे लाए परवाह ना की, अखी शहीद होंदे देखिया। सुनिया है कि मेरे छोटे साहबजादे सरहंद च गिरफ्तार किए गए ने। जो पता करके आओ भी उन्हां नाल की बीती है, उन्हां नाल की गुजरी। हालांकि गुरु साहब अंतरजामी ने, सब जानते हैं, पर देखो एक मैसेज देना सी और सानू देना सी की इत्थे मैं गल ते फोकस करना चाहुंदा, साडे तो की उम्मीद करते हैं साडे गुरु साहब। कहते ने भी राय कल्ले ने नूरा माही सी उस मनुख नूं भेजिया भी जाके देख के आ कि सरहंद की बीती। सरहंद जांदे ने, उत्थे सारी वो घटना जिहड़ी उन्होंने अपने कन्नी सुनी कि किवें साहिबजादियां नूं तसीहे दिते गए। उन्हां दे गुल्ले तुसीं ये सारा इतिहास जानते हो, मैं इतिहास नहीं पूरा कहना चाहुंदा। जदों साहिबजादियां दे प्रकरण आउंदे उदों आपां पूरा सुणाउने आ, टूक मात्र पंछी झात मार रहे हैं, सिर्फ एक सिद्धांत समझण लई। तुहानूं पता होवेगा तसीहे दिते गए, उन्हां नूं कोरड़े कपड़े उतार के उन्हां दे कोरड़े मारे गए, उन्हां दे गुलेलां मारियां गईयां। इतिहास ये भी दसदा है कि बाबा फतेह सिंह दी एक अख भी निकल जाती है। तो फिर उन्हां दे पोटे साड़े गए, नीहां विच चिणदे सी, ते जिहड़ी भी चीज़ अगे आ जाती सी उहनूं तेसी नाल छिल, गोडे अगे नूं वधे हुंदे आ ना, तेसी नाल छिल दिंदे सी। इन्ने तसीहे इन्ने तशद्दद झल्ले उन्होंने, पर वो फतेह सिंह ते जोरावर सिंह जपजी साहब पढ़ते रहे डोले ना। नूरा माही नूं रोण आया, वापस आए, आके वो सारी घटना सुनाई गुरु साहब नूं। ते ये याद रखियो भी साडा इतिहास दसदा भी अज जदों नूरा माही गया सी ना, ते गुरु साहब उहदे जाण तो हजे घंटा की होया है, ते गुरु साहब ने सिखां नूं पुछ लिया भी सिंघो रुख ते चढ़ो ते देखो नूरा माही आया कि नहीं आया। तो ये याद रखियो भी उत्थों उस जगह तो लैके सरहंद का जिहड़ा सफ़र पैना सी, उस वक्त दियां सहूलतां दे हिसाब नाल वो इन्ना समा लगना सी भी जे अज गया तो कल नूं ही परत सकदा सी, वध तां टाइम लग सकदा सी, पहलां नहीं सी परत सकदा। ते गुरु साहब जानदे सन, वो तो जानी जान सन, ते गुरु साहब नूं पता सी भी उन्हें कल ही परतना है, पर हजे घंटा को होया ते गुरु साहब कहंदे सिंघो रुख ते चढ़ो ते वेखो नूरा माई खबर लैके आया कि नहीं आया।
ਤੇ ਸਿੰਘ ਕਹਿੰਦੇ ਪਾਤਸ਼ਾਹ ਤੁਸੀਂ ਜਾਣਦੇ ਹੋ ਤਾਂ ਕੱਲ੍ਹ ਨੂੰ ਹੀ ਆਏਗਾ, ਹਜੇ ਤਾਂ ਘੰਟੇ ਕਿ ਥੋੜ੍ਹਾ ਸਮਾਂ ਹੀ ਬੀਤਿਆ। ਗੁਰੂ ਸਾਹਿਬ ਮੁਸਕਰਾਏ। ਥੋੜ੍ਹਾ ਸਮਾਂ ਲੰਘਿਆ ਤੇ ਸਤਿਗੁਰੂ ਜੀ ਨੇ ਫੇਰ ਕਿਹਾ, ਸਿੰਘੋ ਰੁੱਖ 'ਤੇ ਚੜ੍ਹੋ ਤੇ ਦੇਖੋ ਨੂਰਾ ਮਾਈ ਆਇਆ ਕਿ ਨਹੀਂ ਆਇਆ। ਹੁਣ ਕੁਝ ਸਿੰਘਾਂ ਦੇ ਮਨ 'ਚ ਸ਼ੱਕ ਪੈਦਾ ਹੁੰਦਾ ਵੀ ਗੁਰੂ ਸਾਹਿਬ ਤੁਸੀਂ ਦੱਸੋ ਵਾਰ-ਵਾਰ ਕੋਈ ਕਿਉਂ ਪੁੱਛਦਾ? ਇਸ ਕਰਕੇ ਹੀ ਪੁੱਛਦਾ ਨਾ ਵੀ ਜਦੋਂ ਕੋਈ ਉਤਾਵਲਾ ਹੋਵੇ ਵੀ ਜਲਦੀ ਜਲਦੀ ਖਬਰ ਮਿਲੇ, ਤੁਸੀਂ ਪੇਪਰ ਕੀਤਾ ਹੋਵੇ ਤੇ ਤੁਸੀਂ ਰਿਜ਼ਲਟ ਲਈ ਉਤਾਵਲੇ ਹੁੰਦੇ ਵੀ ਰਿਜ਼ਲਟ ਆ ਗਿਆ, ਵੀ ਰਿਜ਼ਲਟ ਆ ਗਿਆ। ਕਿਉਂ ਉਤਾਵਲੇ ਹੁੰਦੇ ਆ? ਕਦੀ ਇਸ ਕਰਕੇ ਉਤਾਵਲੇ ਹੁੰਦੇ ਆ ਵੀ ਫੇਲ ਹੋ ਗਿਆ, ਵੀ ਮੈਂ ਫੇਲ ਹੋ ਜਾਣਾ ਹੈ ਤੇ ਜਲਦੀ ਜਲਦੀ ਮੇਰਾ ਰਿਜ਼ਲਟ ਆਵੇ। ਜਿਹਨੂੰ ਪਤਾ ਹੋਵੇ ਨਾ ਮੈਂ ਫੇਲ ਹੋਣਾ ਹੈ, ਉਹ ਤਾਂ ਅਰਦਾਸਾਂ ਹੀ ਕਰਦਾ ਹੁੰਦਾ, ਰੱਬਾ ਰਿਜ਼ਲਟ ਆਵੇ ਹੀ ਨਾ। ਉਧਰ ਐਵੇਂ ਦੀ ਅਰਦਾਸਾਂ ਹੀ ਕਰਦਾ ਹੁੰਦਾ। ਉਤਾਵਲੇ ਅਕਸਰ ਉਦੋਂ ਹੋਇਆ ਜਾਂਦਾ ਜਦੋਂ ਅਸੀਂ ਚੰਗੀ ਖਬਰ ਸੁਣਨਾ ਚਾਹੁੰਦੇ ਹਾਂ। ਗੁਰੂ ਸਾਹਿਬ ਵਾਰ-ਵਾਰ ਇਸ ਤਰ੍ਹਾਂ ਗੱਲਾਂ ਕਰ ਰਹੇ ਆ ਤੇ ਸਿੰਘ ਅੰਦਾਜ਼ੇ ਲਾਉਂਦੇ ਪਏ ਆ ਵੀ ਸ਼ਾਇਦ ਗੁਰੂ ਸਾਹਿਬ ਉਤਾਵਲੇ ਹੁੰਦੇ ਪਏ ਆ। ਤੇ ਕੀ ਗੁਰੂ ਸਾਹਿਬ ਡੋਲ ਗਏ? ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਇੱਥੇ ਗੱਲ ਛੋਟੇ ਬੱਚਿਆਂ ਦੀ ਸੀ ਕਿ ਤਾਂ ਡੋਲ ਗਏ ਵੀ ਗੁਰੂ ਸਾਹਿਬ ਤਾਂ ਉਤਾਵਲੇ ਹੋ ਰਹੇ ਨੇ ਵੀ ਜਲਦੀ ਜਲਦੀ ਖਬਰ ਮਿਲੇ ਵੀ ਮੇਰੇ ਬੱਚੇ ਬਚ ਗਏ, ਮੇਰੇ ਮਾਤਾ ਜੀ ਬਚ ਗਏ। ਉਹ ਮਨ 'ਚ ਸ਼ੱਕ ਕਰਦੇ ਆ। ਇਸ ਤਰ੍ਹਾਂ ਦਿਨ ਲੰਘਿਆ, ਅਗਲਾ ਦਿਨ ਆਇਆ। ਵਿੱਚੋਂ ਕੁਝ ਸਿੱਖਾਂ ਦੀ ਗੱਲ ਕਰ ਰਿਹਾ, ਜਿਹੜੇ ਤਕੜੇ ਨੇ ਉਹਨਾਂ ਨੂੰ ਤਾਂ ਭਰੋਸਾ ਹੈ। ਤੇ ਕਹਿੰਦੇ ਅਗਲੇ ਦਿਨ ਆਇਆ, ਨੂਰਾ ਮਾਹੀ ਸਾਰੀ ਖਬਰ ਲੈ ਕੇ ਆਇਆ। ਉਹਨੇ ਸਾਰੀ ਵਾਰਤਾ ਜਿਹੜੀ ਆ ਉਹ ਰੋ ਕੇ ਸੁਣਾਈ। ਮਹਾਰਾਜ ਤੁਹਾਡੇ ਬੱਚਿਆਂ ਨੂੰ ਕੋਹ ਕੇ ਸ਼ਹੀਦ ਕੀਤਾ ਗਿਆ, ਕੋਰੜੇ ਮਾਰੇ ਗਏ, ਪੋਟੇ ਸਾੜੇ ਗਏ, ਗੁਲੇਲਾਂ ਮਾਰੀਆਂ ਗਈਆਂ, ਤੇਸੀ ਨਾਲ ਛਿੱਲਿਆ ਗਿਆ, ਨੀਹਾਂ 'ਚ ਚਿਣਿਆ ਗਿਆ। ਪਰ ਪਾਤਸ਼ਾਹ ਇੱਕ ਗੱਲ ਵਰਤੀ, ਇੰਨੇ ਤਸੀਹੇ ਦਿੱਤੇ ਗਏ ਪਰ ਤੁਹਾਡੇ ਬੱਚੇ ਤਾਂ ਪਾਠ ਜਪਜੀ ਸਾਹਿਬ ਕਰਦੇ ਰਹੇ, ਡੋਲੇ ਨਹੀਂ, ਚੀਕ ਨਹੀਂ ਮਾਰੀ। ਤੇ ਗੁਰੂ ਸਾਹਿਬ ਕਹਿੰਦੇ ਉੱਥੇ ਉਹ ਖਬਰ ਸੁਣ ਕੇ ਖਿੜਖੜਾ ਕੇ ਹੱਸ ਪਏ। ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਖਿੜਖੜਾ ਕੇ ਹੱਸੇ। ਤੇ ਹੁਣ ਜਿਨ੍ਹਾਂ ਕੱਚੇ ਪਿੱਲਿਆਂ ਨੇ ਸ਼ੱਕ ਕੀਤਾ ਸੀ ਉਹ ਆ ਕੇ ਹੁਣ ਗੁਰੂ ਸਾਹਿਬ ਨੂੰ ਕਹਿੰਦੇ ਮਹਾਰਾਜ ਕਮਾਲ ਦੀ ਗੱਲ ਹੈ, ਕੱਲ੍ਹ ਦਿਹਾੜੇ ਤੁਸੀਂ ਉਤਾਵਲੇ ਹੁੰਦੇ ਸੀ ਤੇ ਆਮ ਤੌਰ 'ਤੇ ਉਤਾਵਲਾ ਕੋਈ ਇਸ ਕਰਕੇ ਹੁੰਦਾ ਹੈ ਕਿ ਸਾਨੂੰ ਚੰਗੀ ਖਬਰ ਮਿਲੇ, ਪਰ ਪਾਤਸ਼ਾਹ ਇੱਥੇ ਖਬਰ ਤਾਂ ਸ਼ਹੀਦੀ ਦੀ ਮਿਲੀ ਹੈ, ਇਹ ਤਾਂ ਖਬਰ ਮਿਲੀ ਨਹੀਂ ਵੀ ਉਹ ਬਚ ਗਏ। ਤੇ ਸ਼ਹੀਦੀ ਦੀ ਖਬਰ ਮਿਲਣ 'ਤੇ ਵੀ ਤੁਸੀਂ ਖਿੜਖੜਾ ਕੇ ਹੱਸਦੇ ਪਏ ਹੋ। ਤੇ ਗੁਰੂ ਸਾਹਿਬ ਨੇ ਜਵਾਬ ਦਿੱਤਾ, ਸਿੰਘੋ ਜੇ ਤੁਸੀਂ ਅੰਦਾਜ਼ੇ ਇਹ ਲਾਉਣੇ ਨੇ ਨਾ ਮੈਂ ਉਤਾਵਲਾ ਹੋ ਰਿਹਾ ਸੀ, ਮੰਨ ਲਓ ਮੈਂ ਉਤਾਵਲਾ ਹੋ ਰਿਹਾ ਹੈ, ਪਰ ਯਾਦ ਰੱਖਿਓ ਜੇ ਮੈਂ ਉਤਾਵਲਾ ਹੋ ਰਿਹਾ ਸੀ ਤੇ ਮੈਂ ਉਤਾਵਲਾ ਇਸ ਕਰਕੇ ਨਹੀਂ ਸੀ ਹੋ ਰਿਹਾ ਕਿ ਮੇਰੇ ਬੱਚੇ ਬਚ ਜਾਣ, ਮੇਰੇ ਮਾਤਾ ਜੀ ਬਚ ਜਾਣ। ਮੈਂ ਉਤਾਵਲਾ ਇਸ ਕਰਕੇ ਹੋ ਰਿਹਾ ਸੀ, ਮੈਂ ਜਲਦੀ ਤੋਂ ਜਲਦੀ ਇਹਨਾਂ ਕੰਨਾਂ ਨਾਲੇ ਸੁਣਨਾ ਚਾਹੁੰਦਾ ਸੀ ਕਿ ਮੇਰੇ ਬੱਚਿਆਂ ਨੂੰ ਤਸੀਹੇ ਦਿੱਤੇ ਜਾ ਰਹੇ ਨੇ, ਮੇਰੇ ਫਤਿਹ ਸਿੰਘ ਨੂੰ ਛਿੱਲਿਆ ਜਾ ਰਿਹਾ ਹੈ, ਵੱਢਿਆ ਜਾ ਰਿਹਾ ਹੈ, ਪਰ ਮੇਰਾ ਫਤਿਹ ਸਿੰਘ ਜਪਜੀ ਪੜ੍ਹਦਾ ਰਿਹਾ, ਉਹਨੇ ਚੀਕ ਨਹੀਂ ਮਾਰੀ। ਬਸ ਆਹ ਸੁਣਨ ਵਾਸਤੇ ਮੇਰੇ ਕੰਨ ਉਤਸੁਕ ਸਨ, ਆਹ ਸੁਣਨਾ ਚਾਹੁੰਦਾ ਸੀ ਮੈਂ। ਤੇ ਉੱਥੇ ਕਿਸੇ ਕਵੀ ਨੇ ਇਹਨੂੰ ਕਵਿਤਾ ਰੂਪ 'ਚ ਵੀ ਲਿਖਿਆ। ਗੁਰੂ ਸਾਹਿਬ ਦੇ ਬੋਲ ਕਹਿੰਦੇ ਕੋਈ ਹਿੰਜ 'ਤੇ ਨਹੀਂ ਕੇਰੀ, ਕੋਈ ਆਹ 'ਤੇ ਨਹੀਂ ਕੱਢੀ, ਮੇਰੇ ਲਾਲਾਂ ਨੇ ਕਿਤੇ ਉੱਚੀ ਸਾਹ 'ਤੇ ਨਹੀਂ ਕੱਢੀ, ਤੇਸੀ ਦੇ ਨਾਲ ਜਦੋਂ ਸੱਟ ਵੱਜੀ ਸੀ ਕਰਾਰੀ, ਮੇਰੇ ਫਤਿਹ ਸਿੰਘ ਨੇ ਕਿਤੇ ਉੱਚੀ ਚੀਕ 'ਤੇ ਨਹੀਂ ਮਾਰੀ। ਬਸ ਆਹ ਸੁਣਨਾ ਚਾਹੁੰਦੇ ਸੀ। ਮਹਾਰਾਜ ਕਹਿੰਦੇ ਮੈਂ ਇਹ ਸੁਣ ਲਿਆ ਨਾ ਵੀ ਚੀਕ ਨਹੀਂ ਮਾਰੀ, ਨਿਤਨੇਮ ਕੀਤਾ। ਤੇ ਮੇਰੇ ਮਨ ਦੇ ਵਿੱਚ ਆਇਆ ਇਹ ਪੜ੍ਹ ਕੇ ਕਿ ਗੁਰੂ ਸਾਹਿਬ ਸਾਡੇ ਤੋਂ ਕੀ ਉਮੀਦ ਕਰਦੇ ਨੇ। ਆ ਯਾਦ ਰੱਖਿਓ ਵੀ ਦੁੱਖ ਤੇ ਸੁੱਖ ਜ਼ਿੰਦਗੀ ਦਾ ਹਿੱਸਾ ਨੇ, ਇਹ ਆਉਂਦੇ ਰਹਿਣੇ ਆ। ਤੇ ਮੈਂ ਜਪਜੀ ਸਾਹਿਬ ਦੀ ਵਿਆਖਿਆ ਕਰ ਰਹੇ ਸੀ ਤੇ ਆਪਾਂ ਇੱਕ ਗੱਲ ਪੜ੍ਹਦੇ ਆ ਨਾ, ਮੈਂ ਆਮ ਤੌਰ 'ਤੇ ਆਪਾਂ ਵੇਖਦੇ ਹਾਂ ਕਿ ਗੱਡੀਆਂ ਦੇ ਉੱਤੇ ਕਈਆਂ ਨੇ ਇਹ ਪੰਕਤੀ ਵੀ ਲਿਖਾਈ ਹੁੰਦੀ ਆ, ਇਹ ਭੇਦਾਤ ਤੇਰੀ ਦਾਤਾਰ। ਉਹ ਦਿਖਾਉਣਾ ਚਾਹੁੰਦੇ ਆ ਆ ਗੱਡੀ ਵੀ ਰੱਬਾ ਤੇਰੀ ਦਾਤ ਹੈ। ਪਰ ਮੈਂ ਪੜ੍ਹ ਕੇ ਹੈਰਾਨ ਹੋਇਆ, ਗੁਰੂ ਸਾਹਿਬ ਨੇ ਉੱਥੇ ਇਹ ਪੰਕਤੀ ਇਸ ਕਰਕੇ ਨਹੀਂ ਲਿਖੀ ਵੀ ਕੋਈ ਧਨ ਦੌਲਤ ਮਿਲ ਗਈ ਉਹਦੇ ਲਈ ਕਹਿ ਰਿਹਾ ਵੀ ਇਹ ਭੇਦਾਤ ਤੇਰੀ ਦਾਤਾਰ। ਮਹਾਰਾਜ ਨੇ ਉੱਥੇ ਗੱਲ ਕਹੀ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ, ਕਿੰਨਿਆਂ ਨੂੰ ਦੁੱਖ ਤੇ ਭੁੱਖ ਦੀ ਸਦਾ ਮਾਰ ਲੱਗੀ ਰਹਿੰਦੀ ਆ। ਤੇ ਉੱਥੇ ਗੁਰੂ ਸਾਹਿਬ ਕਹਿੰਦੇ ਰੱਬਾ ਇਹ ਵੀ ਤੇਰੀ ਦਾਤ ਹੀ ਹੈ, ਇਹ ਕੋਈ ਤੇਰੀ ਕਰੋਪੀ ਥੋੜ੍ਹਾ ਹੈ, ਦੁੱਖ ਵੀ ਦਾਤ ਹੈ। ਤੇ ਮੈਂ ਕਈ ਵਾਰੀ ਮਨ 'ਚ ਵਿਚਾਰ ਆਉਂਦਾ, ਸਾਡੇ ਕਈ ਵਿਦਵਾਨ ਵੀ ਦੱਸਦੇ ਹੁੰਦੇ ਆ ਗੁਰੂ ਨਾਨਕ ਸਾਹਿਬ ਪਹਿਲੇ ਰਹਿਬਰ ਜਿਨ੍ਹਾਂ ਨੇ ਦੁੱਖ ਨੂੰ ਵੀ ਦਾਤ ਦੱਸਿਆ ਹੈ। ਅੱਜ ਤੱਕ ਦੁੱਖ ਨੂੰ ਕਰੋਪੀਆਂ ਦੱਸਦੇ ਰਹੇ, ਅੱਜ ਤੱਕ ਦੁੱਖ ਨੂੰ ਸ਼ਰਾਪ ਦੱਸਦੇ ਰਹੇ, ਪਰ ਸਾਡੇ ਪਾਤਸ਼ਾਹ ਨੇ ਤਾਂ ਦੁੱਖ ਨੂੰ ਵੀ ਦਾਤ ਦੱਸਿਆ ਹੈ। ਦੁੱਖ ਤੇ ਸੁੱਖ ਜ਼ਿੰਦਗੀ ਦਾ ਹਿੱਸਾ ਨੇ, ਆਉਣਗੇ। ਤੇ ਮੈਨੂੰ ਲੱਗਦਾ ਵੀ ਗੁਰੂ ਸਾਹਿਬ ਇਹ ਦੁੱਖ ਸਾਨੂੰ ਜ਼ਿੰਦਗੀ 'ਚ ਸਮਝਾਉਣ ਲਈ ਦਿੰਦੇ ਵੀ ਨੇ, ਪਰ ਗੁਰੂ ਸਾਹਿਬ ਓਨੀ ਪਰਵਾਹ ਉਸ ਸਿੱਖ ਤੋਂ ਨਹੀਂ ਕਰਦੇ ਜਿਹੜਾ ਸਿੱਖ ਦੇ ਮੰਨ ਲਓ ਘਰ-ਬਾਰ ਨਹੀਂ ਚੰਗਾ ਹੈਗਾ, ਇਹ ਤਾਂ ਪਿੱਛੇ ਰਹਿ ਜਾਣੇ ਆ। ਵੀ ਗੱਡੀ ਨਹੀਂ ਹੈਗੀ ਤੇ ਗੁਰੂ ਸਾਹਿਬ ਪਰਵਾਹ ਕਰਦੇ ਹੁਣ ਮੇਰੇ ਬੱਚੇ ਕੋਲ ਗੱਡੀ ਨਹੀਂ ਹੈਗੀ। ਇਹ ਗੱਲਾਂ ਬੜੀਆਂ ਛੋਟੀਆਂ ਹੈ,
ਪਰ ਯਾਦ ਰੱਖਿਓ ਗੁਰੂ ਇਸ ਗੱਲ ਦੀ ਪਰਵਾਹ ਬਹੁਤ ਕਰਦੇ ਆ, ਸਿੱਖਾ ਭੁੱਖਾ ਸੌ ਜਾਂਦਾ ਹੋਵੇਗਾ ਕੋਈ ਗੱਲ ਨਹੀਂ, ਤੂੰ ਤੁਰ ਕੇ ਜਾਣਾ ਪੈਂਦਾ ਹੋਵੇਗਾ ਕੋਈ ਗੱਲ ਨਹੀਂ, ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਹੋਵੇਗਾ ਕੋਈ ਗੱਲ ਨਹੀਂ, ਤੇਰੇ ਕੋਲ ਨੌਕਰੀ ਥੋੜ੍ਹੀ ਛੋਟੀ ਹੋਵੇਗੀ ਕੋਈ ਗੱਲ ਨਹੀਂ, ਪਰ ਮੈਂ ਇਹ ਤੇਰੇ ਤੋਂ ਉਮੀਦ ਕਰਦਾ ਹੈ ਸਭ ਕੁਝ ਥੋੜ੍ਹਾ ਹੋ ਸਕਦਾ ਹੈ, ਪਰ ਮੇਰੇ ਸਿੱਖ ਕੋਲ ਨਿਤਨੇਮ ਨਾ ਥੋੜ੍ਹਾ ਹੋਵੇ, ਬਸ ਤੇਰੀ ਰੋਟੀ ਰਹਿਣੀ ਰਹਿ ਜਾਵੇ ਬਹੁਤੀ ਪਰਵਾਹ ਨਹੀਂ ਹੈ, ਪਰ ਤੇਰਾ ਨਿਤਨੇਮ ਨਾ ਰਹਿ ਜੇ। ਮੈਂ ਆਹ ਸੁਣਨਾ ਚਾਹੁੰਦਾ ਹੈ ਬਸ, ਵੀ ਮੇਰਾ ਸਿੱਖ ਸਭ ਕੁਝ ਚੱਲ ਸਕਦਾ ਹੈ, ਪਰ ਮੇਰਾ ਸਿੱਖ ਇਹ ਸਹਿਣ ਨਹੀਂ ਕਰ ਸਕਦਾ ਕਿ ਨਿਤਨੇਮ ਮਿਸ ਹੋ ਗਿਆ ਹੈ। ਕਿ ਇਹਨਾਂ ਐਕਸਪੈਕਟੇਸ਼ਨਸ 'ਤੇ ਅਸੀਂ ਕਿੰਨਾ ਕੁ ਖਰਾ ਉਤਰਦੇ ਪਏ ਹਾਂ। ਆਪਣਾ ਜੀਵਨ ਜਿਹੜਾ ਕਿੰਨਾ ਕੁ ਉੱਚੇ ਲੈ ਕੇ ਜਾ ਰਹੇ ਆ। ਇਸ ਕਰਕੇ ਹੁਣ ਥੋੜ੍ਹਾ ਜਿਹਾ ਆਪਾਂ ਹੋਰਾਂ ਗੱਲਾਂ ਵੱਲ ਆਉਂਦੇ ਹਾਂ। ਬਾਪੂ ਜੀ ਟਾਈਮ ਕਿੰਨਾ ਮੈਂ ਹਿਸਾਬ ਦੇ ਹਿਸਾਬ ਨਾਲ ਦੇਖ ਲਿਆ, ਕਿੰਨੇ ਸਮੇਂ ਤੱਕ ਕਰਨੀ ਚਾਹ? ਬਸ 1:15 ਵਜੇ। ਹਾਂਜੀ 1:15 ਵਜੇ। ਅੱਧਾ ਘੰਟਾ। ਅੱਛਾ ਤੋ ਹੁਣ ਆਪਾਂ ਥੋੜ੍ਹੀਆਂ ਜਿਹੀਆਂ ਹੋਰ ਗੱਲਾਂ ਵੱਲ ਆਉਂਦੇ। ਤਾਂ ਇੰਨੀ ਗੱਲ ਆਪਾਂ ਦ੍ਰਿੜ ਕੀਤੀ ਹੈ ਕਿ ਗੁਰੂ ਸਾਹਿਬਾ ਸਾਡੇ ਤੋਂ ਉਮੀਦ ਕਰਦੇ। ਇਸ ਕਰਕੇ ਕਿਹਾ ਜਾਂਦਾ ਹੈ ਨਿਤਨੇਮ ਕਰਨਾ ਕਿ ਨਹੀਂ ਕਰਨਾ ਇਹ ਸਾਡੀ ਮਰਜ਼ੀ ਨਹੀਂ ਹੈਗੀ। ਦਸਵੰਧ ਕੱਢਣਾ ਕਿ ਨਹੀਂ ਕੱਢਣਾ ਇਹ ਮਰਜ਼ੀ ਨਹੀਂ ਹੈਗੀ ਵੀ ਅਸੀਂ ਕਹੀਏ ਵੀ ਮੇਰੀ ਮਰਜ਼ੀ, ਚੱਲ ਅੱਜ ਨਹੀਂ ਕੀਤਾ ਕੱਲ੍ਹ ਨੂੰ ਕਰ ਲਾਂਗੇ ਨਾ। ਨਿਤਨੇਮ ਕਰਨਾ ਗੁਰੂ ਦਾ ਹੁਕਮ ਹੈ, ਹੁਕਮ ਤੇ ਮਰਜ਼ੀ ਨਹੀਂ ਚੱਲਦੀ ਹੁੰਦੀ। ਤੇ ਸਿੱਖਾਂ ਨੇ ਐਸਾ ਜੀਵਨ ਕਰਕੇ ਵੀ ਦਿਖਾਇਆ। ਬਾਬਾ ਫਰੀਦ ਸਾਹਿਬ ਦਾ ਆਪਾਂ ਇਹਨੂੰ ਗਾਉਂਦੇ ਹੀ ਆ, ਚਲੋ ਫਿਰ ਸੁਣਿਓ, ਫਿਰ ਇਹਦੀ ਆਪਾਂ ਵਿਆਖਿਆ ਕਰਦੇ ਹਾਂ। ਸਾਰੇ ਫਿਰ ਅੱਖਾਂ ਬੰਦ ਕਰਿਓ ਉਸੇ ਟਿਊਨ ਦੇ ਵਿੱਚ। ਵਾਹਿਗੁਰੂ 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 ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਗਲੀਏ ਚਿੱਕੜ ਦੂਰ ਘਰ ਨਾਲ ਨੇ ਚੱਲਾਂ ਤਾਂ ਭਿੱਜੈ ਕੰਬਲੀ ਰਾਹਾਂ ਤਾਂ ਟੁੱਟੈ ਨੇ ਹੋ ਚੱਲਾਂ ਤਾਂ ਭਿੱਜੈ ਕੰਬਲੇ ਰਾਹਾਂ ਤਾਂ ਟੁੱਟੇ ਨੇ ਭਿਜੋ ਸਿਜੋ ਕੰਬਲੀ ਅੱਲੋਹ ਵਰਸੋ ਮੇ ਹੋ ਭਿਜੋ ਸਿਜੋ ਕੰਬਲੇ ਅੱਲੋ ਵਰਸੇ ਮੇ ਜਾਏ ਮਿਲਾਤ ਨਾ ਸਜਣਾ ਟੁੱਟੋ ਨਾਹੀ ਨੇ ਹੋ ਜਾਏ ਮਿਲਾਤ ਨਾ ਸਜਣਾ ਟੁੱਟੋ ਨਾ ਨੇ ਬਾਬਾ ਫਰੀਦ ਸਾਹਿਬ ਕਹਿੰਦੇ ਮੇਰੇ ਕੋਲ ਮੁਸ਼ਕਲਾਂ ਆ ਗਈਆਂ, ਪਿਆਰੇ ਨੂੰ ਮਿਲਣ ਜਾਣਾ ਹੈ, ਪਰ ਜੇ ਮੈਂ ਜਾਣਾ ਹੈ ਰਾਹ 'ਚ ਮੀਂਹ ਪੈਂਦਾ ਪਿਆ, ਚਿੱਕੜ ਬਹੁਤ ਹੈ, ਜੇ ਜਾਣਾ ਹੈ ਮੇਰੇ ਕੱਪੜੇ ਭਿੱਜਦੇ ਆ, ਨਹੀਂ ਜਾਂਦਾ ਪਿਆਰੇ ਤੋਂ ਪਿਆਰ ਟੁੱਟਦਾ, ਕੀ ਕਰਾਂ ਮੈਂ ਹੁਣ। ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਉਹ, ਇੱਕ ਤਾਂ ਗਲੀ 'ਚ ਚਿੱਕੜ ਹੈ, ਪਿਆਰੇ ਦਾ ਘਰ ਦੂਰ ਹੈ, ਜੇ ਤੁਰਦਾ ਹੈ ਤੇ ਮੇਰੇ ਕੱਪੜੇ ਖਰਾਬ ਹੁੰਦੇ ਆ। ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ। ਤੇ ਫਿਰ ਮਹਾਰਾਜ ਕਹਿੰਦੇ ਚੱਲਾਂ ਤਾਂ ਭਿੱਜੇ ਕੰਬਲੀ ਰਾਹਾਂ ਤਾਂ ਟੁੱਟੇ ਨੇਹੋ। ਜੇ ਚੱਲਦਾ ਹੈ ਤੇ ਕੰਬਲੀ ਭਿੱਜਦੀ ਆ, ਨਹੀਂ ਚੱਲਦਾ ਤੇ ਪਿਆਰੇ ਤੋਂ ਨਹੀਂ ਟੁੱਟਦਾ, ਕੀ ਕਰਾਂ ਮੈਂ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਸਿੱਖੋ ਮੈਂ ਤਾਂ ਆਪਦਾ ਰਸਤਾ ਚੁਣ ਲਿਆ, ਹੁਣ ਤੁਸੀਂ ਵੇਖ ਲਓ ਕੀ ਚੁਣਨਾ ਹੈ। ਕਹਿੰਦੇ ਭਿੱਜੋ ਸਿੱਜੋ ਕੰਬਲੀ ਅੱਲੋਹ ਵਰਸੋ ਮੇਹੋ ਜਾਏ ਮਿਲਾਂ ਤੇ ਨਾ ਸੱਜਣਾ ਟੁੱਟੋ ਨਾ ਹੀ ਨੇਹੋ। ਕਹਿੰਦੇ ਜਿੰਨਾ ਮੀਂਹ ਪੈਂਦਾ ਹੈ ਨਾ ਅੱਲਾ ਕਰੇ ਇਹਦੇ ਤੋਂ ਵੀ ਵੱਧ ਪੈ ਜਾਵੇ, ਕੰਬਲੀ ਭਿੱਜਦੀ ਤੇ ਭਿੱਜ ਲੈਣ ਦਿਓ, ਕੱਪੜੇ ਖਰਾਬ ਹੁੰਦੇ ਤੇ ਹੋ ਲੈਣ ਦਿਓ, ਮੀਂਹ ਪੈਂਦਾ ਤੇ ਪੈ ਲੈਣ ਦਿਓ, ਪਰ ਮੈਂ ਆਪਣੇ ਪਿਆਰੇ ਦਾ ਦਰ ਨਹੀਂ ਛੱਡਣਾ। ਤੇ ਇਹ ਸਿੱਖਾਂ ਨੇ ਵੀ ਕਰਕੇ ਦਿਖਾਇਆ ਹੈ ਕਿ ਸਾਡੇ, ਕਿਉਂਕਿ ਜਦੋਂ ਅਸੀਂ ਰਸਤੇ 'ਤੇ ਚੱਲਦੇ ਹਾਂ ਨਾ, ਇਸ ਰਸਤੇ 'ਤੇ
ਮੁਸ਼ਕਲਾਂ ਬਹੁਤ ਹੈ, ਰੁਕਾਵਟਾਂ ਬਹੁਤ ਹੈ, ਕਿਉਂਕਿ ਇਸ ਰਸਤੇ 'ਤੇ ਚੱਲਣ ਵਾਲੇ ਥੋੜ੍ਹੇ ਹੈ ਅਤੇ ਰੋਕਣ ਵਾਲੇ ਬਹੁਤ ਜ਼ਿਆਦਾ ਹੈ। ਅਕਸਰ ਮੈਂ ਇੱਕ ਗੱਲ ਕਹਿੰਦਾ ਹੁੰਦਾ, ਕਈ ਵਾਰੀ ਦੁਨਿਆਵੀ ਬੰਦੇ ਇਹ ਗੱਲਾਂ ਕਹਿ ਦਿੰਦੇ ਆ ਵੀ ਜਦੋਂ ਆਪਾਂ ਆਹ ਗੱਲਾਂ ਕਰਦੇ, ਅੱਜ ਸੁਬਾਹ ਬਾਪੂ ਜੀ ਵੀ ਕਹਿ ਰਹੇ ਸੀ, ਆਪਾਂ ਕਹਿੰਦੇ ਆ ਵੀ ਕੇਸਾਂ ਦੀ ਸੰਭਾਲ ਕਰਨੀ ਚਾਹੀਦੀ ਹੈ, ਅਤੇ ਕਈ ਕਹਿ ਦਿੰਦੇ ਆ ਵੀ ਤੁਸੀਂ ਥੋਪਦੇ ਹੋ, ਕੱਟੜਤਾ ਕਰਦੇ ਹੋ, ਗੀਤ ਨਹੀਂ ਸੁਣਨੇ, ਥੋਪਦੇ ਹੋ। ਅਤੇ ਮੈਂ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਹੈ, ਧਰਮੀ ਬੰਦੇ ਕਦੀ ਨਹੀਂ ਥੋਪਦੇ। ਜਿੰਨਾ ਥੋਪਿਆ ਦੁਨਿਆਵੀ ਬੰਦਿਆਂ ਵੱਲੋਂ ਜਾਂਦਾ ਹੈ ਨਾ, ਧਰਮੀ ਬੰਦੇ ਨਹੀਂ ਥੋਪਦੇ। ਮੈਂ ਐਗਜ਼ਾਮਪਲਸ ਦੇ ਸਕਦਾ, ਬੱਸ 'ਚ ਜਾਂਦੇ ਪਏ ਆ, ਮੈਂ ਗੀਤ ਨਹੀਂ ਸੁਣਨਾ ਚਾਹੁੰਦਾ, ਬੱਸ 'ਚ ਲਾਏ ਹੋਏ ਨੇ ਉਹ ਗੀਤ, ਥੋਪੇ ਜਾ ਰਹੇ ਨੇ ਮੇਰੇ 'ਤੇ। ਕੌਣ ਥੋਪ ਰਿਹਾ? ਦੁਨਿਆਵੀ ਥੋਪਦੇ ਪਏ ਨੇ। ਆਨੰਦ ਕਾਰਜ 'ਤੇ ਮੈਂ ਵੇਖਿਆ ਵੀ ਆਪਣੇ ਘਰ ਦੇ ਜ਼ੋਰ ਲਾਉਂਦੇ, ਡੀਜੇ ਲਾਓ, ਡੀਜੇ ਲਾਓ। ਗੁਰਸਿੱਖ ਨਹੀਂ ਲਾਉਣਾ ਚਾਹੁੰਦੇ, ਉਹ ਰਸਮਾਂ ਦਾ ਨਾਮ ਦੇ ਦੇ ਕੇ ਲਵਾਉਂਦੇ ਨੇ। ਕੌਣ ਥੋਪਦਾ? ਬੱਚੇ ਬਾਣੀ 'ਚ ਰਹਿਣਾ ਚਾਹੁੰਦੇ ਆ ਅਤੇ ਜ਼ਬਰਦਸਤੀ ਉਹਨਾਂ ਨੂੰ ਲਾਲ ਪੀਲੇ ਸੂਟ ਪਵਾਏ ਜਾਂਦੇ ਵੀ ਤੂੰ ਉੱਥੇ ਜਾਣਾ, ਤੂੰ ਐਵੇਂ ਕਿਵੇਂ ਲੱਗੇਂਗੀ, ਨੂੰਹ ਆ ਤੂੰ, ਕਹਿ ਦਿੰਦੇ ਆ। ਜਿੰਨਾ ਥੋਪਿਆ ਦੁਨਿਆਵੀ ਬੰਦਿਆਂ ਵੱਲੋਂ ਜਾਂਦਾ ਹੈ, ਧਰਮੀਆਂ ਵੱਲੋਂ ਨਹੀਂ ਥੋਪਿਆ ਜਾਂਦਾ, ਯਾਦ ਰੱਖਿਓ। ਪਰ ਇਹ ਯਾਦ ਰੱਖਿਓ, ਧਰਮੀਆਂ ਦਾ ਰਸਤਾ ਬੜਾ ਔਖਾ ਹੈ। ਕਿਉਂ? ਕਿਉਂਕਿ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਸੰਸਾਰੀ ਬਹੁਤ ਵੱਡੀ ਗਿਣਤੀ 'ਚ ਹੈ, ਧਰਮੀ ਬੜੇ ਥੋੜ੍ਹੇ ਨੇ। ਇਸ ਕਰਕੇ ਸਾਰੇ ਇਹ ਯਾਦ ਰੱਖਿਓ, ਪੂਰੀ ਦੁਨੀਆ ਸਾਨੂੰ ਘੇਰਾ ਪਾ ਕੇ ਬੈਠੀ ਹੈ, ਮੁਸ਼ਕਲਾਂ ਬਹੁਤ ਨੇ। ਪਰ ਇਹ ਧਿਆਨ ਰੱਖਿਓ, ਜਿਵੇਂ ਬਾਬਾ, ਇਹ ਹੁਣ ਇਹਨੂੰ ਉਦਾਹਰਨਾਂ ਦੇ ਕੇ ਦੱਸਿਆ ਬਾਬਾ ਫਰੀਦ ਸਾਹਿਬ ਨੇ, ਕਹਿੰਦੇ ਮੈਂ ਪਿਆਰੇ ਨੂੰ ਮਿਲਣ ਜ਼ਰੂਰ ਜਾਵਾਂਗਾ, ਜਿੰਨੀਆਂ ਮੁਸ਼ਕਲਾਂ ਆਉਂਦੀਆਂ ਆ ਲੈਣ ਦਿਓ। ਅਤੇ ਸਿੱਖਾਂ ਨੇ ਕਰਕੇ ਦਿਖਾਇਆ ਹੈ। ਦੁਨਿਆਵੀ ਬੰਦਿਆਂ ਨੇ ਖੋਪੜੀਆਂ ਲਾਈਆਂ, ਆਰਿਆਂ ਨਾਲ ਚੀਰਿਆ, ਬੰਦ ਕੱਟੇ, ਤਸੀਹੇ ਦਿੱਤੇ, ਅਤੇ ਸਿੱਖਾਂ ਨੇ ਬੋਲ ਕੇ ਕਿਹਾ ਹੈ ਤੁਸੀਂ ਖੋਪੜੀਆਂ ਲਾਉਣੀਆਂ ਬੇਸ਼ੱਕ ਲਾ ਦਿਓ, ਆਰੇ ਨਾਲ ਚੀਰਨਾ ਬੇਸ਼ੱਕ ਚੀਰ ਦਿਓ, ਸਾਡੇ ਬੰਦ ਕੱਟਣੇ ਤਾਂ ਕੱਟ ਦਿਓ, ਪਰ ਅਸੀਂ ਸਿੱਖੀ ਨਹੀਂ ਛੱਡਣੀ, ਜੋ ਮਰਜ਼ੀ ਹੋ ਜਾਵੇ, ਸਿੱਖੀ ਨਹੀਂ ਛੱਡਣੀ ਅਸੀਂ। ਅਤੇ ਇਹ ਦ੍ਰਿੜ ਨਿਸ਼ਚਾ ਲੈ ਕੇ ਚੱਲਣਾ ਹੈ। ਕਿਉਂਕਿ ਨਾ ਆਪਾਂ ਅਕਸਰ ਇਹ ਗੱਲਾਂ ਸੁਣਦੇ ਹਾਂ ਜੀ, ਕੀਰਤਨੀਆਂ ਦਾ ਜੀ ਸਤਿਕਾਰ ਨਹੀਂ ਹੁੰਦਾ, ਸ਼ੁਰੂ ਕਰਦੇ ਆ। ਹੁਣ ਸਤਿਕਾਰ ਨਹੀਂ ਹੁੰਦਾ ਕਿਉਂਕਿ ਉਹ ਸਿੰਗਰਾਂ ਨਾਲ ਕੰਪੇਅਰ ਕਰਦੇ ਆ ਨਾ, ਵੀ ਉਹਨਾਂ ਸਤਿਕਾਰ ਤਾਂ ਫਿਰ ਉਹਨਾਂ ਦਾ ਮਿਲਦਾ, ਉਹ ਗੱਡੀਆਂ 'ਚ ਘੁੰਮਦੇ ਆ ਅਤੇ ਸਾਨੂੰ ਕਈ ਵਾਰੀ ਆਲਟੋ 'ਚ ਹੀ ਜਾਣਾ ਪੈਂਦਾ ਹੈ, ਕਈ ਫਿਰ ਗੱਲਾਂ ਕਰਦੇ ਆ। ਦੁਨੀਆ ਨਾਲ ਨਾ ਕੰਪੇਅਰ ਕਰੋ ਸਾਨੂੰ, ਇਹ ਨਿਸ਼ਚਾ ਲੈ ਕੇ ਚੱਲੋ। ਇਹ ਲੋਕਾਂ ਦਾ ਫਰਜ਼ ਹੈ, ਉਹਨਾਂ ਦੇਣਾ ਕਿ ਨਹੀਂ ਸਤਿਕਾਰ ਦੇਣਾ, ਪਰ ਅਸੀਂ ਆਪਦੀ ਜ਼ਿੰਮੇਵਾਰੀ ਸਾਂਭਣੀ ਹੈ। ਆਪਾਂ ਵੇਖਦੇ ਜਿੰਨੇ ਸਿੰਗਰ ਬਣੇ ਆ ਨਾ, ਉਹ ਪਿੱਛੇ ਕੋਈ ਢਾਡੀ ਹੋਇਆ ਕਰਦਾ ਸੀ, ਕੋਈ ਕੀਰਤਨੀਆ ਹੋਇਆ ਕਰਦਾ ਸੀ, ਕਹਿ ਦਿੰਦੇ ਆ ਵੀ ਆਖੇ ਜੀ ਮੈਂ ਤਾਂ ਉੱਥੇ ਕੀਰਤਨ ਕਰਦਾ ਹੁੰਦਾ ਸੀ ਜੀ, ਸਾਨੂੰ ਇੰਨੀ ਭੇਟਾ। ਉਹ ਠੀਕ ਹੈ, ਉਹ ਪ੍ਰਬੰਧਕਾਂ ਦੀ ਗਲਤੀ ਹੈ, ਇਹ ਉਹਨਾਂ ਦਾ ਫਰਜ਼ ਹੈ, ਸਾਨੂੰ ਉਹਦੇ 'ਤੇ ਵੀ ਕੰਮ ਕਰਨਾ ਪੈਣਾ। ਪਰ ਅਸੀਂ ਆਪਦੇ ਕਸੂਰ ਦਾ ਜ਼ਿੰਮੇਵਾਰ ਕਿਸੇ ਨੂੰ ਵੀ ਨਹੀਂ ਨਾ ਠਹਿਰਾ ਸਕਦੇ। ਗੁਰੂ ਸਾਹਿਬ ਨੇ ਤਾਂ ਇਹ ਕਿਹਾ ਹੀ ਨਹੀਂ ਵੀ ਤੁਸੀਂ ਤਾਂ ਬਣੋ ਕਿਉਂਕਿ ਤੁਹਾਨੂੰ ਸ਼ੋਹਰਤ ਮਿਲੇਗੀ। ਮਹਾਰਾਜ ਨੇ ਤਾਂ ਕੰਡੀਸ਼ਨ ਰੱਖੀ ਨਹੀਂ ਹੈਗੀ। ਮਹਾਰਾਜ ਨੇ ਤਾਂ ਕੰਡੀਸ਼ਨ ਹੀ ਇਹ ਰੱਖੀ ਵੀ ਜੇ ਤੁਰਨਾ ਹੀ ਤਾਂ ਪਹਿਲਾਂ ਮਰਨ ਕਬੂਲ ਕਰੀ ਫਿਰ, ਅਤੇ ਜੇ ਮੌਤ ਹੀ ਕਬੂਲਣ ਲਈ ਗੱਲ ਕਹਿਤੀ, ਫਿਰ ਸਾਨੂੰ ਇਹ ਤਾਂ ਪਰਵਾਹ ਹੋਣੀ ਨਹੀਂ ਨਾ ਚਾਹੀਦੀ ਦੁਨੀਆ ਕੀ ਕਰਦੀ ਹੈ। ਇਸ ਕਰਕੇ ਇਹ ਨਿਸ਼ਚਾ ਲੈ ਕੇ ਚੱਲਿਓ, ਕੁਝ ਵੀ ਹੋ ਜਾਵੇ ਅਸੀਂ ਆਪਣੇ ਅਸੂਲ ਨਹੀਂ ਛੱਡਣੇ, ਕੁਝ ਵੀ ਹੋ ਜਾਵੇ। ਔਰ ਤੁਸੀਂ ਯਾਦ ਰੱਖਿਓ, ਇਸ ਸੰਸਥਾ ਦੇ ਵਿੱਚ ਤੁਸੀਂ ਕਰਦੇ ਹੋ ਨਾ ਕਾਰਜ, ਸਿੱਖਦੇ ਪਏ ਹੋ, ਹੁਣ ਗਾਂ ਤੁਹਾਡਾ ਜੀਵਨ ਕੈਸਾ ਹੈ ਨਾ, ਉਸ ਚੀਜ਼ ਨੇ ਇਸ ਸੰਸਥਾ ਦੀ ਛਵੀ ਵਧਾਉਣੀ ਹੈ। ਕਿਉਂਕਿ ਅਕਸਰ ਤੁਸੀਂ ਉਹਨੂੰ ਇੱਕ ਔਰਾ ਬਣਾ ਦਿਓ ਤੁਸੀਂ, ਵੀ ਮਤਲਬ ਇੱਕ ਗੱਲ ਚੱਲ ਦਿਓ ਵੀ ਆਹ ਬੱਚੀਆਂ ਜੀਵਨ ਵੇਖ ਕੇ ਹੀ ਕਹਿ ਦੇਣ ਅੱਛਾ ਇਹ ਉੱਥੋਂ ਸਿੱਖ ਕੇ ਆਏ ਆ। ਐਵੇਂ ਦਾ ਮਾਹੌਲ ਤੁਹਾਨੂੰ ਸਿਰਜਣਾ ਪੈਣਾ। ਮੈਂ ਛੋਟੀ ਜੀ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ। ਵੀਰ ਜੀ ਬੈਠੇ ਆ ਕੋਲ, ਗੁਰਕਮਲਪ੍ਰੀਤ ਸਿੰਘ। ਅਸੀਂ ਕੁਝ ਸਮਾਂ ਪਹਿਲਾਂ ਮੁਹਾਲੀ ਗਏ, ਮੇਰੀ ਕਿਉਂਕਿ ਹੁਣ ਤਾਂ ਵਰਕ ਫਰੋਮ ਹੋਮ ਚੱਲਦਾ, ਪਰ 2 ਕੁ ਦਿਨ ਵਾਸਤੇ ਸਾਨੂੰ ਮੁਹਾਲੀ ਜਾਣਾ ਪਿਆ। ਉੱਥੇ ਕੰਪਨੀ ਦੇ ਵਿੱਚ, ਕੰਪਨੀ ਵਾਲਿਆਂ ਸੱਦਿਆ, ਅਸੀਂ ਆਫਿਸ ਜਾਣਾ ਪਿਆ। ਅਤੇ ਉੱਥੇ ਕੀ ਹੋਇਆ ਵੀ ਮੈਂ ਤਾਂ ਆਪਣੇ ਜਿੱਥੇ ਉਹ PG ਸੀ ਉਹਨਾਂ ਦੀ, ਮੈਂ ਤਾਂ ਉੱਥੇ ਸੀ, ਅਤੇ ਇਹ ਸਿੰਘ ਅਤੇ ਨਾਲ ਇਹਨਾਂ ਦੇ ਇੱਕ ਹੋਰ ਸਿੰਘ, ਮੈਂ ਜਿਹੜੀ ਗੱਲ ਕਰ ਰਿਹਾ ਵੀ ਉਹ ਚੀਜ਼ਾਂ ਫਿਰ ਇੱਕ ਮਿਸਾਲ ਬਣ ਜਾਂਦੀਆਂ। ਉਹ ਮਿਸਾਲ ਸਾਨੂੰ ਬਣਾਉਣੀ ਪੈਂਦੀ ਹੈ, ਇਤਿਹਾਸ ਸਾਨੂੰ ਰਿਪੀਟ ਕਰਨੇ ਪੈਣਗੇ। ਇਹ ਗਏ ਜੀ ਉੱਥੇ, ਬੁਲਟ 'ਤੇ ਤੁਰੇ ਜਾ ਰਹੇ ਆ, ਅਤੇ ਬੁਲਟ ਦਾ ਇੱਕ ਨੰਬਰ ਹੈ, ਉਹ ਨੰਬਰ ਮੈਂ ਬਾਅਦ 'ਚ ਦੱਸੂਗਾ। ਨੰਬਰ ਪਲੇਟ 'ਤੇ ਇੱਕ ਨੰਬਰ ਲਿਖਿਆ ਇਹਨਾਂ ਦੇ ਬੁਲਟ ਦਾ। ਉਹ ਬੁਲਟ 'ਤੇ ਤੁਰੇ ਜਾ ਰਹੇ ਆ, ਅਤੇ ਕੀ ਦੇਖਦੇ ਆ ਵੀ ਇੱਕ ਪੁਲਿਸ ਵਾਲਾ ਪੁਲਿਸ ਦੀ ਵਰਦੀ ਦੇ ਵਿੱਚ, ਉਂਝ ਉਹਨੇ ਸ਼ਰਾਬ ਪੀਤੀ ਹੋਈ ਆ, ਨਾਈਟ ਵਿੱਚ ਹੈ, ਹੁਣ ਪਤਾ ਨਹੀਂ ਡਿਊਟੀ 'ਤੇ ਸੀ ਕਿ ਨਹੀਂ ਸੀ, ਸ਼ਰਾਬ ਪੀਤੀ ਹੈ, ਪੁਲਿਸ ਦੀ ਵਰਦੀ 'ਚ, ਅਤੇ ਇੱਕ ਰੇਹੜੀ ਵਾਲੇ 'ਤੇ ਰੋਹਬ ਮਾਰਦਾ ਪਿਆ ਵੀ ਚੱਲ ਇੱਥੋਂ ਤੁਰ ਜਾ। ਅਤੇ ਇਉਂ ਜਾਪਦਾ ਸੀ ਵੀ ਰੋਹਬ ਮਾਰਦਾ ਪਿਆ ਸੀ ਆਪਦਾ ਚਾਹ ਪਾਣੀ ਇਕੱਠਾ ਕਰਨ ਲਈ, ਵੀ ਮੈਂ ਰੋਹਬ ਮਾਰਾਂਗਾ ਕੋਈ 100-200 ਦੇ ਦੂਗਾ ਮੈਨੂੰ।
ਇਸ ਕਰਕੇ ਰੋਬ ਮਾਰਦਾ ਪਿਆ ਸੀ। ਤੇ ਸਾਡੇ ਸਿੰਘ ਫਿਰ ਅਣਖ ਕਰ ਲੈਂਦੇ ਆ ਨਾ ਵੀ ਜੇ ਅਸੀਂ ਬਾਣਾ ਪਾਇਆ ਤੇ ਫਿਰ ਸਾਡਾ ਫਰਜ਼ ਬਣਦਾ ਹੈ। ਤੇ ਇਹਨਾਂ ਨੇ ਰੋਕ ਲਿਆ, ਬੁਲਟ ਰੋਕ ਲਿਆ, ਉਤਰੇ ਤੇ ਜਾ ਕੇ ਫਿਰ ਉਹਨੂੰ ਕਹਿਣ ਲੱਗੇ ਵੀ ਹਾਂ ਭਾਈ ਕਿਉਂ ਰੋਬ ਮਾਰਦੇ ਪਏ ਹੋ। ਤੇ ਯਾਦ ਰੱਖੋ ਵੀ ਉੱਥੇ ਰੇਹੜੀ ਵਾਲੇ ਕੋਲ ਇੱਕ ਵੀਰ ਤੇ ਕੁਝ ਭੈਣਾਂ ਹੋਰ ਵੀ ਖਲੋਤੀਆਂ ਸੀ ਜਿਹੜੀਆਂ ਇਹਨਾਂ ਨੂੰ ਨਹੀਂ ਸੀ ਜਾਣਦੀਆਂ, ਪਰਸਨਲੀ ਨਹੀਂ ਸੀ ਜਾਣਦੀਆਂ। ਤੇ ਇਹਨਾਂ ਨੇ ਪੁਲਿਸ ਵਾਲੇ ਨੂੰ ਰੋਕਿਆ ਵੀ ਹਾਂ ਭਾਈ ਰੋਬ ਕਿਉਂ ਮਾਰਦਾ ਪਿਆ ਗਰੀਬ ਬੰਦੇ ਤੇ। ਤੇ ਉਹ ਬੰਦਾ ਕਹਿੰਦਾ ਵੀ ਤੁਸੀਂ ਆਪਦਾ ਕੰਮ ਕਰੋ। ਤੇ ਚੰਗੀ ਮਤਲਬ ਇਹਨਾਂ ਦੇ ਸੰਘਰਸ਼ ਤੋਂ ਬਾਅਦ ਆਖਰ ਉਹ ਪੁਲਿਸ ਵਾਲੇ ਨੂੰ ਵਾਪਸ ਮੁੜਨਾ ਪਿਆ, ਕਿਉਂਕਿ ਇਹਨਾਂ ਨੇ ਇੱਕ ਦਲੀਲ ਰੱਖੀ ਵੀ ਕੀ ਤੁਸੀਂ ਡਿਊਟੀ 'ਤੇ ਹੋ? ਜੇ ਡਿਊਟੀ 'ਤੇ ਹੋ ਫਿਰ ਸ਼ਰਾਬ ਕਿਉਂ ਪੀਤੀ ਹੈ? ਤੇ ਸ਼ਰਾਬ ਪੀ ਕੇ ਤੁਹਾਨੂੰ ਕਿਸੇ ਨੂੰ ਕੀ ਹੱਕ ਰੋਬ ਜਮਾਉਣ ਦਾ? ਤੇ ਜੇ ਡਿਊਟੀ 'ਤੇ ਨਹੀਂ ਹੋ ਫਿਰ ਤਾਂ ਤੁਹਾਨੂੰ ਰੋਬ ਮਾਰਨ ਦਾ ਕੋਈ ਹੱਕ ਹੀ ਨਹੀਂ ਹੈਗਾ। ਦੋਨਾਂ ਕੰਮਾਂ 'ਚ ਹੀ ਤੁਸੀਂ ਝੂਠੇ ਪੈਂਦੇ ਹੋ। ਤਾਂ ਦਲੀਲਾਂ ਦੇ ਨਾਲ ਉਹਨੂੰ ਹਰਾ ਕੇ ਉਹਨੂੰ ਵਾਪਸ ਤੋਰਿਆ। ਉਹ ਤਾਂ ਡਰਦਾ ਮੁੜ ਗਿਆ, ਪਰ ਉੱਥੇ ਕੁਝ ਭੈਣਾਂ ਖੜੀਆਂ ਸੀ। ਇਹ ਬੁਲਟ 'ਤੇ ਬਹਿ ਕੇ ਜਦੋਂ ਤੁਰਨ ਲੱਗੇ ਨਾ, ਉਹ ਭੈਣ ਅੱਗੇ ਆਈ ਤੇ ਉਹ ਭੈਣ ਬੋਲ ਕੇ ਕਹਿੰਦੀ ਵੀ ਵੀਰ ਜੀ ਇੱਕ ਗੱਲ ਕਵਾਂ। ਇਹ ਕਹਿੰਦੇ ਦੱਸੋ ਕੀ? ਉਹਨਾਂ ਨੇ ਇੱਕ ਇੰਗਲਿਸ਼ ਦੇ ਵਿੱਚ ਸ਼ਬਦ ਵਰਤਿਆ, ਕਹਿੰਦੇ ਆਈ ਲਾਈਕ ਯੂਅਰ ਨੰਬਰ ਪਲੇਟ, ਵੀ ਮੈਨੂੰ ਤੁਹਾਡੀ ਨੰਬਰ ਪਲੇਟ ਬਹੁਤ ਪਸੰਦ ਆਈ। ਤੇ ਉਹ ਨੰਬਰ ਪਲੇਟ 'ਤੇ ਪਤਾ ਕੀ ਲਿਖਿਆ ਸੀ? ਨੰਬਰ ਪਲੇਟ 'ਤੇ ਨੰਬਰ ਸੀ, ਤੇ ਨੰਬਰ ਸੀ 1984। ਨੰਬਰ ਪਲੇਟ 'ਤੇ ਨੰਬਰ ਲਿਖਿਆ ਸੀ। ਤੁਸੀਂ ਦੇਖੋ ਇਤਿਹਾਸ ਕਦੀ ਉਹ ਸਮਾਂ ਹੋਇਆ ਕਰਦਾ ਸੀ ਵੀ ਜਿਹੜੇ ਜਰਨੈਲ ਇਹ ਗੱਲਾਂ ਕਰਦੇ ਰਹੇ ਕਿ ਅਸੀਂ ਭੈਣਾਂ ਦੀਆਂ ਇੱਜ਼ਤਾਂ ਨਹੀਂ ਰੁਲਣ ਦੇਣੀਆਂ, ਅਸੀਂ ਗਰੀਬਾਂ 'ਤੇ ਧੱਕੇ ਨਹੀਂ ਹੋਣ ਦੇਣੇ। ਤੇ ਉਹਨਾਂ ਨੇ ਇੱਕ ਛਵੀ ਬਣਾਈ, ਤੇ ਅੱਜ ਜਦੋਂ ਕਿਤੇ ਉਹ ਰਿਪੀਟ ਹੁੰਦਾ ਇਤਿਹਾਸ, ਲੋਕ ਉਦੋਂ ਯਾਦ ਕਰ ਲੈਂਦੇ ਵੀ ਆਹ ਤਾਂ ਉਹੀ ਕੰਮ ਜਿਹੜੇ 84 'ਚ ਹੁੰਦੇ ਆ। ਇਹ ਮੈਂ ਗੱਲ ਕਿਉਂ ਕਹੀ? ਕਿਉਂਕਿ ਤੁਸੀਂ ਜਦੋਂ ਵਿਚਰੋਗੇ ਨਾ, ਤੇ ਤੁਸੀਂ ਜਦੋਂ ਆਪਣਾ ਜੀਵਨ ਦਿਖਾਓਗੇ, ਜਾ ਕੇ ਸਟੇਜਾਂ 'ਤੇ ਕੀਰਤਨ ਕਰੋਗੇ, ਤੇ ਲੋਕ ਤੁਹਾਨੂੰ ਵੇਖ ਕੇ ਕਹਿ ਦੇਣ ਕਿ ਆਈ ਲਾਈਕ ਯੂਅਰ ਅਕੈਡਮੀ, ਤੁਹਾਡੀ ਅਕੈਡਮੀ ਮੈਨੂੰ ਬਹੁਤ ਪਸੰਦ ਹੈ, ਤੁਸੀਂ ਉੱਥੋਂ ਸਿੱਖੇ ਜੇ ਨਾ। ਇਹ ਸ਼ਬਦ ਤੁਹਾਨੂੰ ਕਹਿਣੇ ਚਾਹੀਦੇ ਨੇ। ਤੇ ਇਵੇਂ ਦਾ ਜੀਵਨ ਬਣਾਉਣਾ ਤੁਹਾਡੀ ਜ਼ਿੰਮੇਵਾਰੀ ਹੈ। ਔਰ ਇਹ ਕੁਝ ਜਿਹੜਾ ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ, ਕਿਉਂ ਹੁਣ ਜੇ ਤੁਸੀਂ ਆ ਹੀ ਚੁੱਕੇ ਹੋ ਨਾ, ਮੈਂ ਵੇਖਦਾ ਕਈ ਵਾਰੀ ਅਸੀਂ 4-5 ਸਾਲ ਲਾ ਲੈਨੇ ਪਰ ਲਾਹਾ ਨਹੀਂ ਖੱਟ ਕੇ ਜਾਂਦੇ, ਲਾਹਾ ਖੱਟ ਕੇ ਨਹੀਂ ਜਾਂਦੇ। ਪਰ ਜੇ ਹੁਣ ਲੈਕਚਰ ਕਰ ਰਹੇ ਹਾਂ, ਤੁਸੀਂ ਧਿਆਨ ਦੇ ਨਾਲ ਸੁਣ ਰਹੇ ਹੋ, 4 ਸਾਲ ਜਿੰਨੇ ਵੀ ਸਾਲ ਲਾਉਂਦੇ ਹੋ ਉਹ ਲਾਹਾ ਖੱਟ ਕੇ ਜਾਇਓ। ਕਈ ਵਾਰੀ ਅਧੂਰੀ ਜਾਣਕਾਰੀ ਵੀ ਬੜਾ ਨੁਕਸਾਨ ਕਰਦੀ। ਜੇ ਆਏ ਹੀ ਹੋ ਨਾ, ਬਾਪੂ ਜੀ ਹੁਣੀ ਇੰਨਾ ਉਪਰਾਲਾ ਕਰਦੇ ਪਏ ਆ, ਤੇ ਇਹਦਾ ਲਾਹਾ ਜ਼ਰੂਰ ਖੱਟਿਓ। ਭਾਈ ਗੁਰਦਾਸ ਜੀ ਦਾ ਨਾ ਇੱਕ ਵਾਰ ਆਉਂਦੀ, ਪੌੜੀ ਆਉਂਦੀ ਇੱਕ ਵਾਰ ਦੇ ਵਿੱਚ, ਉਹਨੇ ਬੜੀ ਇੱਕ ਸੋਹਣੀ ਕਹਾਣੀ ਦੇ ਨਾਲ ਸਮਝਾਇਆ। ਕਈ ਵਾਰੀ ਨਾ ਅਧੂਰੀ ਜਾਣਕਾਰੀ ਬੜੀ ਖਤਰਨਾਕ ਹੁੰਦੀ ਹੈ। ਜੇ ਇਹ ਸਿੱਖਦੇ ਹੀ ਪਏ ਹੋ ਨਾ, ਪੂਰਾ ਸਿੱਖ ਕੇ ਜਾਇਓ। ਤੇ ਅੱਜ ਸੁਬਾਹ ਹੀ ਬਾਪੂ ਜੀ ਨੇ ਵੀ ਇੱਕ ਡਾਕਟਰ ਮਤਲਬ ਇਲਾਜ ਕਰਨ ਵਾਲੀ ਗੱਲ ਸੁਣਾਈ, ਤੇ ਉਦੋਂ ਹੀ ਮੈਨੂੰ ਭਾਈ ਗੁਰਦਾਸ ਜੀ ਦੀ ਵੀ ਉਹ ਗੱਲ ਯਾਦ ਆਈ। ਕਹਿੰਦੇ ਨੇ ਵੀ ਇੱਕ ਵੈਦ ਸੀ, ਡਾਕਟਰ ਸੀ, ਤੇ ਉਹਦੇ ਕੋਲ ਕੋਈ ਊਠ ਲੈ ਕੇ ਆ ਗਿਆ, ਤੇ ਊਠ ਦੇ ਸੰਗ ਵਿੱਚ ਖਰਬੂਜਾ ਫਸਿਆ ਹੋਇਆ ਸੀ। ਸੁਣੀ ਹੋਣੀ ਤੁਸੀਂ, ਖਰਬੂਜਾ ਫਸਿਆ ਸੀ। ਤੇ ਉਹ ਵੈਦ ਸੀ, ਉਹਨੇ ਉਹ ਇਲਾਜ ਕਰਨਾ ਸੀ, ਕਿਉਂਕਿ ਉਹਨੂੰ ਸਾਹ ਨਹੀਂ ਸੀ ਆਉਂਦਾ ਪਿਆ ਵਿਚਾਰੇ ਊਠ ਨੂੰ। ਤੇ ਉਸ ਵੈਦ ਦੇ ਨਾਲ ਉਹਦਾ ਚੇਲਾ ਸੀ ਜਿਹੜਾ ਵੈਦਗੀ ਸਿੱਖਦਾ ਪਿਆ ਸੀ। ਤੇ ਵੈਦ ਨੇ ਕਿਹਾ ਹੋਇਆ ਸੀ ਵੀ ਮੈਨੂੰ ਧਿਆਨ ਨਾਲ ਵੇਖੀ ਜਾਈ, ਜੋ ਕੁਝ ਮੈਂ ਕਰਦਾ ਨਾ ਸਿੱਖੀ ਜਾਈ ਤੂੰ ਕੁਛ, ਫਿਰ ਬਣ ਜਾਏਗਾ ਸਾਰਾ ਕੁਛ। ਉਹਦੇ ਗਲ ਦੇ ਵਿੱਚ ਖਰਬੂਜਾ ਫਸਿਆ ਹੋਇਆ ਸੀ। ਤੇ ਉਹਨੇ ਵੈਦ ਨੇ ਕੀ ਕੀਤਾ ਵੀ ਉਹਨੇ ਖਿੱਚ ਕੇ ਗਿੱਚੀ ਦੇ ਵਿੱਚ ਮੁੱਕੀ ਮਾਰੀ ਊਠ ਦੇ, ਉਹ ਖਰਬੂਜਾ ਅੰਦਰੋਂ ਭੱਜ ਗਿਆ, ਉਹ ਅੰਦਰੋਂ ਟੁੱਟ ਗਿਆ, ਤੇ ਉਹ ਅੰਦਰ ਲੰਘ ਗਿਆ, ਉਹਨੂੰ ਸਾਹ ਆ ਗਿਆ, ਬਚ ਗਿਆ। ਹੁਣ ਊਠ ਲਈ ਇਲਾਜ ਕਰਨਾ ਸੀ। ਇਹ ਉਹ ਚੇਲੇ ਨੇ ਸਾਰਾ ਵੇਖਿਆ। ਤੇ ਚੇਲਾ ਕਹਿੰਦਾ ਲੈ ਵੀ ਮੈਂ ਸਿੱਖ ਗਿਆ ਡਾਕਟਰੀ, ਹੁਣ ਮੇਰੇ ਵਰਗਾ ਕੋਈ ਡਾਕਟਰ ਨਹੀਂ, ਮੈਂ ਵੈਦਗੀ ਸਿੱਖ ਗਿਆ। ਤੇ ਕਹਿੰਦੇ ਵੀ ਕੁਝ ਦਿਨ ਲੰਘੇ, ਤੇ ਕੀ ਹੋਇਆ ਵੀ ਇੱਕ ਬਜ਼ੁਰਗ ਔਰਤ ਸੀ, ਬੁੱਢੀ ਸੀ, ਉਹਦੇ ਗਲ 'ਚ ਵੀ ਕੋਈ ਕੰਕਰ ਫਸ ਗਿਆ। ਤੇ ਉਹ ਉੱਥੇ ਜਦੋਂ ਆਏ, ਤੇ ਹੁਣ ਉਹ ਜਿਹੜਾ ਮੇਨ ਡਾਕਟਰ ਸੀ ਉਹ ਹੈਗਾ ਨਹੀਂ ਸੀ। ਤੇ ਜਿਹੜਾ ਉਹ ਚੇਲਾ ਸੀ ਉਹ ਕਹਿੰਦਾ ਕੋਈ ਨਹੀਂ, ਮੈਨੂੰ ਵੀ ਡਾਕਟਰੀ ਆਉਂਦੀ, ਮੈਨੂੰ ਆਉਂਦਾ, ਟੈਨਸ਼ਨ ਨਾ ਲਓ, ਮੈਂ ਇਲਾਜ ਕਰ ਦਿੰਦਾ, ਮੈਂ ਵੇਖਿਆ ਹੋਇਆ ਐਵੇਂ ਦਾ ਇਲਾਜ। ਉਹ ਆ ਗਿਆ, ਉੱਥੇ ਪਹੁੰਚੇ, ਉਹਦੀ ਵਿਚਾਰੀ ਦੇ ਗਲ ਦੇ ਵਿੱਚ ਉਹ ਫਸਿਆ ਹੋਇਆ ਸੀ ਕੁਝ, ਤੇ ਇਹਨੇ ਉਹੀ ਯਾਦ ਕੀਤੀ ਊਠ ਵਾਲੀ ਗੱਲ, ਇਹਨੇ ਖਿੱਚ ਕੇ ਗਿੱਚੀ 'ਚ ਮੁੱਕੀ ਮਾਰੀ, ਉਹ ਕੰਕਰ ਤੱਕ ਹੀ ਟੁੱਟਣਾ ਸੀ, ਵਿਚਾਰੀ ਬਜ਼ੁਰਗ ਚੜ੍ਹਾਈ ਕਰ ਗਏ। ਤੇ ਤਾਂ ਹੀ ਕਿਹਾ ਜਾਂਦਾ ਨਾ, ਨੀਮ ਹਕੀਮ ਖਤਰਾ ਏ ਜਾਨ, ਅਧੂਰੀ ਜਾਣਕਾਰੀ ਵਾਲਾ ਡਾਕਟਰ ਜਾਨ ਦਾ ਖਤਰਾ ਬਣ ਜਾਂਦਾ ਕਈ ਵਾਰੀ। ਤੇ ਇਹ ਯਾਦ ਰੱਖਿਓ ਵੀ ਅਸੀਂ ਅਧੂਰੀ ਜਾਣਕਾਰੀ ਨਹੀਂ ਲੈ ਕੇ ਜਾਣੀ। ਔਰ ਦੂਜੀ ਗੱਲ, ਜੇ ਅਸੀਂ ਕੀਰਤਨ ਕਰਦੇ ਹਾਂ, ਪ੍ਰਚਾਰ ਕਰਦੇ ਹਾਂ, ਆਪ ਵੀ ਖੋਜ ਕਰਿਓ, ਇਕੱਲੇ ਇੱਧਰ ਉੱਧਰ ਸੁਣ ਕੇ ਹੀ ਗੱਲਾਂ ਫੈਲਾਉਣ ਨਾ ਲੱਗ ਜਾਇਓ। ਇਹ ਮੈਂ ਤਾਂ ਗੱਲ ਕਰ ਰਿਹਾ, ਅੱਜ ਇਹ ਇੱਕ ਟਰੈਂਡ ਬਣ ਗਿਆ। ਬਹੁਤੀ ਵਾਰ ਅਸੀਂ ਇੱਧਰੋਂ ਉੱਧਰੋਂ ਸੁਣ ਕੇ ਹੀ ਗੱਲਾਂ ਪ੍ਰਚਾਰ ਦਿੰਦੇ ਹਾਂ, ਤੇ ਬਾਅਦ ਵਿੱਚ ਪਤਾ ਲੱਗਦਾ ਵੀ ਇਸ ਗੱਲ 'ਚ ਤਾਂ ਕੋਈ ਤੱਥ ਹੀ ਨਹੀਂ ਸੀ ਹੈਗਾ।
ਫਿਰ ਅਸੀਂ ਮਾਫੀਆਂ ਮੰਗਣ ਵਾਲੇ ਪਾਸੇ ਆ ਜਾਂਦੇ, ਪਹਿਲਾਂ ਕਰ ਦਿੰਦੇ ਫਿਰ ਮਾਫੀਆਂ ਮੰਗਣ ਵਾਲੇ ਪਾਸੇ ਆ ਜਾਂਦੇ ਆ। ਅਤੇ ਉੱਥੇ ਹੀ ਭਾਈ ਗੁਰਦਾਸ ਨੇ ਉਹਦੇ ਤੋਂ ਪਹਿਲਾਂ ਹੀ ਇੱਕ ਹੋਰ ਪੌੜੀ ਉਚਾਰਨ ਕੀਤੀ। ਮੈਂ ਥੋੜ੍ਹੀਆਂ ਜਿਹੀਆਂ ਗੱਲਾਂ ਸਪਸ਼ਟ ਜ਼ਰੂਰ ਕਹਿਣੀਆਂ ਚਾਹੁੰਦਾ। ਕਹਿੰਦੇ ਵੀ ਇੱਕ ਬਜ਼ੁਰਗ ਇੱਕ ਮਨੁੱਖ ਸੀ, ਬੰਦਾ ਸੀ, ਬਾਹਰ ਖੂਹ 'ਤੇ ਨਹਾਉਣ ਗਿਆ। ਅਤੇ ਪੁਰਾਣੇ ਸਮੇਂ ਇਹ ਰਿਵਾਜ ਚਲਾਣਾ ਕਰ ਜੇ ਨਾ ਅਤੇ ਉਹ ਫਿਰ ਆਪਦਾ ਸਿਰ ਨੰਗਾ ਕਰ ਲੈਂਦੇ ਸੀ। ਅੱਜ ਵੀ ਇੱਕ ਮੁਹਾਵਰਾ ਵਰਤਿਆ ਜਾਂਦਾ, ਸਿਰੋਂ ਨੰਗੀ ਹੋ ਜਾਣਾ। ਉਹਦਾ ਮਤਲਬ ਹੁੰਦਾ ਵੀ ਜਿਹਦਾ ਖਸਮ ਨਾ ਰਵੇ ਨਾ ਸਿਰ 'ਤੇ, ਉਹਨੂੰ ਕਹਿੰਦੇ ਸਿਰੋਂ ਨੰਗੀ ਹੋ ਗਈ, ਜਿਹਦਾ ਖਸਮ ਨਾ ਹੋਵੇ। ਤਾਂ ਹੀ ਗੁਰਸਿੱਖ ਕਹਿੰਦੇ ਹੁੰਦੇ ਵੀ ਸਾਨੂੰ ਸਿਰ ਹਮੇਸ਼ਾ ਢੱਕ ਕੇ ਰੱਖਣਾ ਚਾਹੀਦਾ। ਕਿਉਂ ਢੱਕਣਾ ਚਾਹੀਦਾ? ਕਿਉਂਕਿ ਸਾਡਾ ਖਸਮ ਤਾਂ ਸਦਾ ਹੀ ਜੀਵਤ ਹੈ ਨਾ, ਸਾਡਾ ਗੁਰੂ ਖਸਮ ਜਿਹੜਾ ਉਹ ਤਾਂ ਸਦਾ ਹੀ ਜੀਵਤ ਹੈ। ਤੋ ਇਹ ਮੁਹਾਵਰਾ ਅੱਜ ਵੀ ਵਰਤਿਆ ਜਾਂਦਾ ਹੈ। ਅਤੇ ਉਦੋਂ ਰਵਾਇਤ ਹੁੰਦੀ ਸੀ ਵੀ ਜਦੋਂ ਕੋਈ ਚਲਾਣਾ ਕਰ ਜਾਵੇ ਫਿਰ ਉਹ ਆਪਦੀ ਦਸਤਾਰ ਲਾ ਦਿੰਦੇ ਸੀ। ਉਹ ਮਨੁੱਖ ਬਾਹਰ ਖੂਹ 'ਤੇ ਨਹਾਉਣ ਗਿਆ ਅਤੇ ਕੀ ਹੋਇਆ ਵੀ ਨਹਾਉਣ ਲੱਗਿਆ, ਹੁਣ ਦਸਤਾਰ ਲਾਈ ਹੋਣੀ ਹੈ, ਪੱਗ ਲਾਈ ਹੋਣੀ ਹੈ, ਕਿਸੇ ਸਿੱਖ ਦੀ ਗੱਲ ਨਹੀਂ ਹੈ, ਪ੍ਰਚਲਿਤ ਕਹਾਣੀ ਭਾਈ ਗੁਰਦਾਸ ਨੇ ਦੱਸੀ ਹੈ। ਪੱਗ ਲਾਈ ਸੀ, ਨਹਾਤੇ ਅਤੇ ਨਹਾ ਕੇ ਜਦੋਂ ਵਾਪਸ ਆਏ ਪੱਗ ਖੂਹ 'ਤੇ ਹੀ ਭੁੱਲ ਆਏ, ਨੰਗੇ ਸਿਰ ਆ ਗਏ ਘਰੇ। ਅਤੇ ਜਦੋਂ ਨੰਗੇ ਸਿਰ ਐਂਟਰ ਕੀਤੇ ਅਤੇ ਕਿਉਂਕਿ ਉਹਨਾਂ ਨੂੰ ਤਾਂ ਰਿਵਾਜ ਇਹੀ ਪਤਾ ਸੀ ਵੀ ਕੋਈ ਨੰਗੇ ਸਿਰ ਆ ਗਿਆ ਮਤਲਬ ਕੋਈ ਚਲਾਣਾ ਕਰ ਗਿਆ, ਚੜ੍ਹਾਈ ਕਰ ਗਿਆ। ਅਤੇ ਜਦੋਂ ਪਰਿਵਾਰ ਨੇ ਵੇਖਿਆ ਵੀ ਇਹ ਬੰਦਾ ਨੰਗੇ ਸਿਰ ਆ ਗਿਆ ਅਤੇ ਉਹ ਪਰਿਵਾਰ ਵਾਲੇ ਸਾਰੇ ਕਹਿੰਦੇ ਵੀ ਉਹ ਨੰਗੇ ਸਿਰ ਆ ਗਏ, ਘਰ ਦਾ ਮੇਨ ਮੁਖੀਆ ਨੰਗੇ ਸਿਰ ਆ ਰਿਹਾ, ਲੱਗਦਾ ਕੋਈ ਚਲਾਣਾ ਕਰ ਗਿਆ। ਬਿਨਾਂ ਕੁਝ ਪੁੱਛਿਆਂ, ਬਿਨਾਂ ਕੁਝ ਦੱਸਿਆਂ ਸਾਰੇ ਕੀਰਨੇ ਪਾਉਣ ਲੱਗ ਗਏ, ਉੱਚੀ ਉੱਚੀ ਪਿੱਟਣ ਲੱਗ ਗਏ, ਹਾਏ ਓਏ ਬੰਦਾ ਮਰ ਗਿਆ ਸਾਡਾ, ਵੀ ਇਹ ਤਾਂ ਬੜਾ ਬੁਰਾ ਹੋ ਗਿਆ, ਸਾਰੇ ਪਿੱਟਣ ਲੱਗ ਗਏ। ਹੁਣ ਜਿਹੜਾ ਬੰਦਾ ਬਾਹਰੋਂ ਆਇਆ ਉਹਨੇ ਵੇਖਿਆ ਵੀ ਅੰਦਰ ਪਿੱਟਦੇ ਪਏ, ਰੋਂਦੇ ਪਏ ਆ। ਉਹਨੇ ਸੋਚਿਆ ਵੀ ਇਹ ਰੋਂਦੇ ਤਾਂ ਪਏ, ਸ਼ਾਇਦ ਕੋਈ ਚਲਾਣਾ ਕਰ ਗਿਆ। ਉਹਨੇ ਆਪਦੇ ਵੱਲੋਂ ਜ਼ਿਊਮ ਕਰ ਲਿਆ ਅਤੇ ਉਹ ਵੀ ਰੋਣ ਲੱਗ ਗਿਆ। ਹੁਣ ਉਹਨੂੰ ਵੇਖ ਕੇ ਸੋਚਦੇ ਪਏ ਵੀ ਚਲਾਣਾ ਕਰ ਗਿਆ, ਉਹ ਉਹਨਾਂ ਨੂੰ ਵੇਖ ਕੇ ਸੋਚੀ ਜਾਂਦਾ ਕੋਈ ਚਲਾਣਾ ਕਰ ਗਿਆ। ਦੋਨੇ ਧਿਰਾਂ ਰੋਣ ਲੱਗ ਗਈਆਂ ਅਤੇ ਸਾਰੇ ਜਾਣੇ ਬਹਿ ਕੇ ਰੋਣ ਲੱਗ ਗਏ। ਪਿੰਡ ਇਕੱਠਾ ਹੋ ਗਿਆ, ਪਿੰਡ ਆਇਆ, ਉਹਨਾਂ ਵੇਖਿਆ ਪਰਿਵਾਰ ਰੋਂਦਾ ਪਿਆ, ਕੋਈ ਜੀ ਚਲਾਣਾ ਹੀ ਕੀਤਾ ਹੋਣਾ ਹੈ, ਆ ਕੇ ਪਿੰਡ ਵੀ ਰੋਣ ਲੱਗ ਗਿਆ। ਅਤੇ ਫਿਰ ਉਸ ਸਮੇਂ ਸਪੈਸ਼ਲ ਰੋਣ ਵਾਲੀਆਂ ਸੱਦੀਆਂ ਵੀ ਜਾਂਦੀਆਂ ਸੀ, ਸਪੈਸ਼ਲ ਰੋਣ ਵਾਲੀਆਂ ਸੱਦ ਵੀ ਲਈਆਂ ਗਈਆਂ। ਅਤੇ ਉਹ ਰੋਣ ਵਾਲੀਆਂ ਜਦੋਂ ਸੱਦਦੇ ਆ ਨਾ, ਉਹ ਰੋਂਦੀਆਂ, ਉਹ ਵੈਨ ਪਾਉਂਦੀਆਂ, ਕੀਰਨੇ ਪਾਉਂਦੀਆਂ, ਨਾਮ ਲੈ ਲੈ ਕੇ ਪਾਉਂਦੀਆਂ, ਇਹ ਉਹ ਫਲਾਣਾ ਸਿੰਘ ਬੜਾ ਚੰਗਾ ਹੋਇਆ ਕਰਦਾ ਸੀ, ਐਵੇਂ ਕੀਰਨੇ ਪਾ ਕੇ ਰੋਂਦੀਆਂ ਨੇ ਨਾ। ਅਤੇ ਉਹ ਫਿਰ ਪੁੱਛਦੀਆਂ ਨੇ ਘਰ ਦੀਆਂ ਬੀਬੀਆਂ ਤੋਂ ਵੀ ਤੁਸੀਂ ਦੱਸੋ, ਅਸੀਂ ਵੀ ਰੋਣਾ ਹੈ, ਸਾਨੂੰ ਦੱਸੋ ਕਿਹਦਾ ਨਾਮ ਲੈ ਕੇ ਰੋਈਏ, ਵੀ ਕੌਣ ਮਰਿਆ ਤੁਹਾਡੇ 'ਚੋਂ ਵੀ ਜਿਹਦੇ ਨਾਮ ਲੈ ਕੇ ਅਸੀਂ ਕੀਰਨੇ ਪਾਈਏ। ਤਾਂ ਬੀਬੀਆਂ ਕਿ ਸੋਚੀ ਪੈ ਗਈ ਮਰਿਆ ਕੌਣ ਆ ਵੈਸੇ। ਅਤੇ ਉਹ ਕਹਿੰਦੇ ਵੀ ਉਹ ਸਾਡੇ ਬੰਦੇ ਨੂੰ ਪਤਾ ਹੋਣਾ, ਉਹਨੂੰ ਪੁੱਛ ਲੈਂਦੇ ਹਾਂ। ਅਤੇ ਉਹ ਜਾ ਕੇ ਉਹਨੂੰ ਪੁੱਛਣ ਲੱਗੀਆਂ ਵੀ ਭਾਈ ਸਾਹਿਬ ਦੱਸੋ ਵੀ ਮਰਿਆ ਕੌਣ ਆ। ਉਹ ਕਹਿੰਦੇ ਵੀ ਭਾਈ ਮੈਨੂੰ ਤਾਂ ਪਤਾ ਨਹੀਂ, ਮੈਂ ਪੁੱਛ ਲੈਣਾ ਬੀਬੀਆਂ ਨੂੰ ਮਾੜਾ ਜਿਹਾ ਮਰਿਆ ਕੌਣ ਆ। ਅਤੇ ਉਹ ਜਦੋਂ ਸਾਰਾ ਨਿਚੋੜ ਕੱਢਿਆ ਅਤੇ ਪਤਾ ਲੱਗਾ ਮਰਿਆ ਕੋਈ ਵੀ ਨਹੀਂ, ਸਾਰੇ ਆਪੋ ਆਪਣੇ ਵੱਲੋਂ ਹੀ ਅੰਦਾਜ਼ੇ ਲਾ ਲਾ ਕੇ ਗੱਲਾਂ ਫੈਲਾਈ ਗਏ। ਅਤੇ ਬਹੁਤੀ ਵਾਰ ਇੰਝ ਹੀ ਹੁੰਦਾ ਹੈ, ਹੋਇਆ ਕੁਝ ਵੀ ਨਹੀਂ ਹੁੰਦਾ ਅਤੇ ਅਸੀਂ ਐਵੇਂ ਹੀ ਇੱਧਰ ਉੱਧਰੋਂ ਸੁਣ ਕੇ ਗੱਲਾਂ ਕਰ ਲੈਂਦੇ। ਤਾਂ ਮੈਂ ਬੇਨਤੀ ਕੀਤੀ ਆ, ਜੋ ਕੁਝ ਸਿੱਖਿਆ ਲੈ ਰਹੇ ਹੋ ਉਹਦੇ 'ਤੇ ਦ੍ਰਿੜ ਰਹਿਓ ਅਤੇ ਆਪ ਖੋਜ ਕਰਿਓ। ਕੇਵਲ ਸਾਡਾ ਪੜ੍ਹਨ ਦਾ ਜ਼ਰੀਆ ਕੇਵਲ ਫੇਸਬੁੱਕ ਨਾ ਹੋਵੇ, ਪੜ੍ਹਨ ਦਾ ਜ਼ਰੀਆ ਕੇਵਲ ਸੋਸ਼ਲ ਮੀਡੀਆ ਨਾ ਹੋਵੇ, ਪੜ੍ਹਨ ਦਾ ਜਿਹੜਾ ਜ਼ਰੀਆ ਹੈ ਉਹ ਸਾਡਾ ਆਪਦੀ ਖੋਜ ਹੋਵੇ। ਅਤੇ ਮਹਾਰਾਜ ਨੇ ਬਚਨ ਕੀਤਾ, ਖੋਜੀ ਉਪਜੈ ਬਾਦੀ ਬਿਨਸੈ। ਖੋਜੀ ਨੇ ਉਪਜਣਾ ਹੈ, ਖੋਜੀ ਦਾ ਵਿਕਾਸ ਹੋਊਗਾ, ਅਤੇ ਜਿਹੜਾ ਬਾਦੀ ਹੈ ਉਹਨੇ ਬਿਨਸ ਜਾਣਾ, ਨਾਸ਼ ਹੋ ਜਾਣਾ ਹੈ। ਤਾਂ ਹੀ ਗੁਰੂ ਸਾਹਿਬ ਨੇ ਕਿਹਾ, ਬਾਦ ਵਿਵਾਦ ਕਾਹੂ ਸਿਉਣਾ ਕੀਜੈ, ਰਸਨਾ ਰਾਮ ਰਸਾਇਣ ਬੀਜੈ, ਅਬ ਜੀ ਜਾਨ ਐਸੇ ਬਣ ਆਈ, ਮਿਲੋ ਗੋਪਾਲ ਨਿਸ਼ਾਨ ਬਜਾਈ। ਕਹਿੰਦੇ ਹੁਣ ਮੈਂ ਕਿਸੇ ਨਾਲ ਵਾਦ ਵਿਵਾਦ ਨਹੀਂ ਕਰਦਾ, ਮੈਂ ਤਾਂ ਵਾਹਿਗੁਰੂ ਦੇ ਨਾਮ ਵਿੱਚ ਜੁੜਿਆ। ਜੇ ਤੁਸੀਂ ਕੀਰਤਨ ਕਰਨ ਨਿਕਲੇ ਹੋ, ਪਹਿਲਾ ਮਨੋਰਥ ਤੁਹਾਡਾ ਹੈ ਕਿ ਤੁਸੀਂ ਆਪ ਉਹਦਾ ਰਸ ਲੈਣਾ ਹੈ, ਅਤੇ ਅਗਲਾ ਮਨੋਰਥ ਇਹ ਹੈ ਕਿ ਉਸ ਰਸ ਨੂੰ ਵੰਡਣਾ ਵੀ ਹੈ। ਅਤੇ ਯਾਦ ਰੱਖਿਓ, ਇਹ ਦਮਾਲੇ, ਇਹ ਦਸਤਾਰਾਂ, ਇਹ ਚੀਜ਼ਾਂ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀਆਂ। ਸਮਾਂ ਸਮਾਪਤੀ ਵੱਲ ਵੱਧ ਰਿਹਾ, ਇੱਕ ਘਟਨਾ ਕਹਿ ਕੇ ਆਪਾਂ ਫਿਰ ਫਤਿਹ ਵੱਲ ਸਾਂਝ ਪਾਉਣੀ, ਕੀ ਪ੍ਰਭਾਵ ਛੱਡਦੀਆਂ। ਕਿਉਂਕਿ ਇਸ ਤੋਂ ਪਹਿਲਾਂ ਮੈਨੂੰ ਬੇਨਤੀ ਲਾਈ ਗਈ ਸੀ ਵੀ ਕੋਈ ਸਮਾਈ ਹੋਣਾ, ਕੋਈ ਇੱਧਰ ਉੱਧਰ ਦੀਆਂ ਸੁਣਾ ਹੀ ਦਿਓ। ਮੈਂ ਵੈਸੇ ਸ਼ੁਰੂ ਦੇ ਵਿੱਚ ਤਾਂ ਮੈਂ ਥੋੜ੍ਹੀ ਕਨਸੈਪਚੁਅਲ ਗੱਲਾਂ ਹੀ ਸ਼ੁਰੂ ਕੀਤੀਆਂ ਸੀ, ਪਰ ਮੈਂ ਥੋੜ੍ਹੀਆਂ ਜਿਹੀਆਂ ਐਵੇਂ ਦੀਆਂ ਗੱਲਾਂ ਤਾਂ ਸੁਣਾ ਰਿਹਾ ਕਿ ਵੀ ਆਪਾਂ ਬੋਰ ਨਾ ਹੋਈਏ। ਪਰ ਇਹ ਨਾਲ ਆਪਾਂ ਸਿਧਾਂਤ ਵੀ ਲੈਣੇ ਆ। ਅਗਲੇ 2 ਸਮਾਗਮ ਨੇ, ਸ਼ਾਮ ਦਾ ਅਤੇ ਸੁਬਾਹ ਦਾ, ਅਤੇ ਉੱਥੇ ਤਾਂ ਫਿਰ ਸਾਰੀ ਸੰਗਤ ਹੋਏਗੀ। ਉੱਥੇ ਆਪਾਂ ਨਰੋਲ ਗੁਰਬਾਣੀ 'ਚ ਹੀ ਗੱਲ ਕਰਨੀ ਹੈ, ਠੀਕ ਹੈ। ਅਤੇ ਜੇ ਆਪਾਂ ਪਹੁੰਚੇ ਹੋਈਏ ਅਤੇ ਉਮੀਦ ਕਰਕੇ ਇਸ ਲੈਵਲ 'ਤੇ ਪਹੁੰਚ ਕੇ ਆਪਾਂ ਸੁਣਨਾ ਹੈ ਕਿ ਅਸੀਂ ਗੁਰਬਾਣੀ ਹੀ ਨਰੋਲ ਗੱਲ ਕਰੀਏ, ਕਿਉਂਕਿ ਗੱਲ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਕਰਨੀ ਆ। ਅਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨੀ ਆ ਤਾਂ ਗੁਰਬਾਣੀ ਦੇ ਵਿੱਚੋਂ ਹੀ ਕਰਾਂਗੇ ਆਪਾਂ। ਅੱਜ ਚਲੋ ਥੋੜ੍ਹੇ ਜਿਹੇ ਬਚਨ ਵਰਤੇ, ਜ਼ਿਆਦਾਤਰ ਆਪਾਂ ਫਿਰ ਪ੍ਰਚਲਿਤ ਗੱਲਾਂ ਦੀ ਗੱਲ ਕੀਤੀ ਹੈ।
ਇਹ ਜਿਹੜਾ ਅਸੀਂ ਪਹਿਰਾਵਾ ਪਾਇਆ ਹੈ ਜਾਂ ਇਹ ਚੀਜ਼ਾਂ ਪ੍ਰਭਾਵ ਬਹੁਤ ਪਾਉਂਦੀਆਂ ਹੈ, ਬਸ ਅਸੀਂ ਇਹਨੂੰ ਸਾਂਭਣਾ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਮੈਂ ਪੜ੍ਹਦਾ ਰਿਹਾ ਅਤੇ ਉੱਥੇ ਸ਼ਾਇਦ ਤੁਸੀਂ ਸੁਣਿਆ ਹੋਵੇ, ਅਤੇ ਉੱਥੇ ਕਲਾਸ ਦੇ ਵਿੱਚ ਬਹਿੰਦੇ ਸੀ ਨਾ ਜੀ, ਅਤੇ ਕਈ ਵਾਰੀ ਕਿਉਂਕਿ ਕਕਾਰ ਅਤੇ ਦਮਾਲਾ ਬੰਨ੍ਹ ਕੇ ਕਿਉਂਕਿ ਮੈਂ ਸ਼ੁਰੂ ਤੋਂ ਹੀ ਦੂਸਰੀ ਸ਼ੁਰੂ 'ਚ ਜ਼ਰੂਰ ਦੂਸਰੀ ਪੱਗ, ਜਿਹਨੂੰ ਟੂਟੀ ਵਾਲੀ ਪੱਗ ਕਹਿ ਦਿੰਦੇ ਆ, ਉਹ ਬੰਨ੍ਹਦੇ ਰਹੇ ਹੋਵਾਂਗੇ, ਪਰ ਬੜੇ ਲੰਬੇ ਸਮੇਂ ਤੋਂ ਮੈਂ ਆਹੀ ਦਸਤਾਰ ਸਜਾ ਕੇ ਜਾਂਦਾ ਹੈ। ਯੂਨੀਵਰਸਿਟੀ ਦੇ ਵਿੱਚ ਵੀ ਇਹੀ ਦਸਤਾਰ ਸਜਾ ਕੇ ਜਾਈਦੀ ਹੈ, ਔਰ ਇਹ ਕਕਾਰ ਪਾ ਕੇ ਜਾਈਦੇ, ਅਤੇ ਕਈ ਵਾਰੀ ਬਾਣੇ 'ਚ ਵੀ ਚਲੀ ਜਾਈਦਾ ਸੀ, ਚੋਲੇ 'ਚ ਵੀ ਚਲਾ ਜਾਈਦਾ ਸੀ, ਅਤੇ 2-3 ਵਾਰੀ ਗਏ ਵੀ ਹਾਂ ਚੋਲੇ 'ਚ। ਅਤੇ ਉੱਥੇ ਸਾਡੀ ਨਾ ਜਦੋਂ ਅਸੀਂ ਕਲਾਸ ਦੇ ਵਿੱਚ ਬਹਿੰਦੇ ਸੀ, ਅਤੇ ਤੁਸੀਂ ਸ਼ਾਇਦ ਸੁਣਿਆ ਹੋਵੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਇੱਕ ਤਾਂ ਉਹਦੇ ਬਾਹਰ ਨਸ਼ਾ ਬਹੁਤ ਚੱਲਦਾ, ਅਤੇ ਦੂਜੀ ਗੱਲ ਉੱਥੇ ਜਿਹੜੇ ਵੀ ਆਉਂਦੇ ਆ ਨਾ, ਕੱਪੜੇ ਕੋਈ ਉਹਨਾਂ ਦੇ ਢੰਗ ਦੇ ਨਹੀਂ ਹੁੰਦੇ, ਅਤੇ ਕਈ ਵਾਰੀ ਭੈਣਾਂ ਜਿਹੜੀਆਂ ਸ਼ਾਰਟਸ ਵੀ ਪਾ ਕੇ ਆਉਂਦੇ ਨੇ। ਅਤੇ ਜਦੋਂ ਮੈਂ ਕਲਾਸ ਦੇ ਵਿੱਚ ਬੈਠਾ ਹੈ ਅਤੇ ਉੱਥੇ ਸਾਡੀ ਤਰਤੀਬ ਜਿਹੜੀ ਹੈ ਨਾ, ਉਹ ਰੋਲ ਨੰਬਰ ਵਾਈਜ਼ ਦਿੱਤੀ ਜਾਂਦੀ ਹੈ ਕਿ ਰੋਲ ਨੰਬਰ ਵਾਈਜ਼ ਹੀ ਬਹਿਣਾ ਹੈ, ਅਤੇ ਉਹ ਕੋਈ ਪਤਾ ਨਹੀਂ ਹੁੰਦਾ ਵੀ ਮੇਰੇ ਨਾਲ ਦੀ ਸੀਟ 'ਤੇ ਕਿਹਦਾ ਰੋਲ ਨੰਬਰ ਆ ਜਾਣਾ ਹੈ। ਇੱਕ ਸਮੈਸਟਰ ਦੇ ਵਿੱਚ ਮੇਰੇ ਨਾਲ ਦੀ ਸੀਟ 'ਤੇ ਰੋਲ ਨੰਬਰ ਜਿਹੜਾ ਹੈਗਾ ਸੀ, ਉਹ ਕਿਸੇ ਭੈਣ ਦਾ ਸੀ, ਅਤੇ ਉਹ ਭੈਣ ਸੀ ਜਿਹੜੇ ਅਕਸਰ ਸ਼ਾਰਟਸ ਪਾ ਕੇ ਆ ਜਾਂਦੇ ਸੀ। ਅਤੇ ਕਿਉਂਕਿ ਆਪਾਂ ਨੂੰ ਪਤਾ ਕੁਝ ਟੀਚਰ ਲੀਨੀਅੰਟ ਹੁੰਦੇ ਆ, ਕੁਝ ਸਟ੍ਰਿਕਟ ਹੁੰਦੇ ਆ, ਅਤੇ ਬ੍ਰੇਕ ਤੋਂ ਪਹਿਲਾਂ ਜਿਹੜੇ ਟੀਚਰ ਸੀ ਨਾ, ਉਹ ਥੋੜ੍ਹਾ ਜਿਹਾ ਕਹਿੰਦੇ ਨਹੀਂ ਸੀ, ਜਿਵੇਂ ਮਰਜ਼ੀ ਬਹਿ ਜਾਓ, ਚਲੋ ਕੋਈ ਗੱਲ ਨਹੀਂ। ਅਤੇ ਇਸ ਕਰਕੇ ਉਹ ਫਿਰ ਆਪਦੇ ਜਿਹੜੀਆਂ ਵੀ ਫਰੈਂਡਸ ਹੁੰਦੀਆਂ ਸੀ, ਉਹਨਾਂ ਨਾਲ ਬਹਿ ਜਾਂਦੇ ਸੀ। ਬ੍ਰੇਕ ਤੋਂ ਬਾਅਦ ਜਦੋਂ ਲੈਕਚਰ ਹੁੰਦਾ ਸੀ, ਉਦੋਂ ਟੀਚਰ ਜਿਹੜਾ ਸੀ ਉਹ ਸਟ੍ਰਿਕਟ ਸੀ, ਉਹ ਤਾਂ ਕਹਿੰਦਾ ਸੀ ਰੋਲ ਨੰਬਰ ਵਾਈਜ਼ ਹੀ ਬੈਠਣਾ ਹੈ, ਅਤੇ ਉਦੋਂ ਫਿਰ ਉਹਨਾਂ ਨੂੰ ਆਪਣੀ ਸੀਟ 'ਤੇ ਬੈਠਣਾ ਪੈਂਦਾ ਸੀ, ਅਤੇ ਉਹਨਾਂ ਦੀ ਸੀਟ ਮੇਰੇ ਨਾਲ ਸੀ। ਅਤੇ ਇੱਕ ਦਿਨ ਮੈਂ ਕੀ ਕੁਝ ਦਿਨ ਅਬਜ਼ਰਵ ਕੀਤਾ ਵੀ ਉਹ ਭੈਣ ਅਕਸਰ ਸੁਬਾਹ ਸ਼ਾਰਟਸ ਪਾ ਕੇ ਆਉਂਦੇ, ਅਤੇ ਬ੍ਰੇਕ ਤੋਂ ਬਾਅਦ ਜਦੋਂ ਉਹਨਾਂ ਨਾਲ ਬਹਿਣਾ, ਕਿਉਂਕਿ ਬਾਣਾ ਪਾਇਆ ਹੁੰਦਾ ਸੀ, ਅਤੇ ਉਹਨਾਂ ਨੇ ਅਕਸਰ ਬ੍ਰੇਕ ਦੇ ਵਿੱਚ ਆਪਣੇ ਹੋਸਟਲ ਜਾਣਾ ਅਤੇ ਕੱਪੜੇ ਬਦਲ ਕੇ ਆਉਣੇ, ਪੂਰੇ ਕੱਪੜੇ ਪਾ ਕੇ ਆਉਣੇ ਅਤੇ ਨਾਲ ਬੈਠਣਾ। ਅਤੇ ਕੁਝ ਦਿਨ ਲੰਘੇ ਅਤੇ ਮੇਰੇ ਨਾਲ ਜਿਹੜਾ ਦੂਸਰੇ ਪਾਸੇ ਇੱਕ ਵੀਰ ਬੈਠਾ ਸੀ, ਅਤੇ ਕਿਉਂਕਿ ਮੈਂ ਥੋੜ੍ਹਾ ਜਿਹਾ ਸੰਗਾਊ ਸੁਭਾਅ ਸੀ, ਵੀ ਆਮ ਤੌਰ 'ਤੇ ਵੀ ਭੈਣਾਂ ਨਾਲ ਬਹੁਤੀ ਗੱਲ ਨਹੀਂ ਸੀ ਕਰਦਾ, ਤਾਂ ਬਹੁਤੇ ਉਸ ਚੀਜ਼ ਦੀ ਵਾਰਤਾਲਾਪ ਨਹੀਂ ਕੀਤੀ, ਪਰ ਉਹ ਵੀਰ ਬਾਲਾ ਨੇੜੇ ਸੀ ਉਹਨਾਂ ਦੇ, ਅਤੇ ਉਹਨਾਂ ਨੇ ਫਿਰ ਉਸ ਭੈਣ ਨੂੰ ਪੁੱਛਿਆ ਵੀ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ? ਅਤੇ ਉਸ ਭੈਣ ਨੇ ਇਹ ਜਵਾਬ ਦਿੱਤਾ ਵੀ ਮੈਂ ਸੁਬਾਹ ਸ਼ਾਰਟਸ ਤਾਂ ਪਾ ਕੇ ਆਉਂਦੀ ਹਾਂ, ਪਰ ਬ੍ਰੇਕ ਤੋਂ ਬਾਅਦ ਮੈਂ ਇਸ ਕਰਕੇ ਪੂਰੇ ਕੱਪੜੇ ਪਾ ਕੇ ਆਉਂਦੀ ਹਾਂ, ਕਿਉਂਕਿ ਜਿਸ ਦੇ ਨਾਲ ਮੈਂ ਬੈਠਦੀ, ਜਿਹੜੇ ਕੱਪੜੇ ਉਹਨੇ ਪਾਏ ਆ ਨਾ, ਉਹਨਾਂ ਕੱਪੜਿਆਂ ਦੇ ਕੋਲ ਬੈਠ ਕੇ ਇਹਨਾਂ ਕੱਪੜਿਆਂ 'ਚ ਮੈਨੂੰ ਸ਼ਰਮ ਆਉਂਦੀ ਹੈ, ਸ਼ਰਮ ਆਉਂਦੀ ਕਹਿੰਦੇ। ਅਤੇ ਮੇਰੇ ਮਨ ਦੇ ਵਿੱਚ ਆਇਆ ਵੀ ਗੁਰੂ ਸਾਹਿਬ ਜੀ, ਮੇਰਾ ਜੀਵਨ ਤਾਂ ਇੰਨਾ ਨਹੀਂ ਹੈਗਾ, ਮੇਰੇ ਅੰਦਰ ਵੀ ਬਹੁਤ ਵਕਾਰ ਨੇ, ਠੀਕ ਹੈ, ਬਾਹਰੀ ਸੁਭਾਅ ਹੋ ਸਕਦਾ ਵੀ ਕਿਸੇ ਨਵੇਂ ਬੰਦੇ ਨਾਲ ਸੰਗ ਜਾਣਾ, ਪਰ ਇਹ ਕੋਈ ਜੀਵਨ ਨਹੀਂ ਹੈਗਾ। ਅਸੀਂ ਤਾਂ ਜੀਵਨ ਕਰਕੇ ਬਹੁਤ ਡਿੱਗੇ ਹਾਂ, ਪਰ ਸਤਿਗੁਰੂ ਆ ਤੇਰਾ ਪਹਿਰਾਵਾ ਹੀ ਐਡਾ ਵੱਡਾ ਹੈ, ਇੰਨਾ ਮਹਾਨ ਹੈ ਕਿ ਇਹਨੂੰ ਵੇਖ ਕੇ ਵੀ ਕਈਆਂ ਨੂੰ ਅੱਧੇ ਕੱਪੜੇ ਪਾਉਣ ਤੋਂ ਸ਼ਰਮ ਆ ਜਾਂਦੀ ਹੈ। ਅਤੇ ਬਸ ਅਸੀਂ ਇਹ ਧਿਆਨ ਰੱਖਣਾ ਹੈ ਵੀ ਇਹ ਜਿਹੜੀ ਸ਼ਰਮ ਵਾਲੀ ਛਵੀ ਹੈ, ਇਹ ਐਵੇਂ ਨਹੀਂ ਬਣੀ, ਇਹਦੇ ਲਈ ਬੜੀ ਕਮਾਈ ਘਾਲਣੀ ਪਈ ਹੈ, ਅਤੇ ਸਿੰਘਾਂ ਨੇ ਕਮਾਈ ਕਰ ਕਰਕੇ ਇਹਦੀ ਛਵੀ ਬਣਾਈ ਹੈ, ਔਰ ਅਸੀਂ ਇਹਦੀ ਛਵੀ ਡਿੱਗਣ ਨਹੀਂ ਦੇਣੀ। ਬਿਲਡ ਕਰਨਾ ਹੀ ਔਖਾ ਹੁੰਦਾ ਹੈ, ਉਹਨਾਂ ਨੇ ਬਿਲਡ ਕਰਤਾ, ਬਹੁਤ ਸਮਾਂ ਮੇਨਟੇਨ ਵੀ ਕੀਤਾ ਹੈ, ਅਸੀਂ ਤਾਂ ਉਹਨੂੰ ਬਰਕਰਾਰ ਹੀ ਰੱਖਣਾ ਹੈ ਨਾ, ਅਤੇ ਅਸੀਂ ਬਰਕਰਾਰ ਵੀ ਨਾ ਜੇ ਰੱਖ ਪਾਈਏ ਤਾਂ ਸਾਡੇ ਲਈ ਤਾਂ ਬਹੁਤ ਫਿਰ ਸ਼ਰਮ ਵਾਲੀ ਗੱਲ ਹੈ। ਇਸ ਕਰਕੇ ਸਤਿਗੁਰੂ ਰਹਿਮਤ ਕਰਨ, ਔਰ ਇਹ ਸਦਾ ਧਿਆਨ ਰੱਖਣਾ ਹੈ ਵੀ ਅਸੀਂ ਉਸ ਸਮਾਜ ਦੇ ਵਿੱਚ ਵਿਚਰਦੇ ਪਏ ਹਾਂ, ਸਾਡੇ ਗੁਰੂ ਸਾਹਿਬ ਨੇ ਸਾਨੂੰ ਸੂਰਮੇ ਬਣਾਇਆ ਹੈ।